ਤੁਹਾਨੂੰ ਦੇਖ ਕੇ ਉਹਦਾ ਲੱਗਦਾ ਹੀ ਨਹੀਂ ਕਿ ਤੁਸੀਂ ਕਦੇ ਟੂਬਲ 'ਚ ਨਾਤੇ ਹੋਵੋਗੇ ਛੋਟੇ ਹੁੰਦੇ। ਉਹ ਸਵਿਮਿੰਗ ਪੂਲ ਤਾਂ ਸਾਡਾ ਉਹੀ ਹੁੰਦਾ ਸੀ। ਫਿਰ ਹੁਣ ਡਿਫੈਂਡਰ ਕਦੋਂ ਲੈ ਰਹੇ ਹੋ? ਡਿਫੈਂਡਰ ਲਵਾਂਗੀ ਮੈਂ, ਉਹ ਤਾਂ ਹੈਗੀ ਹੈ ਮੇਰੀ ਬਕਟ ਲਿਸਟ, ਜਲਦੀ ਲਵਾਂਗੀ ਉਹ ਵੀ। ਡਿਫੈਂਡਰ ਇਜ਼ ਮਾਈ ਓਨਲੀ ਲਵ। ਅਸੀਂ ਅਵੀਰਾ ਤੋਂ ਗਾਣਾ ਕਰਾਣਾ ਹੈ ਤੇ ਅਸੀਂ ਪੇਮੈਂਟ ਨਹੀਂ ਕਰਨੀ, ਡਿਫੈਂਡਰ ਦੇਣੀ ਹੈ 1 ਹਫ਼ਤੇ ਲਈ ਜਾਂ ਮਹੀਨੇ ਲਈ। ਮੈਂ ਖੁਸ਼ ਹੋ ਗਈ, ਮੈਂ ਕਿਹਾ ਤੁਸੀਂ ਗਾਣਾ ਕਰਾ ਲਓ, ਡਿਫੈਂਡਰ ਦੇ ਦਿਓ, ਕੋਈ ਚੱਕਰ ਹੀ ਨਹੀਂ ਹੈ। ਉਹ ਨਾ ਡਿਫੈਂਡਰ ਜਿਨ੍ਹਾਂ ਦਾ ਉਹਨਾਂ ਦੇ ਗਾਣੇ ਦਾ ਬਜਟ ਨਹੀਂ ਹੋਣਾ। ਮੈਂ ਕਿਹਾ ਹਾਂ, ਮੈਂ ਕਿਹਾ 2 ਕਰੋੜ ਦੀ ਗੱਡੀ ਹੈ। ਆਹ ਦੇ ਕਹਿੰਦੇ ਕਿ ਮੈਨੂੰ ਕਰਨ ਦਾ ਮੈਸੇਜ ਆਇਆ। ਮੈਂ ਕਿਹਾ ਕੌਣ? ਮੈਂ ਤਾਂ ਕਹਿੰਦੇ ਕਰਨ ਔਜਲਾ ਦਾ। ਮੈਂ ਕਿਹਾ ਮਤਲਬ ਮੈਂ ਨਾ ਉਦੋਂ ਟਰਸਟ ਹੀ ਨਹੀਂ ਕੀਤਾ। ਤੁਹਾਡੇ ਲਈ ਛੱਲੀਆਂ ਵੀ ਮੰਗਵਾਈਆਂ ਕਿਉਂਕਿ ਹੁਣ ਮੋਟਰ ਤੇ ਆਏ ਆ ਤੇ ਕੋਈ ਸੁੱਖ ਤਾਂ ਹੋਣਾ ਚਾਹੀਦਾ। ਕੀ ਬਾਤ, ਬਿਲਕੁਲ ਫਰੈਸ਼ ਨੇ, ਅਸੀਂ ਇੱਥੋਂ ਹੀ ਹੁਣੇ ਪਟਾਈਆਂ ਨੇ। ਪੱਟ ਕੇ ਲੈ ਕੇ ਆਏ ਆ ਇੱਥੇ ਪਟਾਈਆਂ ਨੇ ਤੇ ਇੱਥੇ ਬੰਦਾ ਪਿੱਛੇ ਲਾਇਆ ਹੋਇਆ ਭੁੰਨਣ ਲਈ। ਇੱਥੇ ਸਾਡਾ ਚੁੱਲ੍ਹਾ ਵੀ ਹੈਗਾ। ਤੁਸੀਂ ਤਾਂ ਲੈ ਕੇ ਨਹੀਂ ਆਏ ਸਾਡੇ ਲਈ ਆਲੂ ਦੇ ਪਰਾਂਠੇ। ਤੁਸੀਂ ਮੈਨੂੰ ਕਿਆ ਕੀ ਤੁਸੀਂ ਮੈਨੂੰ ਕਿਹਾ ਰੋਟੀ ਬਣ। ਅਵੀਰਾ ਸੂਰਜ ਤਾਂ ਚੜਿਆ ਨਹੀਂ ਸਹੀ ਤਰ੍ਹਾਂ, ਪਰ ਚੰਨ ਜ਼ਰੂਰ ਚੜ ਗਿਆ। ਤਾਂ ਸੂਰਜ ਬਣ ਕੇ ਆਈ ਆ ਮੈਂ ਵੈਸੇ। ਅੱਛਾ ਸੂਰਜ ਅੱਜ ਇੱਧਰ ਹੀ ਚੜਿਆ ਹੈ। ਹੋਰ ਅੱਜ ਪੂਰੀ ਪੰਜਾਬੀ ਜੱਟੀ ਲੱਗ ਰਹੀ ਹੈ ਵੀਰਾ ਸਿੰਘ ਵਸਾਉਣ। ਉਹੀ ਸੀਗਾ ਬਸ ਮੇਨ ਨੇਮ। ਹਾਂ ਇਹੀ ਮੈਂ ਤੁਹਾਨੂੰ ਇਹੀ ਕਿਹਾ ਸੀ ਵੀ ਪੰਜਾਬੀ ਪੂਰਾ ਸੂਟ ਪਾ ਕੇ ਆਉਣਾ ਇਸ ਵਾਰ। ਤੁਸੀਂ ਨਾਲ ਮੈਚਿੰਗ ਜ਼ਰੂਰ ਕਰ ਦਿਓ। ਉਹ ਤਾਂ ਸਾਡਾ ਸਿਗਨੇਚਰ ਹੈ ਨਾ ਫਿਰ। ਬਿਲਕੁਲ। ਸੋ ਸਲਵਾਰ ਸੂਟ ਤੁਸੀਂ ਪਾਇਆ ਹੈ ਨਾ। ਮੈਂ ਦੇਖਣਾ ਹੁੰਦਾ ਮੁੰਡਿਆਂ ਦੀ ਤਾਂ ਇੱਕ ਸ਼ਰਟ ਹੁੰਦੀ ਹੈ ਤੇ ਇੱਕ ਟੀ-ਸ਼ਰਟ ਹੁੰਦੀ ਹੈ ਤੇ ਇੱਕ ਕੁੜਤਾ ਪਜਾਮਾ ਹੁੰਦਾ, ਤੇ ਕੁੜੀਆਂ ਦੇ ਤੇ ਸੂਟ ਵੀ 2 ਦਰਜਨ ਤਰ੍ਹਾਂ ਦੇ ਹੁੰਦੇ ਆ। ਸੂਟ ਵੀ ਹਾਂ, ਪਾਕਿਸਤਾਨੀ, ਨਾਰਕਲੀ, ਪਟਿਆਲਾ ਸਲਵਾਰ ਸੂਟ, ਬਹੁਤ। ਹੋਰ ਕਿਹੜੇ ਹੁੰਦੇ ਆ? ਹੋਰ ਇੱਕ ਫਰੋਕ ਸੂਟ ਉਹ ਨਾਰਕਲੀ ਹੋ ਗਿਆ ਨਾ, ਪਾਕਿਸਤਾਨੀ ਸਟਾਈਲ ਹੋ ਗਿਆ, ਪਟਿਆਲਾ ਸਲਵਾਰ ਸੂਟ ਹੋ ਗਿਆ, ਗਰਾਰਾ ਹੋ ਗਿਆ, ਸ਼ਰਾਰਾ ਹੋ ਗਿਆ, ਕਿੰਨੇ ਹੋ ਗਏ। ਤੇ ਇੱਕ ਪਜਾਮੀ ਵਾਲਾ ਵੀ ਹੁੰਦਾ। ਹਾਂ ਉਹ ਨਾਰਕਲੀ ਹੁੰਦਾ ਇਦਾਂ ਖੁੱਲਾ ਜਿਹਾ। ਤੇ ਤੁਸੀਂ ਕਿਹੜਾ ਲਾਈਕ ਕਰਦੇ ਸਭ ਤੋਂ ਜ਼ਿਆਦਾ? ਮੈਨੂੰ ਥੋੜੇ ਜਿਹੇ ਜਿਵੇਂ ਲੂਜ਼ ਫਿਟ ਪਾਕਿਸਤਾਨੀ ਸਟਾਈਲ ਜਾਂ ਫਿਰ ਪ੍ਰੋਪਰ ਪਟਿਆਲਾ ਸਲਵਾਰ ਸੂਟ। ਅੱਛਾ, ਤੇ ਤੁਹਾਡੇ ਕਿੱਥੋਂ ਆਉਂਦੇ ਸੂਟ? ਤੁਹਾਨੂੰ ਪਤਾ ਹੀ ਹੈ, ਤਾਂ ਡਿਜ਼ਾਈਨਰਸ ਹੁੰਦੇ ਆ ਯੂਜੂਅਲੀ, ਤੇ ਹੁਣ ਸਵਾਣ ਵਾਲਾ ਕੰਮ ਤਾਂ ਘੱਟ ਹੀ ਹੋ ਗਿਆ, ਡਿਜ਼ਾਈਨਰਸ ਤੋਂ ਲੈ ਲਈਦਾ, ਪਾ ਲਈਦਾ। ਉਦਾਂ ਤੁਹਾਨੂੰ ਆਉਂਦਾ ਮਾੜੀ ਮੋਟੀ ਸਟਿਚਿੰਗ? ਹਾਂ ਮੈਂ ਤਾਂ ਮੇਰਾ ਪੂਰਾ ਡਿਗਰੀ ਮੇਰੀ ਫੈਸ਼ਨ 'ਚ ਹੋਈ ਹੈ। ਅੱਛਾ। ਤੇ ਮੈਨੂੰ ਪੂਰੀ ਸਿਲਾਈ ਕਢਾਈ ਤੇ ਮੋਸਟਲੀ ਲਾਈਕ ਜਿਹੜੀ ਚੀਜ਼ਾਂ ਹੁੰਦੀਆਂ ਡਿਜ਼ਾਈਨਿੰਗ 'ਚ ਸਾਰਾ ਕੁਝ ਆਉਂਦਾ। ਤੇ ਤੁਸੀਂ ਆਪਣੇ ਸੀਤੇ ਹੋਏ ਪਾ ਲੈਂਦੇ ਹੋ? ਹਾਂ ਮੈਂ ਪਾਏ ਕਾਲਜ ਟਾਈਮ 'ਚ, ਬਿਕਾਜ਼ ਕਰਦੇ ਹੁੰਦੇ ਸੀ ਨਾ, ਪ੍ਰੋਜੈਕਟਸ ਹੁੰਦੇ ਸੀ ਤਾਂ ਨਾਲ ਸਿੱਖਦੇ ਸੀਗੇ, ਤੇ ਕਿਉਰਿਓਸਿਟੀ ਹੁੰਦੀ ਸੀ ਵੀ ਨਾਲ ਆਪਣੇ ਲਈ ਵੀ ਬਣਾਏ ਆ, ਮੈਂ ਆਪਣੀ ਮੰਮੀ ਲਈ ਵੀ ਬਣਾਏ ਤੇ ਪਾਏ ਵੀ ਆ। ਪਰ ਹੁਣ ਨਹੀਂ ਪਾਉਂਦੇ? ਕਦੇ ਗਾਣਿਆਂ ਗੁਣਿਆਂ 'ਚ ਨਹੀਂ ਮਨ ਕੀਤਾ? ਟਾਈਮ ਹੀ ਨਹੀਂ ਲੱਗਦਾ ਬਣਾਉਣ ਦਾ ਕਿ ਕਿੱਥੇ ਮੈਂ ਸਿਲਾਈ ਉੱਦਾਂ ਰੱਖੀ ਹੋਈ, ਆਲਟਰੇਸ਼ਨ ਤਾਂ ਘਰੇ ਕਰ ਲੈਂਦੀ ਆ, ਬਟ ਉੱਦਾਂ ਸੀਣ ਦਾ ਟਾਈਮ ਨਹੀਂ ਲੱਗਦਾ ਇੰਨਾ। ਸੋ ਅਸੀਂ ਪਹਿਰਾਵਾ ਤਾਂ ਤੁਹਾਨੂੰ ਪਵਾਤਾ ਪੂਰਾ ਪੰਜਾਬੀ, ਬਟ ਹੁਣ ਚੈੱਕ ਕਰਾਂਗੇ ਵੀ ਤੁਸੀਂ ਕਿੰਨੇ ਕੁ ਦੇਸੀ ਹੋ, ਕਿੰਨਾ ਕੁ ਪੰਜਾਬੀ ਜੱਟੀ ਅੰਦਰ ਵਾਲੀ ਹੈ। ਸੋ ਆਪਾਂ ਕੁਝ ਸਬਜ਼ੀਆਂ ਤੇ ਕੁਝ ਫਰੂਟਸ ਦੇ ਨਾਮ ਲਵਾਂਗੇ। ਸੋ ਤੁਸੀਂ ਇਹ ਦੱਸਣਾ ਹੈ ਵੀ ਇਹਨਾਂ ਦੀ ਉਪਜ ਕਿੱਦਾਂ ਹੁੰਦੀ ਹੈ, ਵੀ ਵੇਲ ਤੇ ਹੁੰਦੇ ਆ ਜਾਂ ਦਰਖਤ ਲੱਗਦਾ ਹੈ ਜਾਂ ਬੂਟਾ ਹੁੰਦਾ ਹੈ ਜਾਂ ਜ਼ਮੀਨ 'ਚ ਹੁੰਦਾ ਹੈ, ਤੁਸੀਂ ਉਹ ਦੱਸਣੇ ਆ। ਸੋ ਪਹਿਲਾ ਹੈ ਟਮਾਟਰ। ਉਹ ਤਾਂ ਉੱਪਰ ਹੀ ਲੱਗਦਾ, ਪੇਡਾ ਹੁੰਦਾ ਹੈ। ਹਾਂ। ਗੰਡੇ, ਪਿਆਜ਼ ਉਹ ਥੱਲੇ ਲੱਗਦੇ ਆ ਜ਼ਮੀਨ 'ਚ। ਬੈਂਗਣ ਉੱਪਰ ਲੱਗਦੇ ਆ। ਨਾਲ ਇਹ ਵੀ ਦੱਸੋ ਵੀ ਬੂਟਾ ਹੁੰਦਾ ਹੈ ਜਾਂ ਵੇਲ ਹੁੰਦੀ ਹੈ? ਬੂਟਾ ਹੁੰਦਾ। ਪਾਲਕ ਬੂਟਾ ਲੱਗਦਾ। ਬੂਟਾ ਕਿੱਦਾਂ? ਮਤਲਬ ਜਿੱਦਾਂ ਪੌਦਾ ਹੁੰਦਾ ਉਦਾਂ ਲੱਗਦਾ? ਨਹੀਂ ਸੌਰੀ, ਉਹਦੇ ਜ਼ਮੀਨ 'ਚ ਲੱਗਦੇ। ਘਾਹ ਵਾਂਗੂ ਹੁੰਦੀ ਹੈ ਪਾਲਕ। ਘਾਹ ਵਾਂਗੂ ਹੁੰਦੀ ਹੈ। ਧਨੀਆ ਉਹ ਵੀ ਘਾਹ ਵਾਂਗੂ ਹੁੰਦਾ ਹੈ। ਅੰਗੂਰ ਉਹ ਤਾਂ ਬੇਲ ਲੱਗਦੀ ਹੈ। ਹਲਦੀ ਵੀ, ਇਹ ਤਾਂ ਮੈਨੂੰ ਥੋੜਾ ਡਾਊਟ ਹੈ, ਆਈ ਥਿੰਕ ਇਹ ਤਾਂ ਪੌਦਾ ਹੀ ਲੱਗਦਾ ਸ਼ਾਇਦ, ਜਾਂ ਬੇਲ, ਪਤਾ ਨਹੀਂ, ਇਹਦਾ ਮੈਨੂੰ ਡਾਊਟ ਹੈ। ਇਹ ਗੰਡਿਆਂ ਵਾਂਗ ਹੁੰਦੀ ਜ਼ਮੀਨ 'ਚ। ਅੱਛਾ ਜ਼ਮੀਨ 'ਚ ਹੁੰਦੀ ਹੈ, ਇਹਦਾ ਨਹੀਂ। ਜ਼ਮੀਨ 'ਚ ਉਹਦੇ ਗੰਡੇ ਜੇ ਬਣ ਜਾਂਦੇ ਆ, ਉਸ ਤੋਂ ਬਾਅਦ ਫਿਰ ਉਹ ਸਕਾਈ ਦੀ ਹੈ ਬਾਅਦ 'ਚ। ਅੱਛਾ। ਰੂਟਸ ਹੁੰਦੀਆਂ ਉਹਦੀਆਂ। ਹਰੀ ਮਿਰਚ ਉਹ ਤਾਂ ਪੌਦਾ ਲੱਗਦਾ ਉਹਦਾ। ਆਲੂ ਜ਼ਮੀਨ ਥੱਲੇ। ਕਰੇਲੇ ਬੇਲ। ਪੇਠਾ ਬੇਲ ਲੱਗਦੀ ਉਹਦੀ ਵੀ। ਮਟਰ ਉਹਦਾ ਪੌਦਾ ਲੱਗਦਾ, ਪਤਾ ਨਹੀਂ, ਇਹਦਾ ਨਹੀਂ। ਮਟਰ ਯਾਦ ਕਰੋ ਕਿਵੇਂ ਦੇ ਹੁੰਦੇ ਆ? ਉਹ ਤਾਂ ਮੈਨੂੰ ਪਤਾ ਕਿਵੇਂ ਦੇ ਹੁੰਦੇ ਆ, ਬੇਲ ਲੱਗਦੀ ਹੈ। ਵੇਲ ਲੱਗਦੀ ਹੈ। ਆ ਤੁੱਕਾ ਸੀਗਾ ਬਟ। ਖੀਰਾ ਇਹਦਾ ਤਾਂ ਪੌਦਾ ਲੱਗਦਾ। ਪੌਦਾ ਲੱਗਦਾ ਨਹੀਂ, ਖੀਰੇ ਦੀ ਵੇਲ ਹੁੰਦੀ ਹੈ। ਉਹਦੀ ਵੇਲ ਹੁੰਦੀ ਹੈ? ਹਾਂਜੀ। ਮੈਨੂੰ ਤੁਸੀਂ ਤੋੜ ਕੇ ਖਾਦੇ ਨਹੀਂ ਕਦੇ? ਨਹੀਂ, ਮੈਂ ਉਹ ਨਹੀਂ, ਖੀਰਾ ਨਹੀਂ ਖਾਇਆ ਕਦੇ ਤਾਂ। ਅਦਰਕ ਆਈ ਗੈਸ ਜ਼ਮੀਨ ਥੱਲੇ ਲੱਗਦੇ ਆ। ਰੂਟਸ ਹੁੰਦੀਆਂ। ਥੋਮ, ਲਸਣ ਉਹ ਵੀ ਜ਼ਮੀਨ ਥੱਲੇ ਲੱਗਦਾ। ਜ਼ਮੀਨ ਥੱਲੇ ਲੱਗਦਾ। ਸ਼ੱਕਰਗੰਦੀ ਜ਼ਮੀਨ ਥੱਲੇ ਲੱਗਦਾ। ਦਵਾਣਾ ਉਹ ਕਿਉਂ? ਤਰਬੂਜ ਜਿਹਨੂੰ ਕਹਿੰਦੇ ਆ। ਜਿਹੜਾ ਹਾਂ ਉਹ ਤਾਂ ਮੈਨੂੰ ਪਤਾ। ਮਤੀਰਾ ਵੀ ਕਹਿੰਦੇ ਉੱਪਰ ਹੀ ਲੱਗਦਾ, ਆਈ ਥਿੰਕ ਉਹਦੀ ਉਹ ਉੱਪਰ ਲੱਗਦਾ ਹੈ ਨਾ? ਉੱਪਰ ਕੀ ਦਰਖਤ ਤੇ ਲੱਗਦਾ ਜਾਂ ਨਹੀਂ? ਦਰਖਤ ਤੇ ਤਾਂ ਨਹੀਂ ਲੱਗਦਾ, ਤਾਂ ਮੈਨੂੰ ਪਤਾ ਹੈ। ਪੌਦਾ ਜਿਹਾ ਹੁੰਦਾ ਹੈ ਨਾ? ਵੇਲ ਹੁੰਦੀ ਹੈ।
ਹਾਂ ਕਾਫੀ ਸਾਰੇ ਲੱਗੇ ਹੁੰਦੇ ਆ ਨਾ। ਨਹੀਂ ਨਹੀਂ ਆ ਮਤਲਬ ਵੇਲ ਹੁੰਦੀ ਹੈ, ਇੱਕ ਇੱਧਰ ਲੱਗਾ, ਇੱਕ ਇੱਧਰ ਲੱਗਾ, ਇੱਕ ਇੱਧਰ ਲੱਗਾ। ਅੱਛਾ ਸਾਡੇ ਇਦਾਂ ਪਪੀਤੇ ਹੁੰਦੇ ਆ ਨਾ, ਤੇ ਪਪੀਤੇ ਦੀ ਤਾਂ ਵੇਲ ਲੱਗਦੀ ਹੈ, ਨਹੀਂ ਨਹੀਂ ਪਪੀਤੇ ਲੱਗਦੇ ਆ। ਹਾਂ ਇਕੱਠੇ ਲੱਗਦੇ ਆ, ਪਪੀਤੇ ਦਾ ਬੂਟਾ ਹੁੰਦਾ ਹੈ। ਹਾਂ ਲਾਈਕ ਪਪੀਤਾ ਜਿਵੇਂ ਕੋਕੋਨਟ ਵਰਗਾ ਹੁੰਦਾ, ਜਿਵੇਂ ਉਹ ਲੰਮਾ ਜਿਹਾ ਹੁੰਦਾ, ਕਾਫੀ ਸਾਰੇ ਲੱਗੇ ਹੁੰਦੇ ਆ। ਹਾਂ ਬਟ ਦਵਾਣਾ ਉਦਾਂ ਨਹੀਂ ਹੁੰਦਾ, ਦਵਾਣਾ ਹੁੰਦਾ ਇੱਕ ਇੱਧਰ ਲੱਗਾ, ਇੱਕ ਉੱਧਰ ਲੱਗਾ, ਇੱਕ ਉੱਧਰ, ਮਤਲਬ ਵੇਲ ਹੁੰਦੀ ਹੈ। ਠੀਕ ਹੈ। ਕੇਲੇ ਉਹ ਤਾਂ ਦਰਖਤ ਲੱਗਦਾ ਉਹਦਾ। ਖੱਖੜੀ ਉਹਦਾ ਵੀ ਖਰਬੂਜਾ ਕਹਿੰਦੇ ਆ, ਉਹ ਵੀ ਉਦਾਂ ਹੀ ਲੱਗਦਾ ਹੋਏਗਾ ਤਰਬੂਜ ਵਾਂਗੂ, ਜਿਹੜੇ ਉਦਾਂ ਦੇ ਹੁੰਦੇ ਆ ਉਦਾਂ ਹੀ ਲੱਗਦੇ। ਹੁਣ ਮੈਂ ਇਦਾਂ ਹੀ ਚੱਲ। ਸੋ ਕਾਫੀ ਹੱਦ ਤੱਕ ਤੁਹਾਨੂੰ ਅਸੀਂ 10 ਚੋਂ 8 ਨੰਬਰ ਦੇ ਦਾਂਗੇ। ਚਲੋ ਥੈਂਕ ਯੂ ਜੀ। ਸੋ ਪਾਸ ਹੋ ਗਏ। ਪਾਸ ਨਹੀਂ, ਸੋਹਣੇ ਨੰਬਰਾਂ ਦੇ ਨਾਲ ਪਾਸ ਹੋ ਗਏ। ਹਾਂ ਸੋ ਅੱਜ ਅਸੀਂ ਮੋਟਰ ਤੇ ਆਏ ਆ। ਸੋ ਮੋਟਰ ਦੀਆਂ ਕੋਈ ਯਾਦਾਂ ਹੋਣਗੀਆਂ ਤੁਹਾਡੀਆਂ ਵੀ, ਪਰ ਤੁਹਾਨੂੰ ਦੇਖ ਕੇ ਉਹਦਾ ਲੱਗਦਾ ਹੀ ਨਹੀਂ ਕਿ ਤੁਸੀਂ ਕਦੇ ਟੂਬਲ 'ਚ ਨਹਾਤੇ ਹੋਵੋਗੇ ਛੋਟੇ ਹੁੰਦੇ। ਉਹ ਜਿੱਦਾਂ ਮੈਂ ਰਹਿਨੀ ਆ ਨਾ ਹੁਣ ਸ਼ਹਿਰਾਂ 'ਚ ਆ ਕੇ ਥੋੜਾ ਜਿਹਾ, ਮਤਲਬ ਮੈਂ ਵੈਸੇ ਸ਼ੁਰੂ ਤੋਂ ਸ਼ਹਿਰ ਹੀ ਰਹੀ ਆ, ਬਟ ਪਿੰਡ ਜਾਈਦਾ ਹੁੰਦਾ ਸੀਗਾ। ਤੇ ਉਦਾਂ ਮੇਰੀ ਜਿਹੜੀ ਅਪੀਅਰੈਂਸ ਜਿੱਦਾਂ ਮੈਨੂੰ ਲੱਗਦੀ ਆ ਹੈ ਨਾ, ਤੇ ਸੋਸ਼ਲ ਮੀਡੀਆ ਤੇ ਕੰਮ ਉਦਾਂ ਦਾ ਹੈਗਾ ਤਾਂ ਲੱਗਦਾ ਹੈ ਕਿ ਬਹੁਤ ਉਦਾਂ ਦੇ ਆ ਹੈ ਨਾ। ਬਟ ਛੋਟੇ ਹੁੰਦੇ ਮੈਨੂੰ ਲੱਗਦਾ ਆਪਾਂ ਸਾਰਿਆਂ ਨੇ ਉਹ ਸਾਰੇ ਕੰਮ ਕੀਤੇ ਆ, ਮੋਟਰ ਤੇ ਜਾਣਾ ਇੱਧਰ ਉੱਧਰ, ਲਾਈਕ ਹੁੰਦੀ ਨਾ ਪੂਰੀ ਅਵਾਰਾ ਕਰਦੀਆਂ ਮੋਟਰ, ਉਹ ਪੂਰਾ ਲਾਈਕ ਕੀਤਾ। ਪਰ ਡੇਲੀ ਬੇਸ ਤੇ ਨਹੀਂ ਜਾਂਦੇ ਹੋ? ਨਹੀਂ ਡੇਲੀ ਬੇਸ ਤੇ ਨਹੀਂ, ਬਿਕਾਜ਼ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਨੂੰ ਨਹੀਂ ਉਦਾਂ ਗੇੜਾ ਵਿੱਚ ਇਦਾਂ ਨਹੀਂ ਕਿ ਛੁੱਟੀਆਂ 'ਚ। ਹਾਂ ਬਟ ਉਦਾਂ ਲੱਗਦਾ ਹੁੰਦਾ ਸੀਗਾ, ਕਿਉਂਕਿ ਜਿੱਦਾਂ ਮੈਂ ਚੰਡੀਗੜ੍ਹ ਹੀ ਰਹੀ ਹਾਂ ਸ਼ੁਰੂ ਤੋਂ ਹੈ ਨਾ, ਤਾਂ ਠੀਕ ਹੈ ਵਧੀਆ ਜਾਈਦਾ ਹੁੰਦਾ ਸੀਗਾ ਮੋਟਰ ਤੇ ਨਹਾਉਣਾ। ਮੇਨ ਮਜ਼ਾ ਆਉਂਦਾ ਸੀ। ਸਵਿਮਿੰਗ ਪੂਲ ਤਾਂ ਸਾਡਾ ਉਹੀ ਹੁੰਦਾ ਸੀਗਾ, ਕਿੱਥੇ ਪਹਿਲਾਂ ਸਵਿਮਿੰਗ ਪੂਲ 'ਚ ਜਾਂਦੇ ਹੁੰਦੇ ਸੀ, ਉਹੀ ਸਵਿਮਿੰਗ ਪੂਲ, ਉੱਥੇ ਹੀ ਆਪਣੀਆਂ ਗੇਮਾਂ ਉੱਥੇ ਹੀ ਖੇਲਣਾ ਆਪਣੇ ਮਤਲਬ ਭਰਾਵਾਂ। ਕਿਹੜੀਆਂ ਗੇਮਾਂ ਤੁਸੀਂ ਖੇਡਦੇ ਸੀ? ਗੇਮਾਂ ਨਹੀਂ ਲਾਈਕ ਮੋਸਟਲੀ ਆਈ ਮੇਰਾ ਤਾਂ ਨਹਾਉਣ ਦਾ ਹੁੰਦਾ ਸੀਗਾ, ਮੇਰਾ ਭਰਾ ਹੁੰਦਾ ਸੀ। ਆਪਾਂ ਨਾ ਬੜੀ ਡੈਡਲੀ ਜੀ ਗੇਮ ਹੁੰਦੀ ਸੀਗੀ, ਵੈਸੇ ਤਾਂ ਕਰਨੀ ਨਹੀਂ ਚਾਹੀਦੀ। ਅਸੀਂ ਨਾ ਬਸ ਆਹ ਕਰਦੇ ਹੁੰਦੇ ਸੀਗੇ ਸਾਰੇ ਭੈਣ ਭਰਾ ਮਿਲ ਕੇ ਕਿ ਮੋਟਰ ਦੇ ਥੱਲੇ ਲਾਈਕ ਪਾਣੀ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਟਾਈਮ ਕੌਣ ਰਹੇਗਾ। ਅੱਛਾ। ਤੇ ਉਹ ਇੰਨੇ ਆਪਾਂ ਲਾਈਕ ਡੈਡੀਕੇਟਡ ਹੁੰਦੇ ਸੀ ਨਾ ਉਹ ਟਾਈਮ ਨੂੰ ਬੀਟ ਕਰਨ ਲਈ ਕਿ ਵੀ। ਤੇ ਤੁਸੀਂ ਟਾਈਮਰ ਲਾਉਂਦੇ ਸੀ? ਨਹੀਂ ਪਰ ਕਾਊਂਟਿੰਗ ਕਰਦੇ ਸੀ ਨਾ, ਤਾਂ ਗਿਣਦੇ ਹੁੰਦੇ ਸੀਗੇ ਕਿ ਕਿੰਨਾ 1 2 3, ਤਾਂ ਉਹ ਹੁੰਦਾ ਹੁਣ ਜਾ ਕੇ ਜਿਹੜਾ ਵਿੱਚ ਡੁੱਬਿਆ ਹੁੰਦਾ ਸੀ ਉਹ ਵੀ ਗੰਦਾ ਹੁੰਦਾ। ਮੈਂ ਉਹੀ ਗੱਲ ਕਹਿ ਰਹੀ ਹਾਂ, ਐਂਡ ਬੱਚੇ ਤਾਂ ਬਹੁਤ ਜ਼ਿਆਦਾ ਇਹ ਚੀਜ਼ ਨੂੰ ਕਿੰਨਾ ਸੀਰੀਅਸਲੀ ਲੈਂਦੇ ਕਿ ਹੈ ਨਾ ਵੀ ਅਸੀਂ ਤਾਂ, ਮੈਂ ਤਾਂ ਜਿੱਤਣਾ ਇੱਥੋਂ। ਮੈਂ ਵੀ ਬਹੁਤ ਕੰਪੀਟੀਟਿਵ, ਮੈਂ ਤਾਂ ਪਾਣੀ ਦੇ ਥੱਲੇ ਕੋਸ਼ਿਸ਼ ਤਾਂ ਪੂਰੀ, ਬਟ ਲਾਈਕ ਮੈਂ ਅੱਜ ਸੋਚਦੀ ਹਾਂ ਕਿ ਬੜੀ ਡੈਡਲੀ ਚੀਜ਼ਾਂ। ਸਾਹ ਰੋਕੇ ਕਦੇ? ਹਾਂ ਸਾਹ ਹੀ ਰੋਕਣਾ ਪੈਂਦਾ ਸੀ, ਹੋਰ ਕੀ। ਅਸੀਂ ਵੀ ਖੇਡਦੇ ਹੁੰਦੇ ਸੀ, ਬਟ ਸਾਡੀ ਇਨੀ ਡੈਡਲੀ ਨਹੀਂ ਸੀ ਹੁੰਦੀ। ਜਿਵੇਂ ਨਾਰਮਲੀ ਅਸੀਂ ਸੰਡੇ ਨੂੰ ਜਾਂਦੇ ਹੁੰਦੇ ਸੀ, ਐਤਵਾਰ ਦੇ ਐਤਵਾਰ, ਕਿਉਂਕਿ ਬਾਕੀ ਦੇ ਦਿਨ ਜਿਵੇਂ ਸਕੂਲੋਂ ਆਉਣਾ ਸਵੇਰੇ ਫਿਰ ਘਰੇ ਹੀ ਨਹਾ ਨੂੰ ਕੇ ਚੱਲ ਜੀ ਸੀ। ਮਤਲਬ ਬਟ ਸਾਡਾ ਟੂਬਲ ਇਦਾਂ ਮਤਲਬ ਸੀ ਕਿ ਅਸੀਂ ਡੇਲੀ ਵੀ ਜਾ ਸਕਦੇ ਸੀ। ਜਿਵੇਂ ਆ ਸਾਡਾ ਘਰ ਹੈ ਇੱਥੋਂ 500 ਮੀਟਰ ਵੀ 200 ਮੀਟਰ ਟੂਬਲ, ਕਿਉਂਕਿ ਹਰ ਘਰ ਦੇ ਅੱਗੇ ਹੁੰਦਾ ਸੀ ਟੂਬਲ। ਤੇ ਅਸੀਂ ਖੇਡਦੇ ਹੁੰਦੇ ਸੀ, ਅਸੀਂ ਐਤਵਾਰ ਦੇ ਐਤਵਾਰ ਜਾਂਦੇ ਹੁੰਦੇ ਸੀ ਸਿਰ ਧੋਣ ਲਈ, ਮੋਸਟਲੀ ਅਸੀਂ ਉੱਥੇ ਜਾਂਦੇ ਸੀ। ਸੋ ਜਦੋਂ ਉਹ ਪਾਊਚ ਹੁੰਦੇ ਆ ਜਿਹੜੇ ਸ਼ੈਂਪੂ ਦੇ, ਉਹ ਸਾਰੇ ਇੱਕ ਇੱਕ ਲੈ ਕੇ ਆਉਂਦੇ ਸੀ, ਜਿਵੇਂ ਸਾਰੇ ਕਜ਼ਨ 10-15 ਜਣੇ ਹੋ ਗਏ, ਲੱਭਣੇ ਹੁੰਦੇ ਸੀ। ਹਾਂ ਉਸ ਤੋਂ ਬਾਅਦ ਉਹ ਜਿੱਥੋਂ ਪਾਣੀ ਆਉਂਦਾ ਨਾ ਮੋਟਰ ਦਾ, ਉਹਦੇ ਉੱਤੇ ਸੱਟ ਦੇਣਾ, ਉਹ ਸਾਰੇ ਵਿੱਚ ਗਵਾਚ ਜਾਣੇ, ਫਿਰ ਜਿੰਨੇ ਜ਼ਿਆਦਾ ਲੱਭ ਲਏ ਉਹ ਜਿੱਤ ਗਿਆ। ਉਹ ਕਈ ਵਾਰ ਤਾਂ ਇਦਾਂ ਹੁੰਦਾ ਸੀ, ਉਹ ਜਿਵੇਂ ਅੱਗੇ ਖਾਲੀ ਹੁੰਦੀ ਹੈ, ਉਹ ਨਿਕਲ ਕੇ ਕਿੱਥੋਂ ਕਿੱਥੇ ਪਹੁੰਚ ਗਿਆ, ਮਤਲਬ ਤੁਸੀਂ ਵੀ ਉਹੀ ਪ੍ਰੂਫ ਹਾਂ, ਮਗਰ ਅਸੀਂ ਭੱਜ ਕੇ ਕਈ ਵਾਰ ਤੇ ਮਤਲਬ ਜਿਹੜੇ ਕਿੱਲੇ ਨੂੰ ਪਾਣੀ ਲੱਗਿਆ ਸੀ ਉੱਥੇ ਵੀ ਪਹੁੰਚ ਜਾਂਦੇ ਹੁੰਦੇ ਸੀ। ਉਹ ਮਤਲਬ ਜਿਵੇਂ ਲਾਲੇਕਾ ਜਿਵੇਂ ਹੁਣ ਇੱਧਰ ਮੁੰਜੀ ਲੱਗੀ ਹੈ, ਉੱਥੋਂ ਤੱਕ ਜਿੱਥੋਂ ਤੱਕ ਜਾਂਦੇ, ਮਤਲਬ ਭੱਜ ਕੇ ਫਿਰ ਉੱਥੇ ਕਈ ਉਹੀ ਕਹਿ ਰਹੀ ਨਾ, ਬੱਚੇ ਬੜਾ ਜ਼ਿਆਦਾ ਉਹ ਚੀਜ਼ ਨੂੰ ਸੀਰੀਅਸਲੀ ਲੈਂਦੇ ਸੀ, ਐਕਸਾਈਟਡ ਬਹੁਤ ਹੁੰਦੇ ਸੀ। ਨਹੀਂ ਉਦਾਂ ਤਾਂ ਪੂਰੀ ਮਤਲਬ ਅਲੱਗ ਤਰੀਕੇ ਮੈਨੂੰ ਲੱਗਦਾ ਬੜੇ ਸੋਹਣੇ ਦਿਨ ਸੀ। ਹਾਂ ਲਾਈਕ ਕਿੰਨੀ ਯੂ نو ਸਿੰਪਲਿਸਿਟੀ ਸੀਗੀ। ਅੱਜ ਆਪਾਂ ਮਤਲਬ ਅੱਜ ਅਸੀਂ ਵੀ ਹੈ ਨਾ, ਤੇ ਬੱਚੇ ਵੀ ਤੁਸੀਂ ਦੇਖੋਗੇ ਕਿ ਮੇਰੀ ਫੈਮਿਲੀ 'ਚ ਮੈਂ ਕਹਿੰਦੀ ਹਾਂ ਪੈਦਾ ਹੁੰਦੇ ਨਹੀਂ ਤੇ ਆਈਪੈਡ ਚਾਹੀਦੇ, ਉਹ ਬਾਹਰਲੀ ਦੁਨੀਆ ਹੀ ਨਹੀਂ ਦੇਖਦੇ ਹੈ ਨਾ। ਅਸੀਂ ਵੀ ਜਦੋਂ ਅਸੀਂ ਸ਼ਹਿਰਾਂ 'ਚ ਵੀ ਹੁੰਦੇ ਸੀ ਨਾ, ਮੈਨੂੰ ਆ ਵੀ ਗੱਲ ਯਾਦ ਹੈ ਕਿ ਮੈਂ ਸ਼ਹਿਰ 'ਚ ਰਹਿ ਕੇ ਵੀ ਮਿੱਟੀ ਨਾਲ ਵੀ ਖੇਲੀ ਹਾਂ, ਮੈਂ ਹਰ ਟਾਈਮ ਬਾਹਰ ਰਹੀ ਹਾਂ, ਠੀਕ ਹੈ। ਮਤਲਬ ਮੰਮਾ ਕਹਿੰਦੇ ਹੁੰਦੇ ਸੀ ਵੀ, ਮੇਰੇ ਮੰਮਾ ਬੜੇ ਥੋੜੇ ਜਿਹੇ ਪੋਸੈਸਿਵ ਸੀਗੇ ਵੀ ਸਿੰਗਲ ਪੇਰੈਂਟ ਸੀ ਨਾ, ਤਾਂ ਵੀ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ, ਇਹ ਨਹੀਂ ਕਰਨਾ। ਬਟ ਅਸੀਂ ਪੂਰੇ ਮੇਰਾ ਭਰਾ ਤੇ ਮੈਂ ਮਿਲ ਕੇ ਲਾਈਕ ਅਸੀਂ ਪੂਰੇ ਬਾਹਰ ਜਾਣਾ, ਖੇਲਣਾ, ਕੁਛ ਨਹੀਂ ਪਤਾ ਕਿਹਦੇ ਨਾਲ ਖੇਲ ਰਹੇ ਹਾਂ, ਕਿਸੇ ਨਾਲ ਵੀ। ਉਹ ਚੀਜ਼ਾਂ ਲਾਈਕ ਬਹੁਤ ਕੀਤੀਆਂ, ਆਊਟਡੋਰਸ ਰਹਿੰਦੇ ਹੁੰਦੇ ਸੀਗੇ। ਬਾਹਰ ਹੀ ਸਾਡੀਆਂ ਸਾਰੀਆਂ ਗੇਮਾਂ ਹੀ ਬਾਹਰ ਹੁੰਦੀਆਂ ਸੀ, ਸਾਰਾ ਕੁਝ ਬਾਹਰ ਹੁੰਦਾ ਸੀਗਾ। ਫੋਨ ਦਾ ਤਾਂ ਕੁਝ ਪਤਾ ਹੀ ਨਹੀਂ ਸੀ ਕਿ ਫੋਨ 'ਚ ਵੀ ਕੁਝ ਹੈਗਾ, ਬਾਂਦਰ ਕਿੱਲਾ, ਕਿੰਨਾ ਕੁਝ ਹੁੰਦਾ ਸੀ, ਪਿੱਠੂ ਗ੍ਰਾਮ ਹੈ ਨਾ, ਉਹਦੇ 'ਚ ਕਿੰਨਾ ਜੁੱਤੀਆਂ ਪੈਂਦੀਆਂ ਹੁੰਦੀਆਂ ਸੀ। ਆ ਸਾਰੀਆਂ ਗੇਮਾਂ ਲਾਈਕ ਅੱਜ ਕੱਲ ਮੈਂ ਓਨੈਸਟਲੀ ਦੱਸ ਰਹੀ ਹਾਂ, ਮੈਂ ਬੱਚਿਆਂ ਨੂੰ ਆਹ ਜਿਹੜੇ ਖੇਡ ਲੋਹਾ ਲੱਕੜ ਖੇਡਿਆ ਤੁਸੀਂ? ਲੋਹਾ ਲੱਕੜ ਉਹ ਮੈਨੂੰ ਥੋੜਾ ਜਿਹਾ ਦੱਸ ਕੇ ਦੱਸ। ਲੋਹਾ ਲੱਕੜ ਏਦਾਂ ਹੁੰਦਾ ਹੈ ਕਿ ਜਿੱਦਾਂ ਇੱਕ ਨੇ ਬੋਲਤਾ ਲੋਹਾ,
ਹਾਂ ਤੇ ਮਤਲਬ ਹੁਣ ਜਿਵੇਂ ਉਹਨੂੰ ਹਾਂ ਹੁਣ ਜਿਵੇਂ ਆਪਾਂ ਇੱਥੇ ਲੋਹੇ ਤੇ ਖੜੇ ਆ ਤੇ ਹੁਣ ਉਹਨੇ ਬੋਲਤਾ ਲੱਕੜ ਹਾਂ। ਤੇ ਹੁਣ ਅਸੀਂ ਕੋਈ ਲੱਕੜ ਲੱਭਣੀ ਹੈ ਤੇ ਲੱਕੜ ਨੂੰ ਜਾ ਕੇ ਹੱਥ ਲਾਣਾ। ਸੋ ਸਾਰੇ ਭੱਜ ਕੇ ਜਾਣਗੇ ਤੇ ਜਿਹੜਾ ਮਤਲਬ ਜਿਹਦੀ ਵਾਰੀ ਹੋਏਗੀ ਉਹਨੇ ਬੋਲਣਾ ਤੇ ਜੇ ਉਹਨੇ ਮਤਲਬ ਲੱਕੜ ਨੂੰ ਹੱਥ ਨਾਲ ਲਾਇਆ ਤੇ ਉਹਨੇ ਉਹਨੂੰ ਹੱਥ ਲਾਤਾ ਫਿਰ ਆਊਟ। ਉਹ ਇਦਾਂ ਦੀ ਹੋਰ ਵੀ ਇਦਾਂ ਦੀ ਹੋਰ ਹੁੰਦੀ ਸੀਗੀ ਉਹ ਕਲਰ ਜਿਹੜਾ ਰੰਗ ਹੁੰਦਾ ਨਾ ਇੱਕ ਜਿਹੜਾ ਚਲੋ ਜੀ ਅਸੀਂ ਤੁਹਾਡੇ ਲਈ ਫਰੂਟਸ ਮੈਂ ਕਿਹਾ ਸਵੇਰੇ ਸਵੇਰੇ ਹੁਣ ਅਸੀਂ ਕਾਲਜਾਂ ਦਾ ਕੀ ਸਾੜਨਾ ਚਾਹ ਪੀ ਕੇ ਸਹੀ ਗੱਲ ਹੈ ਫਰੂਟ ਲੈ ਕੇ ਆਉਂਦੇ ਆ। ਵਧੀਆ ਗੱਲ ਹੈ। ਤੇ ਚਮਚ ਇੱਕ ਹੋਰ ਲੈ ਆਉਂਦੇ ਤੁਸੀਂ, ਇੱਕ ਚਮਚ ਹੋਰ ਹੋਏਗਾ ਕੋਈ ਨਾ ਆਪਾਂ ਤਾਂ ਏਦਾਂ ਹੀ ਚੱਕ ਲੈਣਾ। ਅੰਬ ਉਦੋਂ ਤੁਸੀਂ ਕਿਵੇਂ ਖਾਂਦੇ ਹੁੰਦੇ ਹੋ? ਆ ਤਾਂ ਦੂਜਾ ਹੈ ਨਾ ਅਸੀਂ ਤਾਂ ਉਹ ਜਿੱਦਾਂ ਚੁੱਪਣ ਵਾਲੇ ਅੰਬ ਹੁੰਦੇ ਆ। ਆ ਵੀ ਵਧੀਆ ਥੋੜਾ ਸ਼ੇਕ ਸ਼ੁਕ ਲਈ ਵਧੀਆ। ਨਹੀਂ ਬਟ ਇਹ ਉਹ ਵਾਲਾ ਦੁਸ਼ਹਿਰੀ ਤਾਂ ਨਹੀਂ ਹੈ ਜਿਹੜਾ ਵੱਡਾ ਜਿਹਾ ਹੁੰਦਾ? ਨਹੀਂ ਉਹ ਨਹੀਂ ਹੈਗਾ। ਇਹ ਜਿਹੜੀਆਂ ਕੱਚੀਆਂ ਅੰਬੀਆਂ ਹੁੰਦੀਆਂ ਨਾ ਕਿਉਂਕਿ ਹੁਣ ਮੌਸਮ ਜਦੋਂ ਜਾਣ ਵਾਲਾ ਹੁੰਦਾ ਅੰਬਾਂ ਦਾ ਉਦੋਂ ਅੰਬ ਉਹ ਹੋ ਜਾਂਦੇ ਆ। ਕੱਚੀ ਅੰਬੀ ਹੈ ਬਟ ਉਹ ਪੱਕ ਗਈ ਹੈ। ਮੈਨੂੰ ਇਹ ਸਭ ਤੋਂ ਵਧੀਆ ਲੱਗਦੀ ਹੈ। ਮੈਨੂੰ ਵੀ ਖੱਟਾ ਮਿੱਠਾ ਜਿਹਾ ਹਾਂ ਇਹਦਾ ਖੱਟਾ ਮਿੱਠਾ ਜਿਹਾ ਟੇਸਟ ਹੁੰਦਾ। ਹਾਂ ਤੇ ਕੀ ਆਪਾਂ ਗੱਲ ਕਰ ਰਹੇ ਸੀ ਖੇਡਾਂ ਦਾ। ਸੋ ਹੋਰ ਕਿਹੜੀਆਂ ਤੁਸੀਂ ਖੇਡਾਂ ਖੇਡਦੇ ਸੀ? ਇੱਕ ਇਦਾਂ ਦੀ ਮੈਂ ਤੁਹਾਨੂੰ ਦੱਸ ਰਹੀ ਸੀ ਖੇਡ ਹੁੰਦੀ ਸੀ ਕਿ ਜਿਵੇਂ ਨਾ ਇੱਕ ਰੰਗ ਕੋਈ ਬੋਲਦਾ ਕਿ ਹਰਾ ਤਾਂ ਸਾਰਿਆਂ ਨੇ ਜਾ ਕੇ ਹਰੇ ਨੂੰ ਟੱਚ ਕਰਨਾ ਹੈ। ਜੇ ਨਹੀਂ ਕੀਤਾ ਤੇ ਉਹ ਬੰਦੇ ਨੇ ਉਹਨੂੰ ਟੱਚ ਕਰ ਲਿਆ ਤੇ ਉਹ ਆਊਟ ਹੋ ਗਿਆ। ਜਿੱਦਾਂ ਉਹੀ ਸੇਮ ਲੋਹਾ ਲੱਕੜ ਹੋ ਗਿਆ ਵੀ ਤੁਸੀਂ ਲੋਹਾ ਯਾਦ ਕਰਨਾ ਹੈ ਤੇ ਉਹਨੂੰ ਰੰਗਾਲਾ ਕਰਦਾ। ਠੀਕ ਹੈ ਰੰਗਾਲਾ ਹੁੰਦਾ ਸੀ। ਤੇ ਇੱਕ ਨਾ ਸਾਡੀ ਇਦਾਂ ਵੀ ਹੁੰਦੀ ਸੀ ਮਤਲਬ ਮੈਨੂੰ ਨਹੀਂ ਲੱਗਦਾ ਇਹ ਗੇਮ ਕਿਤੇ ਕੋਈ ਹੋਰ ਖੇਡਦਾ ਹੋਏਗਾ ਵੀ ਜਿਵੇਂ ਅਸੀਂ ਇੱਥੇ ਖੜੇ ਆ ਜਿਵੇਂ ਕਿਸੇ ਮਾਰਕੀਟ 'ਚ ਖੜੇ ਆ ਕਿਤੇ ਵੀ ਖੜੇ ਆ ਮਤਲਬ ਇੱਕ ਵਰਡ ਬੋਲ ਦਿੱਤਾ ਕਿ ਮਤਲਬ ਉਹਨੇ ਜਿਵੇਂ ਹੁਣ ਇੱਥੇ ਆਪਾਂ ਖੜੇ ਨਾ ਟਰੈਕਟਰ ਤੇ ਲਿਖਿਆ ਮੈਸੀ ਤੇ ਉਹਨੇ ਬੋਲਤਾ ਮੈਸੀ ਤੁਸੀਂ ਲੱਭਣਾ ਹੈ ਵੀ ਮੈਸੀ ਕਿੱਥੇ ਆ। ਤਾਂ ਮੈਂ ਤਾਂ ਖੇਲਦੀ ਆ ਮੈਨੂੰ ਮਤਲਬ ਲੱਗਦਾ ਸ਼ਾਇਦ ਅਸੀਂ ਵੀ ਖੇਡਦੇ ਸੀ। ਮੇਰੇ ਨਾਲ ਤਾਂ ਗੱਡੀ 'ਚ ਬੈਠਿਆ ਹੁੰਦਾ ਨਾ ਕੋਈ ਤਾਂ ਮੈਂ ਆਹ ਗੇਮ ਉਹ ਮੈਨੂੰ ਕਹਿੰਦੇ ਤੂੰ ਗੱਡੀ ਚਲਾ ਲੈ ਇੱਧਰ ਉੱਧਰ ਲੱਭਣ ਲੱਗ ਗਈ ਹੈ। ਪਰ ਇਹ ਗੇਮ ਉਹਨਾਂ ਥਾਵਾਂ ਤੇ ਕਾਮਯਾਬ ਹੈ ਜਿਵੇਂ ਲਾਈਕ ਤੁਸੀਂ ਬਾਜ਼ਾਰ 'ਚ ਖੜੇ ਹੋ ਜਾਂ ਜਿੱਥੇ ਬਹੁਤ ਤੁਹਾਨੂੰ ਦਿਖ ਰਿਹਾ ਲਿਖਿਆ ਹੋਇਆ ਤਾਂ ਮੈਂ ਅੱਜ ਤੱਕ ਖੇਲਦੀ ਆ ਤਾਂ ਮੈਂ। ਸੋ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹ ਕਿਵੇਂ ਲੰਘਦੀਆਂ ਹੁੰਦੀਆਂ ਸੀ? ਉਹੀ ਛੋਟੇ ਹੁੰਦੇ ਤਾਂ ਜਾਂ ਤਾਂ ਆਪਣੇ ਦਾਦਕੇ ਚਲੇ ਜਾਂਦੇ ਹੁੰਦੇ ਸੀਗੇ ਮਤਲਬ ਉੱਥੇ ਹੀ ਜਾਂ ਫਿਰ ਆਪਣੇ ਨੇੜੇ ਪਿੰਡ ਚਲੇ ਜਾਂਦੇ ਸੀਗੇ ਤੇ ਜਾਂ ਨਾਨਕੇ ਚਲੇ ਜਾਂਦੇ ਸੀਗੇ। ਇਦਾਂ ਕੁਝ ਨਹੀਂ ਸੀਗਾ ਕਿ ਕਿਤੇ ਘੁੰਮਣ ਜਾਣਾ ਹੈ ਵੀ ਪਹਾੜਾਂ 'ਚ ਚਲੇ ਗਏ ਜਾਂ ਕਿਤੇ ਜਿੱਦਾਂ ਹੁੰਦਾ ਸੀ ਅੱਜ ਕੱਲ੍ਹ ਹੁੰਦਾ ਨਾ ਕਿ ਛੁੱਟੀਆਂ ਹੋ ਗਈਆਂ ਤਾਂ ਬੱਚਿਆਂ ਨੂੰ ਆਪਾਂ ਕਿਤੇ ਕਿਤੇ ਲੈ ਕੇ ਜਾਂਦੇ ਆ। ਪਹਿਲਾਂ ਤਾਂ ਆਹੀ ਹੁੰਦਾ ਸੀਗਾ ਨਾਨਕੇ ਚਲ ਗਏ ਦਾਦਕੇ ਚਲ ਗਏ ਬਸ ਜਿੱਥੇ ਜਾਣ ਪਛਾਣ ਹੁੰਦੀ ਹੈ। ਅੱਜ ਕੱਲ੍ਹ ਤੇ ਬੱਚਿਆਂ ਦੀਆਂ ਹੌਲੀਡੇਜ਼ ਵੀ ਹੋਰ ਕੀ ਮੈਂ ਆਹ ਦੇਖਿਆ ਜਿੱਦਾਂ ਮੇਰੇ ਛੋਟੇ ਭੈਣ ਮੈਂ ਸਭ ਤੋਂ ਵੱਡੀ ਆ ਜਿੱਦਾਂ ਮੇਰੇ ਮਾਸੀ ਮਾਮੇ ਹੈ ਨਾ ਸਾਰਿਆਂ ਦੇ ਹਾਲੇ ਛੋਟੇ ਨੇ। ਉਹਨਾਂ ਦਾ ਤਾਂ ਆ ਵੀ ਹੁੰਦਾ ਸਕੂਲ ਵਾਲਿਆਂ ਨੇ ਕਿ ਜਿੱਥੇ ਤੁਸੀਂ ਗਏ ਉਹਦੀ ਫੋਟੋ ਖਿੱਚ ਕੇ ਲੈ ਕੇ ਆਣੀ ਹੈ ਤੇ ਤੁਸੀਂ ਲਾਣੀ ਹੈ। ਮੈਂ ਕਿਹਾ ਕਿੰਨਾ ਪ੍ਰੈਸ਼ਰ ਹੈ ਬੱਚਿਆਂ ਤੇ ਕਿ ਅਸੀਂ ਛੁੱਟੀਆਂ ਦਾ ਕੰਮ ਕਿ ਵੀ ਹੁਣ ਜਾਣਾ ਵੀ ਵਧੀਆ ਜਗ੍ਹਾ ਪੈਣਾ ਕਿ ਹੈ ਨਾ ਕਿਤੇ ਇਦਾਂ ਲੱਗੇ ਤੇ ਉਹ ਵਿਚਾਰੇ ਪੇਰੈਂਟਸ ਤੇ ਵੀ ਪ੍ਰੈਸ਼ਰ ਕਹਿਣਗੇ ਚਲੋ ਇੱਥੇ ਚਲਿਓ ਕਹਿੰਦੇ ਹਰ ਛੁੱਟੀਆਂ ਤੁਸੀਂ ਇੱਥੇ ਲੈ ਕੇ ਜਾਂਦੇ ਹੋ ਕਿੰਨੀ ਵਾਰੀ ਉਹੀ ਸੇਮ ਫੋਟੋ ਲਾਈਏ। ਤੇ ਮੈਂ ਕਿਹਾ ਕਿੰਨਾ ਸਕੂਲ ਵਾਲਿਆਂ ਦਾ ਵੀ ਚੇਂਜ ਹੋ ਗਿਆ ਬੱਚਿਆਂ ਲਈ ਵੀ ਕਿੰਨਾ ਪ੍ਰੈਸ਼ਰ ਹੈ ਆ ਚੀਜ਼ ਦਾ ਕਿ ਵਧੀਆ ਜਗ੍ਹਾ ਜਾਣਾ ਕਿਤੇ। ਸੋ ਤੁਹਾਨੂੰ ਕਿਵੇਂ ਦਾ ਕੰਮ ਮਿਲਦਾ ਹੁੰਦਾ ਸੀ ਛੁੱਟੀਆਂ ਦਾ? ਬਹੁਤ ਹੀ ਜ਼ਿਆਦਾ ਮਿਲਦਾ ਹੁੰਦਾ ਸੀ। ਮੈਂ ਨਾ ਸ਼ੁਕਰ ਮਨਾਨੀ ਆ ਕਿ ਮੇਰਾ ਸਕੂਲ ਵਾਲਾ ਟਾਈਮ ਟੱਪ ਗਿਆ। ਨਹੀਂ ਉਹਦਾ ਲਿਖਣ ਵਾਲਾ ਕੰਮ ਹੁੰਦਾ ਸੀ ਬਹੁਤ ਲਿਖਣ ਵਾਲਾ ਕੰਮ ਉਹ ਇੰਨੇ ਵੱਡੇ ਵੱਡੇ ਜੇ ਚਾਰਟ ਬਣਾਣੇ ਪਤਾ ਨਹੀਂ ਕੀ ਬਣਾਉਣਾ ਪ੍ਰੋਜੈਕਟ ਬਣਾਉਣਾ। ਛੁੱਟੀਆਂ ਘੱਟ ਹੁੰਦੀਆਂ ਸੀਗੀਆਂ ਕੰਮ ਪਹਿਲਾਂ ਹੀ ਇੰਨਾ 4-4 ਪੇਜਾਂ ਦਾ ਫੜਾ ਦਿੰਦੇ ਸੀ। ਨਹੀਂ ਤੇ ਤੁਸੀਂ ਉਹ ਜਿਹੜੇ ਚਾਰਟ ਚੂਟ ਆਪ ਬਣਾ ਲੈਂਦੇ ਸੀ ਜਾਂ ਕਿਸੇ ਤੋਂ ਬਣਵਾਉਂਦੇ ਸੀ? ਉਹ 'ਚ ਮੈਂ ਬਹੁਤ ਵਧੀਆ ਮੇਰੇ ਤੋਂ ਸਾਰੇ ਮੇਰਾ ਭਰਾ ਉਹਦਾ ਵੀ ਮੈਂ ਹੀ ਬਣਾਉਂਦੀ ਸੀ ਤੇ ਮੈਂ ਆਪਦਾ ਵੀ ਬਿਕਾਜ਼ ਵਧੀਆ ਸੀਗਾ ਚਲੋ ਹੈਂਡ ਰਾਈਟਿੰਗ ਵਧੀਆ ਹੁੰਦੀ ਸੀ ਕੁੜੀਆਂ ਦਾ ਹੁੰਦਾ ਨਾ ਤੇ ਉੱਦਾਂ ਡਰਾਇੰਗ ਵਗੈਰਾ ਵੀ ਵਧੀਆ ਹੁੰਦੀ ਸੀ ਤੇ ਬਸ ਆਪਣਾ ਵੀ ਕਰਨਾ ਤੇ ਉਹਦਾ ਵੀ ਕਰਨਾ। ਅਸੀਂ ਵੀ ਆਪਣੀਆਂ ਭੈਣਾਂ ਤੋਂ ਹੀ ਬਣਵਾਉਂਦੇ ਸੀ। ਪਤਾ ਸੀ ਮੈਨੂੰ ਇਦਾਂ ਹੀ ਹੁੰਦਾ। ਉਹਨਾਂ ਦੀ ਡਿਮਾਂਡ ਵੱਧ ਜਾਂਦੀ ਸੀ ਉਹਨਾਂ ਦਿਨਾਂ 'ਚ। ਬਸ ਮੈਂ ਤਾਂ ਸੋਚਦੀ ਅੱਧੇ ਟਾਈਮ ਤੇ ਆਂਦਾ ਤਾਂ ਮੈਂ ਛੱਡਦੀ ਨਾ ਬਿਨਾ ਪੈਸੇ ਲਿੱਤੇ। ਹਾਂ ਹੁਣ ਤਾਂ ਉਦਾਂ ਵੀ ਪੈਸੇ ਦੇ ਕੇ ਹੌਲੀਡੇ ਹੋਮਵਰਕ ਹੁੰਦਾ ਉਦੋਂ ਤਾਂ ਪਹਿਲਾਂ ਤਾਂ ਕਿੱਥੇ ਹੀ ਹੁੰਦਾ। ਹੁਣ ਤਾਂ ਪ੍ਰੋਪਰ ਦੁਕਾਨਾਂ ਖੁੱਲੀਆਂ ਹੋਈਆਂ ਕਿ ਛੁੱਟੀਆਂ ਦਾ ਕੰਮ ਪ੍ਰੋਜੈਕਟ ਬਣਾਉਣਾ ਕਰਨਾ ਸਾਰਾ ਕਰਦੇ ਆ। ਮੈਨੂੰ ਉਦਾਂ ਇੰਦਾ ਹੁੰਦਾ ਸੀ ਕਿ ਲਿਖਣ ਵਾਲਾ ਕੰਮ ਜਿੰਨਾ ਮਰਜ਼ੀ ਮਿਲ ਜੇ ਬਸ ਯਾਦ ਕਰਨ ਵਾਲਾ ਨਹੀਂ ਮਿਲਣਾ ਚਾਹੀਦਾ। ਹਾਂ ਉਹ ਤਾਂ ਹੈ ਯਾਦ ਕਰਨ ਵਾਲਾ ਪਰ ਯਾਦ ਕਰਨ ਵਾਲਾ ਨਾ ਉਹ ਕਦੇ ਸੁਣਦੇ ਨਹੀਂ ਸੁਣਦੇ ਜਾ ਕੇ ਉਹ ਸਿਰਫ ਉਦਾਂ ਹੀ ਦਿੰਦੇ ਬਸ ਉਦਾਂ ਹੀ ਹਾਂ ਕਿ ਬਸ ਰਿਵੀਜ਼ਨ ਟਾਈਪ ਹੋ ਗਿਆ ਉਹੀ ਚੀਜ਼ ਹੁੰਦੀ ਸੀ। ਪਰ ਮੈਨੂੰ ਤਾਂ ਬੜਾ ਹੁੰਦਾ ਮੈਂ ਕਿਹਾ ਸ਼ੁਕਰ ਹੈ ਮੈਂ ਨਾ ਅੱਜ ਸਕੂਲ 'ਚ ਹੁਣੇ ਵੀ ਆਂਦੇ ਬੱਚਿਆਂ ਨੂੰ ਦੇਖ ਰਹੀ ਸੀ ਮੈਂ ਹਮੇਸ਼ਾ ਮੈਂ ਕਿਹਾ ਯਾਰ ਸ਼ੁਕਰ ਹੈ ਮੇਰਾ ਨਾ ਟਾਈਮ ਟੱਪ ਗਿਆ ਕਿਤੇ ਮੈਂ ਸੋਚ ਨਹੀਂ ਸਕਦੀ ਕਿ ਮੈਂ ਕਿਹਾ ਮੈਂ 6 ਵਜੇ ਉੱਠਦੀ ਸੀ ਹੁਣ ਤਾਂ ਆਬਵੀਅਸ ਚਲੋ ਕੰਮ ਕਰਕੇ ਵੀ ਲੇਟ ਉੱਠਿਆ ਜਾਂਦਾ ਹੈ
ਮੈਂ ਸੋਚਦੀ ਮੈਂ ਕਿ ਮੇਰੇ 'ਚ ਅੱਜ ਨਹੀਂ ਇੰਨੀ ਪੇਸ਼ੈਂਸ ਕਿ ਬਈ ਮੈਂ ਇੰਨਾ ਪੜ੍ਹਾਂ ਯਾਦ ਕਰਾਂ ਪੇਪਰ ਤੁਸੀਂ ਦੇਵਾਂ ਬਹੁਤ ਹੁਸ਼ਿਆਰ ਸੀ ਪੜ੍ਹਾਈ ਲਿਖਾਈ 'ਚ? ਮੈਂ ਠੀਕ ਵਧੀਆ ਸੀਗੀ ਮੈਂ, ਤੇ ਮਤਲਬ ਨੰਬਰ ਵਧੀਆ ਆ ਜਾਂਦੇ ਸੀ ਮੇਰੇ, ਮਤਲਬ ਟਾਈਮ ਸਿਰ ਹੀ ਪੜ੍ਹਦੇ ਬਟ ਸੀ? ਮਨ ਨਹੀਂ ਕਰਦਾ ਸੀ ਉਹ ਜ਼ਬਰਦਸਤੀ ਪੜ੍ਹਨ ਦਾ, ਉਹ ਸੀਗਾ ਮੇਰਾ ਸ਼ੌਂਕ ਹੀ ਨਹੀਂ ਸੀਗਾ ਕਦੇ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਬਹੁਤ ਇੰਜੋਏ ਕਰਦਾ ਸੀ ਪੜ੍ਹਾਈ। ਹਾਂ ਮੇਰਾ ਇੱਕ ਹੀ ਸਬਜੈਕਟ ਫੇਵਰੇਟ ਸੀਗਾ, ਉਹ ਸੀਗਾ ਮੈਨੂੰ ਬਾਇਓਲੋਜੀ। ਜਿੱਦਾਂ ਮੈਂ ਦੱਸਿਆ ਵੀ ਹੈ ਕਿ ਮੈਨੂੰ ਜੇ ਮੈਂ ਬਣਨਾ ਹੁੰਦਾ, ਇਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਗਾਇਨੋਕੋਲੋਜਿਸਟ ਬਣਨ ਦਾ ਮੇਰਾ ਬੜਾ ਸੀਗਾ ਕਿ ਆਈ ਵਾਂਟਡ ਟੂ ਬੀ ਦੈਟ, ਬਟ ਹੁਣ ਬਾਇਓਲੋਜੀ ਤਾਂ ਇਕੱਲੀ ਹੈ ਨਹੀਂ, ਉਹਦੇ ਨਾਲ ਹੋਰ ਵੀ ਸਬਜੈਕਟਸ ਆਉਂਦੇ, ਉਹ 'ਚ ਇੰਟਰਸਟ ਨਹੀਂ ਸੀਗਾ, ਸਿਰਫ ਬਾਇਓਲੋਜੀ ਪੜ੍ਹਨ ਦਾ ਸ਼ੌਂਕ ਸੀਗਾ। ਤੇ ਓਬਵੀਅਸਲੀ ਹੁਣ ਪੜ੍ਹਾਈ ਲਿਖਾਈ 'ਚ ਠੀਕ ਸੀਗੀ ਬਟ ਇੰਟਰਸਟ ਨਹੀਂ ਸੀਗਾ, ਤਾਂ ਕਰਕੇ ਉਹ ਚੀਜ਼ ਨੂੰ ਕਦੇ ਪਰਸੂ ਵੀ ਨਹੀਂ ਕੀਤਾ। ਪਰ ਕਿੱਧਰ ਤੁਸੀਂ ਇੱਧਰ ਐਂਟਰਟੇਨਮੈਂਟ ਇੰਡਸਟਰੀ 'ਚ ਆਏ ਤੇ ਕਿੱਥੇ ਗਾਇਨੈਕ ਬਣਨ ਦਾ, ਮਤਲਬ ਬਿਲਕੁਲ ਹੀ ਦੂਜੀ ਦੁਨੀਆ। ਆਈ ਥਿੰਕ ਜਿਨ੍ਹਾਂ ਨੂੰ ਨਹੀਂ ਪਤਾ ਗਾਇਨੈਕ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਹੁੰਦੀ ਹੈ। ਹਾਂ ਮੇਰੇ ਘਰ 'ਚ ਨਾ ਬਹੁਤ ਜ਼ਿਆਦਾ ਤੁਸੀਂ ਕਹੋ ਕਿ ਫੀਮੇਲਸ ਨੇ, ਐਂਡ ਆਈ ਹੈਵ ਬੀਨ ਅਰਾਊਂਡ ਬਹੁਤ ਜ਼ਿਆਦਾ ਪ੍ਰੈਗਨੈਂਟ ਲੇਡੀਜ਼ ਦੇ ਅਰਾਊਂਡ ਮੈਂ ਰਹੀ ਹਾਂ। ਆਈ ਹੈਵ ਸੀਨ ਦੈਮ ਬਿਕਾਜ਼ ਮੈਂ ਕਿਹਾ ਨਾ ਸਭ ਤੋਂ ਵੱਡੇ ਹਾਂ ਮੈਂ ਤੇ ਮੇਰਾ ਭਰਾ, ਤੇ ਅਸੀਂ ਆਪਣੀ ਸਾਰੀ ਮਾਸੀਆਂ ਨੂੰ ਲਾਈਕ ਯੂ ਨੋ ਘਰ ਦੀ ਕਈ ਲੇਡੀਜ਼ ਆਈ ਹੈਵ ਸੀਨ ਦੈਮ ਪ੍ਰੈਗਨੈਂਟ, ਆਈ ਹੈਵ ਸੀਨ ਦਾ ਹੋਲ ਸਾਰਾ ਪ੍ਰੋਸੈਸ ਦੇਖਿਆ। ਤੇ ਮੈਨੂੰ ਨਾ ਬੜਾ ਇੰਟਰਸਟ ਲਾਈਕ ਮੇਰਾ ਜਾਗਿਆ ਕਿ ਯੂ ਨੋ ਲਾਈਕ ਆਈ ਵਾਂਟਡ ਟੂ ਸਟੱਡੀ ਇਟ ਕਿ ਕੀ ਚੀਜ਼ ਹੈ। ਐਂਡ ਦੈਨ ਮੈਂ ਕੀਤੀ ਵੀ, ਮੈਂ ਛੋਟੇ ਹੁੰਦੇ ਤੋਂ ਨਾ ਮੈਂ ਪੜ੍ਹਦੀ ਹੁੰਦੀ ਸੀਗੀ, ਸਪੈਸ਼ਲੀ ਦਿਸ ਹੋਲ ਯੂ ਨੋ ਦ ਪ੍ਰੈਗਨੈਂਸੀ ਫੇਜ਼, ਦ ਫੀਮੇਲ ਰਿਪਰੋਡਕਟਿਵ ਹੈਲਥ, ਆ ਸਾਰੀਆਂ ਚੀਜ਼ਾਂ। ਤੇ ਮੈਂ ਆ ਸੋਚਿਆ ਵੀ ਸੀਗਾ ਕਿ ਯੂ ਨੋ ਕਿ ਮੈਂ ਯੂ ਨੋ ਇਹਨੂੰ ਹੀ ਅੱਗੇ ਪਰਸੂ ਕਰੂੰਗੀ, ਬਟ ਦੈਨ ਅਗੇਨ ਇੱਕ ਡਾਕਟਰ ਬਣਨਾ ਨਾ ਬਹੁਤ ਔਖਾ ਹੈ, ਬਹੁਤ ਸਾਰੀਆਂ ਸਿਰਫ ਬਾਇਓਲੋਜੀ ਨਹੀਂ ਚਾਹੀਦੀ, ਉਹਦੇ ਲਈ ਹੋਰ ਚੀਜ਼ਾਂ, ਬਹੁਤ ਸਾਰੀ ਰਿਸਰਚ, ਆਹ ਸਭ ਕੁਛ ਚਾਹੀਦਾ। ਅਤੇ ਜਿੱਦਾਂ ਮੈਂ ਕਿਹਾ ਕਿ ਮੇਰੇ 'ਚ ਇੰਨੀ ਪੇਸ਼ੈਂਸ ਨਹੀਂ ਸੀਗੀ ਕਿ ਮੈਂ ਇੰਨਾ ਟਾਈਮ ਦੇਵਾਂ, ਅਤੇ ਨਾਲ ਦੀ ਨਾਲ ਬਸ ਆਹ ਚੀਜ਼ ਜਿਹੜੀ ਕਹਿੰਦੇ ਨਾ ਕਿ ਐਕਸਪੈਕਟ ਨਹੀਂ ਕੀਤੀ ਹੁੰਦੀ ਉਹ ਚੀਜ਼ ਚੱਲ ਜਾਂਦੀ ਹੈ। ਅਤੇ ਮੇਰਾ ਆਹ ਸ਼ੌਂਕ ਸੀਗਾ, ਮੈਨੂੰ ਕਦੇ ਸੀਰੀਅਸ ਨਹੀਂ ਲਿੱਤਾ, ਬਟ ਉਹ ਨਾਲ ਨਾਲ ਚੱਲ ਰਿਹਾ ਸੀਗਾ। ਤੇ ਜਦੋਂ ਮੈਂ ਕਾਲਜ 'ਚ ਆਈ ਸੀਗੀ ਫਿਰ ਯੂ ਨੋ ਵੱਧਦਾ ਗਿਆ। ਮੈਂ ਸੋ ਉਹ ਕਿਵੇਂ ਪਹਿਲੇ ਗਾਣੇ ਦਾ ਕਿਵੇਂ ਸਬੱਬ ਬਣਿਆ? ਤੇ ਉਹ ਤੁਸੀਂ ਆਹ ਲਾ ਲਓ ਕਿ ਹੁਣ ਜਿਵੇਂ ਸ਼ੌਂਕ ਸੀਗਾ ਤਾਂ ਸੋਸ਼ਲ ਮੀਡੀਆ ਜਿਹੜਾ ਮੇਰਾ ਸੀਗਾ ਉਹ 'ਚ ਮੈਂ ਮਤਲਬ ਇਕੱਲੀ ਇੱਦਾਂ ਨਹੀਂ ਕਿ ਬਸ ਫੋਟੋ ਪਾਤੀ ਦੋਸਤਾਂ ਨਾਲ, ਸੋਸ਼ਲ ਮੀਡੀਆ 'ਚ ਮੈਂ ਆਹੀ ਚੀਜ਼ਾਂ ਪਾਉਂਦੀ ਸੀਗੀ। ਆਪਣਾ ਸ਼ੌਂਕ ਉੱਥੇ ਮੈਂ ਪੂਰਾ ਲਾਈਕ ਯੂ ਨੋ ਪੂਰਾ ਕੀਤਾ ਕਿ ਗਾਣਿਆਂ 'ਤੇ ਬਣਾ ਲਿਆ ਕੁਛ। ਪਹਿਲਾਂ ਉਹ ਚੱਲਦਾ ਹੁੰਦਾ ਸੀ ਨਾ ਕੀ ਸੀਗਾ IGTV? ਨਹੀਂ ਉਹ ਤਾਂ ਹੁਣ ਆਇਆ ਹੈ ਡਬ ਸਮੈਸ਼, ਜਿੱਥੇ ਡਾਇਲੌਗਸ ਹੁੰਦੇ ਸੀਗੇ, ਉਹ ਮੈਂ ਪਾਣੇ ਸ਼ੁਰੂ ਕੀਤੇ। ਮੈਨੂੰ ਬੜਾ ਸ਼ੌਂਕ ਸੀ। ਤੇ ਫਿਰ ਆਪਣੇ ਨਾ ਉਹ ਜਸ਼ਨ ਨੰਨੜ ਡਾਇਰੈਕਟਰ ਹੁੰਦੇ ਸੀ, ਉਸ ਮੈਨੂੰ ਲਾਈਕ 7 ਸਾਲ ਹੋ ਗਏ ਹੁਣ, ਤਾਂ 7 ਸਾਲ ਪਹਿਲਾਂ ਫਿਰ ਉਹਨਾਂ ਨੇ ਨਾ ਮੈਨੂੰ ਮੈਸੇਜ ਕੀਤਾ ਸੀ ਇੰਸਟਾਗ੍ਰਾਮ 'ਤੇ ਕੋਈ ਵੀਡੀਓ ਦੇਖ ਕੇ ਮੇਰੀ, ਅਤੇ ਫਿਰ ਉਹਨਾਂ ਨੇ ਲਿਖਿਆ ਸੀਗਾ ਕਿ ਯਾਰ ਜੇ ਤੁਸੀਂ ਇੰਟਰਸਟਿਡ ਹੋ ਹੈ ਨਾ ਵੀ ਅਸੀਂ ਕੁਛ ਕਰਕੇ ਦੇਖਦੇ ਹਾਂ ਇਕੱਠੇ ਪ੍ਰੋਜੈਕਟ ਵਗੈਰਾ। ਅਤੇ ਮੈਂ ਕਿਹਾ ਟਰਾਈ ਕਰਦੇ ਹਾਂ ਹੈ ਨਾ ਵੀ ਕਿੱਦਾਂ ਜ਼ਿਆਦਾ ਮਤਲਬ ਸ਼ੌਂਕ ਤਾਂ ਹੈਗਾ। ਅਤੇ ਇੱਦਾਂ ਨਹੀਂ ਸੋਚਿਆ ਸੀਗਾ ਕਿ ਲਾਈਕ ਮੈਂ ਕੈਮਰਾ ਦੇ ਅੱਗੇ ਆਉਣਾ, ਬਸ ਉੱਦਾਂ ਸ਼ੌਂਕ ਸੀਗਾ ਕਿ ਸੋਸ਼ਲ ਮੀਡੀਆ 'ਤੇ ਕਰ ਲਿਆ, ਬਸ ਉਨਾ ਕੀ ਸੀਗਾ। ਕਦੇ ਇੱਦਾਂ ਸੋਚਿਆ ਵੀ ਨਹੀਂ ਸੀਗਾ ਕਿ ਕੈਮਰਾ ਦੇ ਅੱਗੇ ਜਾ ਕੇ ਪਰਫੋਰਮ ਕਰਨਾ ਹੈ ਕੁਛ ਹੈ। ਅਤੇ ਉਹਨਾਂ ਨੇ ਕਿਹਾ, ਮੈਂ ਕਿਹਾ ਚਲ ਠੀਕ ਹੈ ਕੋਈ ਨਾ, ਇੱਕ ਯੂ ਨੋ ਚਾਂਸ ਲੈ ਕੇ ਦੇਖਦੇ ਹਾਂ। ਅਤੇ ਮੰਮਾ ਤਾਂ ਮੇਰੇ ਹਰ ਚੀਜ਼ 'ਚ ਹਾਂ ਕਰ ਕੋਈ ਚੱਕਰ ਨਹੀਂ ਹੈ ਉਹ, ਅਤੇ ਕੀਤਾ ਅਤੇ ਵਧੀਆ ਚੱਲ ਗਿਆ। ਐਂਡ ਦੈਨ ਆਈ ਵਾਜ਼ ਲਾਈਕ ਠੀਕ ਹੈ ਵਧੀਆ ਹੈ, ਹੁਣ ਇੱਥੇ ਹੀ 100% ਦੇਣਾ। ਨਹੀਂ ਤੇ ਜਦੋਂ ਪਹਿਲਾ ਗਾਣੇ ਦਾ ਸ਼ੂਟ ਵਗੈਰਾ 'ਤੇ ਗਏ, ਉਹ ਪੂਰਾ ਪਹਿਲਾ ਦਿਨ ਕਿੱਦਾਂ ਦਾ ਸੀ, ਮੈਨੂੰ ਪੂਰਾ ਐਕਸਪਲੇਨ ਕਰੋ। ਉਹ ਤਾਂ ਬਹੁਤ ਇਨ ਡਿਟੇਲ, ਬਹੁਤ ਹੀ। ਇਹ 10 ਨੰਬਰਾਂ ਵਾਲਾ ਸਵਾਲ ਹੈ। ਹਾਂ ਇਹ ਤਾਂ ਮੈਂ ਤੁਹਾਨੂੰ ਕਿੰਨੇ 200 ਵਰਡ 'ਚ ਸੁਣਾਇਆ? ਨਹੀਂ ਆਈ ਥਿੰਕ 10 ਨੰਬਰਾਂ ਵਾਲਾ 500 ਹੁੰਦਾ ਨਾ। ਹਾਂ ਚਲੋ। ਸੋ ਸਭ ਤੋਂ ਪਹਿਲੀ ਜਿਹੜੀ, ਕਿਉਂਕਿ ਹੁਣ ਇੰਡਸਟਰੀ ਬਾਰੇ ਕੁਛ ਪਤਾ ਨਹੀਂ ਸੀਗਾ ਹੈ ਨਾ ਕਿ ਕਿੱਦਾਂ ਸ਼ੂਟ ਹੁੰਦਾ ਹੈ ਕੀ ਹੁੰਦਾ ਹੈ। ਅਤੇ ਜਿੱਦਾਂ ਜਿਹਨਾਂ ਨੂੰ ਨਹੀਂ ਪਤਾ, ਵੈਸੇ ਮੇਰਾ ਸਭ ਤੋਂ ਪਹਿਲਾ ਗਾਣਾ ਸੀਗਾ ਉਹ ਸ਼ਾਨਦਾਰ, ਰਾਜਵੀਰ ਜਵੰਦਾ ਉਹਨਾਂ ਨਾਲ ਸੀਗਾ। ਅਤੇ ਉਹ ਗਾਣੇ 'ਚ ਨਾ ਮੇਰੀ ਬੰਦਿਆਂ 'ਚ ਰਹਿੰਦੇ ਆ ਤਾਈਓ ਰਹਿੰਦੀ ਹੈ ਫੀਲਿੰਗ ਸਾਡੀ ਸ਼ਾਨਦਾਰ ਨਹੀਂ। ਅਤੇ ਉਹ 'ਚ ਨਾ ਮੇਰਾ ਐਂਡ 'ਚ ਸੀਗਾ ਵਧੀਆ, ਬੜਾ ਕਿਊਟ ਜਿਹਾ ਹੈ ਨਾ ਇੱਕ ਛੋਟਾ ਜਿਹਾ ਸੀਕੁਐਂਸ ਸੀ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਨਾਭੇ ਹਵੇਲੀ ਜਿਹੜੀ ਹੈਗੀ ਹੈ ਨਾ ਆਪਣੀ, 3 ਹਵੇਲੀਆਂ ਨੇ ਹੈ ਨਾ, ਉਹਨਾਂ 'ਚ ਇੱਕ ਹਵੇਲੀ ਕਹਿੰਦੇ ਵੀ ਸਵੇਰੇ ਤੁਸੀਂ ਨਾ 7 ਵਜੇ ਕਾਲ ਟਾਈਮ ਹੈ ਤੁਹਾਡਾ। ਅਤੇ ਮੰਮਾ ਆਲਟੋ ਹੁੰਦੀ ਸੀ ਸਾਡੇ ਕੋਲ। ਅਤੇ ਮੰਮਾ ਮੇਰੇ ਨਾਲ ਨਾਲੇ ਨਾ ਜਨਵਰੀ ਦਾ ਮਹੀਨਾ ਸੀਗਾ, ਇੰਨੀ ਠੰਡ, ਅਤੇ ਅਸੀਂ ਨਿਕਲੇ ਇੱਥੋਂ ਚੰਡੀਗੜ੍ਹ, ਧੁੰਦ ਪਈ ਹੋਈ ਹੈ। ਮੈਂ 6 ਵਜੇ ਪਹੁੰਚ ਗਈ ਉੱਥੇ। 6 ਵਜੇ ਤਾਂ ਚਲੋ ਮੈਂ ਕਿਹਾ ਚਲ 7 ਵਜੇ ਦਾ ਸੀਗਾ, 7 ਵਜੇ ਤੱਕ ਆਉਣਗੇ। 7 ਵਜੇ ਵੀ ਕੋਈ ਨਹੀਂ ਆਇਆ, 7:30 ਵਜੇ। ਹਾਂ
7:30 ਵਜੇ ਆਈ ਇੱਕ ਪ੍ਰੋਡਕਸ਼ਨ ਦੀ ਵੈਨ। ਉਸ ਟਾਈਮ ਦਾ ਪ੍ਰੋਡਕਸ਼ਨ ਵੀ ਨਹੀਂ ਪਤਾ ਸੀ ਕਿ ਪ੍ਰੋਡਕਸ਼ਨ ਵਾਲੀ ਵੈਨ ਆਈ। ਚਾਹ ਚੂ ਜਿਹੜੇ ਬਣਾਉਂਦੇ ਆ ਹੈ ਨਾ, ਉਹ ਖੜ ਕੇ ਆਪਣੀ ਚਾਹ ਚੂ ਪੀ ਜਾਣ। ਮੈਂ ਕਿਹਾ ਯਾਰ ਕੋਈ ਆਇਆ ਹੀ ਨਹੀਂ ਆ ਹੁਣ ਤੱਕ। ਚਲੋ ਠੀਕ ਹੈ, ਵੇਟ ਕੀਤੀ ਠੰਡ ਇੰਨੀ ਸੀਗੀ। ਫਿਰ ਚਲੋ ਜਾ ਕੇ 9-10 ਵਜੇ ਸਾਰੇ ਆਏ। ਅੱਛਾ। ਤੇ ਚਲੋ ਫਿਰ ਮੈਂ ਗਈ, ਜੋ ਵੀ ਹੋਇਆ। ਮੈਂ ਸਵੇਰ ਦੀ ਰੈਡੀ ਹੋਈ ਮਤਲਬ ਕੱਪੜੇ ਪਾ ਕੇ ਪੂਰਾ ਹੈ ਨਾ, ਉਹ ਸ਼ੂਟ ਦੇਖ ਰਹੀ ਹਾਂ ਕੀ ਹੋ ਰਿਹਾ। ਡਰ ਵੀ ਲੱਗ ਰਿਹਾ ਕਿਉਂਕਿ ਫੋਨ ਦੇ ਅੱਗੇ ਐਕਟਿੰਗ ਤਾਂ ਕੀਤੀ ਹੈ ਬਟ ਕੈਮਰਾ ਅੱਗੇ ਕਦੇ ਨਹੀਂ ਕੀਤੀ। ਇੰਨਾ ਵੱਡਾ ਕੈਮਰਾ ਹੈ ਨਾ, ਕਿਵੇਂ ਕਰਨਾ ਹੈ। ਤਾਂ ਮੈਂ ਦੇਖ ਕੇ ਨਾ ਉਹਨਾਂ ਨੂੰ ਦੇਖ ਰਹੀ ਹਾਂ ਕਿ ਇਹ ਕਿਵੇਂ ਕਰ ਰਹੇ ਨੇ। ਤੇ ਸਵੇਰ ਦੀ ਵੇਟ ਕੀਤੀ। ਸ਼ਾਮ ਨੂੰ ਆਈ ਥਿੰਕ 7-8 ਵਜੇ ਮੇਰਾ ਵਾਰੀ ਆਈ ਕਿ ਤੁਸੀਂ ਆ ਜਾਓ, 12 ਹੈ ਨਾ, ਘੰਟੇ ਇੱਦਾਂ ਕਰਕੇ। ਤੇ ਮੈਂ ਵੀ ਕੋਈ ਕੰਪਲੇਂਟ ਨਹੀਂ ਕੀਤੀ। ਅੱਜ ਤਾਂ ਮੈਂ ਕਰੂੰਗੀ, ਅੱਜ ਤਾਂ ਪਤਾ ਕਿ ਬਈ ਤੁਸੀਂ ਮੈਨੂੰ ਸਵੇਰੇ ਬੁਲਾਇਆ ਹੈ ਨਾ। ਹੁਣ ਤਾਂ ਅੱਧਾ ਘੰਟਾ ਵੀ ਨਹੀਂ ਵੇਟ ਕਰਦਾ। ਤੇ ਮੈਂ ਜਾ ਕੇ ਠੀਕ ਹੈ ਮੈਂ ਕੀਤਾ ਬਟ ਜਿਹੜਾ ਡਾਇਰੈਕਟਰ ਜਸ਼ਨ ਨੇ ਬਹੁਤ ਹੈਲਪ ਕੀਤੀ ਬਿਕਾਜ਼ ਓਬਵੀਅਸਲੀ ਮੈਨੂੰ ਕਿਹਾ, ਮੈਂ ਕਿਹਾ ਕਿ ਮੈਂ ਕਦੇ ਇਦਾਂ ਕੈਮਰਾ ਅੱਗੇ ਨਹੀਂ ਕੀਤਾ, ਤਾਂ ਫੈਮਿਲੀਅਰ ਕਰਾਇਆ ਕਿੱਦਾਂ ਕਰਨਾ ਹੈ, ਕੀ ਚੀਜ਼ ਹੈ। ਬਟ ਉਹ ਵਧੀਆ ਰਿਹਾ ਸੀ ਐਕਸਪੀਰੀਅੰਸ ਉਹਨਾਂ ਨਾਲ। ਤੇ ਆ ਵੀ ਨਹੀਂ ਪਤਾ ਸੀ ਕਿ ਪੈਸੇ ਲੈਣੇ ਹੁੰਦੇ ਆ ਚੀਜ਼ ਦੇ, ਕਿਉਂਕਿ ਸ਼ੌਂਕ ਸੀਗਾ ਨਾ। ਤਾਂ ਮੈਂ ਪਹਿਲਾ ਗਾਣਾ ਤਾਂ ਸ਼ੌਂਕ 'ਚ ਕੀਤਾ ਕਿ ਵੀ ਸ਼ੌਂਕ ਹੈ ਬਸ ਕਰਨਾ, ਦੇਖਣਾ ਕੀ ਹੁੰਦਾ। ਤੇ ਪਤਾ ਹੀ ਨਹੀਂ ਸੀਗਾ ਕਿ ਪੈਸੇ ਲੈਣੇ ਹੁੰਦੇ ਜਾਂ ਕਿਵੇਂ ਲੈਣੇ, ਪੁੱਛਣਾ ਕਿਵੇਂ ਹੈ ਉਹ ਚੀਜ਼। ਨਹੀਂ ਤੇ ਨਾ ਤੁਸੀਂ ਮੰਗੇ ਨਾ ਉਹਨਾਂ ਨੇ ਦਿੱਤੇ। ਹਾਂ ਆ ਵੀ ਗੱਲ ਹੈ, ਦਿੱਤੇ ਨਹੀਂ। ਤੇ ਫਿਰ ਤੁਹਾਨੂੰ ਇਹ ਕਦੋਂ ਪਤਾ ਚੱਲਿਆ ਵੀ ਤੁਹਾਨੂੰ ਪੈਸੇ ਲੈਣੇ ਚਾਹੀਦੇ ਸੀ? ਮੈਨੂੰ ਪਤਾ ਲੱਗਿਆ ਤੀਜੇ ਗਾਣੇ 'ਚ। ਤੇ ਦੂਜੇ ਦੇ ਵੀ ਨਹੀਂ ਲਏ? ਨਹੀਂ, ਦੂਜੇ 'ਚ ਵੀ ਨਹੀਂ ਲਏ। ਮੈਨੂੰ ਨਾ ਅੱਜ ਤੱਕ ਮੇਰੀ ਆਹ ਪ੍ਰੋਬਲਮ ਹੈ, ਮੇਰੇ ਵਰਗੀ ਨੂੰ ਨਾ ਪੈਸੇ ਮੰਗਣੇ ਨਹੀਂ ਆਉਂਦੇ। ਹਾਂ, ਆਪਣਾ ਹੱਕ ਵੀ ਨਹੀਂ ਮੰਗਣਾ ਹੁੰਦਾ। ਚਾਹੀਦੀ ਹੈ ਕਿ ਜੇ ਤੁਸੀਂ ਕਹੋ ਨਾ ਜੇ ਮੇਰਾ ਸਰ ਵੀ ਸਕਦਾ, ਮੇਰਾ ਨਹੀਂ ਸਰ ਸਕਦਾ ਕਿਉਂਕਿ ਮੈਂ ਕੰਮ ਕਰ ਆਉਂਗੀ। ਮੇਰੇ ਤੋਂ ਨਾ ਪੈਸੇ ਨਹੀਂ ਮੰਗੇ ਜਾਂਦੇ, ਮੇਰੇ ਤੋਂ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਨੈਗੋਸੀਏਸ਼ਨ ਕਰ, ਉਹ ਵੀ ਨਹੀਂ ਹੁੰਦੀ ਮੇਰੇ ਤੋਂ। ਤੇ ਉਸ ਟਾਈਮ ਵੀ ਆਹੀ ਚੀਜ਼ ਸੀਗੀ। ਮੈਂ ਕਿਹਾ ਯਾਰ ਪੈਸੇ ਮੰਗਣੇ ਹੁੰਦੇ ਕੀ। ਮੈਨੂੰ ਪਤਾ ਕਦੋਂ ਪਤਾ ਲੱਗਿਆ ਕਿ ਵੀ ਮੈਂ ਲੈਣੇ ਪੈਸੇ। ਮੈਂ ਗਾਣਾ ਕੀਤਾ ਸੀ, ਉਸ 'ਚ ਨਾ 8-10 ਕੁੜੀਆਂ ਸੀਗੀਆਂ। ਉਹ ਅਰਮਾਨ ਬੇਦਿਲ ਦਾ ਆਇਆ ਸੀਗਾ ਇੱਕ ਗਾਣਾ ਮੇਰਾ। ਉਹ 'ਚ 8-10 ਕੁੜੀਆਂ ਸੀਗੀਆਂ ਤੇ ਮੈਂ ਨਾ ਉਹਨਾਂ ਨੂੰ ਦੇਖਿਆ। ਮੈਂ ਕਿਹਾ ਆਹ ਤਾਂ ਪੈਸੇ ਦੀ ਗੱਲ ਕਰ ਰਹੇ ਨੇ। ਮੈਂ ਵੀ ਵਿੱਚ ਸਲਾਈਡ ਨੂੰ ਗਿਆ, ਮੈਂ ਕਿਹਾ ਬਈ ਕੱਢੋ ਪੈਸੇ। ਤੇ ਮੰਮਾ ਵੀ ਨਾਲ ਸੀ, ਫਿਰ ਮੰਮਾ ਨੂੰ ਅੱਗੇ ਕੀਤਾ। ਮੈਂ ਕਿਹਾ ਵੀ ਤੁਸੀਂ ਕਰੋ ਜਾ ਕੇ ਗੱਲ, ਮੈਂ ਤਾਂ ਨਹੀਂ ਕਰਦੀ। ਸੋ ਪਹਿਲਾਂ ਮੰਮਾ ਨੂੰ ਹੀ ਮੈਨੇਜਰ ਬਣਾਤਾ? ਮੰਮਾ ਹੀ ਸੀਗੇ ਮੇਰੇ ਬਹੁਤ ਟਾਈਮ ਤੱਕ। ਮੰਮਾ ਨੇ ਹੀ ਮੈਨੇਜ ਕੀਤਾ ਜਦੋਂ ਤੱਕ ਮਤਲਬ ਆ ਵੀ ਹੁਣੇ ਆਈ ਥਿੰਕ 3 ਸਾਲ ਹੋਇਆ ਮੈਨੂੰ ਆਪਣੀ ਟੀਮ ਮੇਰੇ ਕੋਲ ਹੈਗੀ ਆ। ਉਸ ਤੋਂ ਪਹਿਲਾਂ ਮੇਰੇ ਮੰਮਾ ਹੀ ਹਰ ਕਿਤੇ ਟਰੈਵਲ ਕਰਦੇ ਸੀ, ਉਹੀ ਫੋਨ ਕਾਲਸ ਚੱਕਦੇ ਸੀਗੇ। ਜਿਵੇਂ ਬਾਰ-ਬੂਰ ਸ਼ੂਟ ਹੁੰਦੇ ਸੀ ਤੇ ਉਹੀ ਜਾਂਦੇ ਸੀ ਨਾਲ? ਹਾਂ ਮੰਮਾ ਹੀ ਜਾਂਦੇ ਸੀ। ਇਹ ਪਹਿਲਾਂ ਹੁੰਦਾ ਸੀ ਕਿ ਹੀਰੋਇਨਾਂ ਦੀ ਮੰਮੀ ਹਮੇਸ਼ਾ ਉਹਨਾਂ ਦੇ ਨਾਲ ਹੁੰਦੀ ਸੀ। ਅੱਜ ਤੱਕ ਵੀ ਮੰਮਾ ਨੂੰ ਕਾਲਸ ਆਉਂਦੇ ਤੇ ਫਿਰ ਹੁਣ ਮੰਮਾ ਕਹਿ ਤਾਂ ਦਿੰਦੇ ਆ ਉਹਨਾਂ ਨੂੰ। ਬਟ ਜਿਵੇਂ ਹੁਣ ਪ੍ਰੋਫੈਸ਼ਨ ਮੈਨੂੰ ਮੰਮਾ ਪਹਿਲਾਂ, ਮੈਂ ਕਿਹਾ ਮੰਮਾ ਬੜੇ ਪ੍ਰੋਫੈਸ਼ਨਲ ਹੈ, ਪਰ ਹੁਣ ਮੈਨੂੰ ਮੰਮਾ ਕੀ ਕਰਦੇ ਕਿਉਂਕਿ ਸਾਰੇ ਮੰਮੀ ਨੂੰ ਮੇਰੇ ਆਂਟੀ ਜੀ ਕਰਕੇ ਕਰ ਲੈਂਦੇ ਆ ਤੇ ਉਹ ਚੀਜ਼ ਥੋੜੀ ਫਿਰ ਮੰਮਾ ਨੂੰ ਕਰਨੀ ਪੈਂਦੀ ਹੈ। ਫਿਰ ਮੈਂ ਕਿਹਾ ਤੁਸੀਂ ਮੇਰੀ ਮੈਨੇਜਮੈਂਟ ਦਾ ਨੰਬਰ ਦਿਆ ਕਰੋ, ਤੁਸੀਂ ਨਹੀਂ ਸਾਂਭਣਾ। ਆਂਟੀ ਨੂੰ ਪਿਆਰ ਨਾਲ ਪੈਸੇ ਕੱਟ ਕਰਾ ਲੈਂਦੇ ਆ। ਉਹੀ ਚੀਜ਼ ਕਰਦੇ ਕਿ ਮੰਮੀ ਜੀ ਕਰਕੇ ਨਾ ਹੋ ਜਾਂਦਾ। ਸੋ ਤੁਸੀਂ ਗੱਲ ਕੀਤੀ ਵੀ ਇੱਕ ਟਾਈਮ ਤੇ ਆਲਟੋ ਹੁੰਦੀ ਸੀ। ਹਾਂ। ਤੇ ਹੁਣ ਅੱਜ ਅਵੀਰਾ ਨੇ ਆਪਣੀ ਗੱਡੀ ਸਕਾਰਪੀਓ ਐਨ ਚਲਾ ਰਿਹਾ। ਸੋ ਉਸ ਸਫ਼ਰ ਨੂੰ ਜੇ ਮੁੜ ਕੇ ਦੇਖਦੇ ਹੋ ਤੇ ਕਿਵੇਂ ਦਾ ਲੱਗਦਾ? ਸਫ਼ਰ ਤਾਂ ਆਲਟੋ ਤੋਂ ਵੀ ਨਹੀਂ ਹੋਇਆ ਸੀ ਸ਼ੁਰੂ, ਸਫ਼ਰ ਤਾਂ ਉਤੋਂ ਹੋਇਆ ਸੀਗਾ ਕਾਈਨੈਟਿਕ ਤੋਂ। ਅੱਛਾ। ਜਿਹੜੀ ਐਕਟਿਵਾ ਵੀ ਨਹੀਂ, ਜਿਹੜੀ ਕਾਈਨੈਟਿਕ ਨਹੀਂ ਹੁੰਦੀ ਸੀਗੀ, ਉੱਥੋਂ ਮਤਲਬ ਮੇਰੇ ਕੋਲ ਨਹੀਂ, ਜਿੱਦਾਂ ਮੈਂ ਆਪਣੀ ਮਦਰ, ਹਾਂ ਮਤਲਬ ਮੇਰੇ ਮਦਰ ਉਹੀ ਚਲਾਉਂਦੇ ਹੁੰਦੇ ਸੀਗੇ। ਤੇ ਕੋਈ ਵੀ ਮਤਲਬ ਮੈਨੂੰ ਯਾਦ ਹੈ ਕਿ ਜਦੋਂ ਕਾਈਨੈਟਿਕ ਵੀ ਮੈਨੂੰ ਬਹੁਤ ਧੁੰਦਲਾ ਯਾਦ ਹੈ, ਜਦੋਂ ਅਸੀਂ ਛੋਟੇ ਹੁੰਦੇ ਸੀ ਮੰਮਾ ਲੈ ਕੇ ਅਸੀਂ ਇੰਨੇ ਖੁਸ਼। ਮੈਂ ਕਿਹਾ ਕਿ ਵੀ ਸਾਡੇ ਕੋਲ ਤਾਂ ਅਸੀਂ ਮਤਲਬ ਇੱਦਾਂ ਵੀ ਜਾਵਾਂਗੇ ਇਹ 'ਚ, ਉਹਦੇ 'ਚ ਬਹੁਤ ਟੌਰ ਸੀਗੀ। ਫਿਰ ਉਸ ਤੋਂ ਬਾਅਦ ਅਪਗ੍ਰੇਡ ਕੀਤਾ ਐਕਟਿਵਾ 'ਚ, ਫਿਰ ਐਕਟਿਵਾ ਤੋਂ ਅਪਗ੍ਰੇਡ ਕੀਤਾ ਸਿੱਧਾ ਆਲਟੋ 'ਚ। ਓਕੇ। ਉਹ ਵੀ ਇਸ ਕਰਕੇ ਕੀਤਾ ਕਿ ਮੇਰਾ ਉਦੋਂ ਕਿੰਨੇ ਦੀ ਆਈ ਸੀ ਆਲਟੋ? ਮੈਨੂੰ ਆਈ ਥਿੰਕ 3.5-4 ਲੱਖ ਦੀ। ਅੱਛਾ। ਇੰਨੇ ਕੀ ਸੀਗੀ। ਲੇਟ ਹੀ ਲਈ ਹੈ ਫਿਰ ਆਲਟੋ ਵੀ ਤੁਸੀਂ? ਹਾਂ ਕਿਉਂਕਿ ਜਦੋਂ ਨਵੀਂ ਆਈ ਸੀ ਉਦੋਂ ਤਾਂ ਆਈ ਥਿੰਕ 2.5 ਲੱਖ ਦੀ ਸੀ। ਨਹੀਂ ਅਸੀਂ ਆਈ ਥਿੰਕ ਨਹੀਂ 10 ਕੇ ਸਾਲ ਤਾਂ ਹੋ ਗਏ। ਅੱਛਾ। 10 ਇਅਰਸ ਬੈਕ। ਤੇ ਉਸ ਟਾਈਮ ਆਲਟੋ ਲਿੱਤੀ ਤੇ ਉਹਦਾ ਵੀ ਬਹੁਤ ਜ਼ਿਆਦਾ ਚਾਅ ਸੀਗਾ। ਤੁਸੀਂ ਟੌਪ ਮਾਡਲ ਲਿਆਉਣਾ? ਹਾਂ K10 ਸੀਗੀ। ਅੱਛਾ K10, ਹਾਂ ਉਹ ਮਹਿੰਗੀ ਆਉਂਦੀ ਹੈ। ਹਾਂ K10 ਸੀਗੀ ਤੇ ਉਹ ਲਿੱਤੀ ਤੇ ਬਲੈਕ ਕਲਰ ਦੀ, ਤੇ ਉਹ ਸੀਗੀ ਮਤਲਬ ਬੜਾ, ਕਿਉਂਕਿ ਓਬਵੀਅਸਲੀ ਤੁਸੀਂ ਉਸ ਤੋਂ ਬਾਅਦ ਕਿਹੜੀਆਂ ਆਈਆਂ? ਉਸ ਤੋਂ ਬਾਅਦ ਮੰਮਾ ਨੇ ਸਵਿਫਟ ਡਿਜ਼ਾਇਰ ਲਿੱਤੀ, ਠੀਕ ਹੈ, ਜਦੋਂ ਮਤਲਬ ਮੈਂ ਇੰਡਸਟਰੀ 'ਚ ਆਈ ਉਹ, ਤੇ ਡਿਜ਼ਾਇਰ ਲਿੱਤੀ। ਫਿਰ ਮੇਰੇ ਭਰਾ ਨੇ
ਮੇਰੇ ਭਰਾ ਕੋਲ ਸਕੋਰਪੀਓ ਪੁਰਾਣੇ ਵਾਲੀ ਲਿੱਤੀ ਉਹਨੇ। ਅੱਛਾ। ਤੇ ਫਿਰ ਉਹ ਚਲਾ ਗਿਆ ਬਾਹਰ ਤੇ ਪਿੱਛੋਂ ਦੀ ਆਪਾਂ ਘਰ 'ਚ ਹੀ ਮੇਰੇ ਹੈਗੇ ਮਾਮਾ ਜੀ ਵਗੈਰਾ ਉਹਨਾਂ ਨੇ ਰੱਖ ਲਈ ਉਹ, ਕਿਉਂਕਿ ਸਾਨੂੰ ਤਾਂ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਸੀ ਤੇ ਮੰਮਾ ਤੇ ਮੈਂ ਡਿਜ਼ਾਇਰ 'ਚ ਹੁੰਦੇ ਸੀਗੇ। ਤੇ ਫਿਰ ਜਦੋਂ ਹੁਣ ਮੈਂ ਥੋੜੀ ਜੀ ਇੰਡੀਪੈਂਡੈਂਟ ਹੋਣੀ ਸ਼ੁਰੂ ਹੋਈ ਫਿਰ ਮੈਂ ਕਿਹਾ ਮੇਰੇ ਆਪਣੇ ਕੰਮ ਹੁੰਦੇ ਆ। ਤੇ ਉਹ ਵੀ ਤੁਸੀਂ ਦੇਖ ਲਓ ਇੱਥੇ ਇੰਡੀਆ 'ਚ ਕਿੰਨਾ ਹੁੰਦਾ ਨਾ, ਕਿੰਨੀ ਲੇਟ ਜਾ ਕੇ ਆਪਾਂ, ਨਹੀਂ ਤਾਂ ਆਪਣੇ ਪੇਰੈਂਟਸ ਨਾਲ ਹੀ, ਮੈਂ ਆਪਣੇ ਮੰਮਾ ਨਾਲ ਹੀ ਕਿੰਨੇ ਟਾਈਮ ਤੱਕ ਹਰ ਕਿਤੇ ਗਈ ਹਾਂ, ਹਰ ਕਿਤੇ। ਜਦੋਂ ਬੰਦਾ ਇਕੱਲਾ ਰਹਿੰਦਾ ਉਦੋਂ ਨੂੰ ਇਹ ਚੀਜ਼ ਰਿਅਲਾਈਜ਼ ਹੁੰਦੀ ਹੈ ਵੀ ਹੁਣ ਮੇਰੇ ਕੋਲ ਆਪਣਾ ਵਹੀਕਲ ਹੋਣਾ ਚਾਹੀਦਾ। ਪਰ ਹੁਣ ਨਾ ਜਿਵੇਂ ਮੈਂ ਇਕੱਲੀ ਹੁਣ ਵੀ ਮੈਂ ਆਪਣੇ ਮਦਰ ਨਾਲ ਹੀ ਰਹਿੰਦੀ ਹਾਂ, ਬਟ ਮੈਨੂੰ ਉੱਦਾਂ ਲੱਗਦਾ ਕਿ ਹੁਣ ਇਸ ਏਜ 'ਚ ਆ ਕੇ ਨਾ ਆਪਣੀ ਲਾਈਫ ਬੜੀ ਡਿਫਰੈਂਟ ਹੋ ਗਈ ਹੈ। ਹੁਣ ਮੇਰੇ ਮੰਮਾ ਵਰਕਿੰਗ ਨੇ, ਮੈਂ ਉਹਨਾਂ ਦੇ ਕੰਮ ਦੇ ਵਿੱਚ ਆਪਣਾ ਕੰਮ ਨਹੀਂ, ਮੈਂ ਉਹਨਾਂ ਨੂੰ ਨਹੀਂ ਕਹਿ ਸਕਦੀ ਛੁੱਟੀ ਲੈ ਕੇ ਮੇਰੇ ਕੰਮ ਕਰਾਓ, ਹੈ ਨਾ ਮੈਂ ਕਰ ਸਕਦੀ ਹਾਂ। ਤਾਂ ਉਹ ਇਸ ਏਜ 'ਚ ਆ ਕੇ ਨਾ ਬੜਾ ਅਲੱਗ ਇੱਕ ਲਾਈਫ ਆਪਣੀ ਬਣ ਜਾਂਦੀ ਹੈ, ਕੰਮ ਅਲੱਗ ਹੋ ਜਾਂਦੇ ਹੈ। ਤਾਂ ਫਿਰ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਚੀਜ਼ਾਂ ਹੋਣੀਆਂ ਆਪਣੀ ਬਹੁਤ ਜ਼ਰੂਰੀ ਹੈ। ਫਿਰ ਹੁਣ ਡਿਫੈਂਡਰ ਕਦੋਂ ਲੈ ਰਹੇ ਹੋ? ਡਿਫੈਂਡਰ ਲਊਂਗੀ ਮੈਂ, ਉਹ ਤਾਂ ਹੈਗੀ ਹੈ ਮੇਰੀ ਬਕਟ ਲਿਸਟ, ਜਲਦੀ ਲਊਂਗੀ ਉਹ ਵੀ। ਹੁਣ ਤੇ ਤੁਹਾਡਾ ਇਹ ਸੁਪਨਾ ਜਗ ਜ਼ਾਹਰ ਹੋ ਚੁੱਕਿਆ ਹੈ, ਹਰ ਕਿਸੇ ਨੂੰ ਪਤਾ ਚੱਲ ਗਿਆ। ਡਿਫੈਂਡਰ ਇਜ਼ ਮਾਈ ਓਨਲੀ ਲਵ। ਸੋ ਜਦੋਂ ਤੁਸੀਂ ਇਹ ਗੱਲ ਕੀਤੀ ਡਿਫੈਂਡਰ ਵਾਲੀ, ਮੈਨੂੰ ਬੜਿਆਂ ਦੇ ਮੈਸੇਜ ਆਏ ਵੀ ਤੁਹਾਨੂੰ ਵੀ ਆਮ ਸ਼ੋਰ ਆਏ ਹੋਣਗੇ ਮੁੰਡਿਆਂ ਦੇ ਮੈਸੇਜ ਸਾਡੇ ਕੋਲ ਡਿਫੈਂਡਰ, ਉਹਨਾਂ ਨੇ ਆਪਣੀਆਂ ਫੋਟੋਆਂ ਭੇਜੀਆਂ ਹੋਣੀਆਂ ਡਿਫੈਂਡਰ ਨਾਲ ਖੜ ਖੜ ਕੇ। ਕੀ ਬਾਤ ਹੈ। ਨਹੀਂ ਤੁਹਾਨੂੰ ਆਏ ਮੈਸੇਜ ਇਦਾਂ ਦੇ? ਨਹੀਂ ਮੈਨੂੰ ਉਦਾਂ ਨਹੀਂ ਆਏ, ਬਟ ਮੈਨੂੰ ਉਦਾਂ ਆਏ ਸੀਗੇ ਕਿ ਮੈਮ ਸਾਡੇ ਕੋਲ ਡਿਫੈਂਡਰ ਹੈ, ਤੁਹਾਨੂੰ ਕਦੇ ਵੀ ਸ਼ੂਟ ਲਈ ਚਾਹੀਦੀ ਹੈ ਜਾਂ ਤੁਸੀਂ ਕਿਤੇ ਗੇੜੀ ਮਾਰਨੀ ਹੈ ਤਾਂ ਤੁਸੀਂ ਲੈ ਲਓ, ਕੋਈ ਨਹੀਂ। ਮੈਂ ਕਿ ਨਹੀਂ, ਉਹ ਆਪਣੀ ਤਾਂ ਆਪਣੀ ਗੱਲਬਾਤ ਹੁੰਦੀ ਹੈ। ਮੈਨੂੰ ਵੀ ਇਦਾਂ ਦਾ ਹੀ ਮੈਸੇਜ ਆਇਆ ਸੀ ਵੀ ਅਸੀਂ ਅਵੀਰਾ ਤੋਂ ਗਾਣਾ ਕਰਾਣਾ ਹੈ ਤੇ ਅਸੀਂ ਪੇਮੈਂਟ ਨਹੀਂ ਕਰਨੀ, ਡਿਫੈਂਡਰ ਦੇਣੀ ਹੈ 1 ਹਫ਼ਤੇ ਲਈ ਜਾਂ ਮਹੀਨੇ ਲਈ। ਮੈਂ ਖੁਸ਼ ਹੋ ਗਈ, ਮੈਂ ਕਿਹਾ ਤੁਸੀਂ ਗਾਣਾ ਕਰਾ ਲਓ, ਡਿਫੈਂਡਰ ਦੇ ਦਿਓ, ਕੋਈ ਚੱਕਰ ਹੀ ਨਹੀਂ ਹੈ। ਉਹ ਨਾ ਡਿਫੈਂਡਰ ਜਿਨ੍ਹਾਂ ਦਾ ਉਹਨਾਂ ਦੇ ਗਾਣੇ ਦਾ ਬਜਟ ਨਹੀਂ ਹੋਣਾ। ਮੈਂ ਕਿਹਾ 2 ਕਰੋੜ ਦੀ ਗੱਡੀ ਹੈ, ਡਿਫੈਂਡਰ ਦੇ ਪੈਸੇ ਤੋਂ ਪੂਰੀ ਫਿਲਮ ਬਣਾ ਲੈਂਦੇ ਹੋ। ਬਿਲਕੁਲ, ਤੁਸੀਂ ਗਾਣਾ ਕਰਾ ਲਓ, ਕੋਈ ਨਹੀਂ, ਤੇ ਡਿਫੈਂਡਰ ਦੇ ਦਿਓ, ਕੋਈ ਚੱਕਰ ਹੀ ਨਹੀਂ ਹੈ। ਸੋ ਹੁਣ ਜਦੋਂ ਆਪਾਂ ਨੈਕਸਟ ਗੇੜੀ ਲਾਈ ਨਾ, ਆਪਾਂ ਡਿਫੈਂਡਰ ਤੇ ਹੀ ਲਾਣੀ ਹੈ, ਭਾਵੇਂ ਸਾਨੂੰ ਮੰਗ ਵੀ ਲਿਆਉਣੀ ਪਏ। ਨਹੀਂ ਮੰਗ ਵੀ ਨਹੀਂ ਲੈਣੀ, ਆਪਣੀ ਲੈ ਕੇ ਕਰਾਂਗੇ। ਨਹੀਂ ਮੰਗ ਵੀ ਅਸੀਂ ਪੈਸੇ ਦੇ ਕੇ ਲੈਣੀ ਹੈ, ਕਿਰਾਏ ਤੇ ਮਿਲ ਜਾਂਦੀ ਹੈ। ਅੱਛਾ ਨਹੀਂ, ਉਹ ਵੀ ਨਹੀਂ ਲੈਣੀ, ਆਪਾਂ ਆਪਣੀ ਲੈਣੀ ਹੈ, ਮੈਂ ਕਹਿ ਰਹੀ ਹਾਂ। ਕੋਈ ਨਾ, ਉਮੀਦ ਕਰਦੇ ਹਾਂ ਤੁਹਾਡੇ ਕੋਲ ਟਾਈਮ ਦੂਰ ਨਹੀਂ ਹੈਗਾ। ਹਾਂਜੀ। ਸੋ ਅਵੀਰਾ ਤੁਸੀਂ ਲਗਭਗ ਆਪਣੇ ਹਰ ਇੰਟਰਵਿਊ ਦੇ ਵਿੱਚ ਇਹ ਗੱਲ ਕਰਦੇ ਹੁੰਦੇ ਹੋ ਵੀ ਤੁਹਾਨੂੰ ਤੁਹਾਡੇ ਮਦਰ ਨੇ ਪਾਲਿਆ, ਸਿੰਗਲ ਮਦਰ ਨੇ ਤੁਹਾਨੂੰ ਰੇਜ਼ ਕੀਤਾ। ਸੋ ਜੇ ਮੈਨੂੰ ਇਜਾਜ਼ਤ ਹੋਏ ਤੇ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੇ ਫਾਦਰ ਸਾਹਿਬ ਬਾਰੇ ਕੁਝ? ਹਾਂ ਮਤਲਬ ਮੈਂ ਕਦੇ ਦੱਸਿਆ ਵੀ ਨਹੀਂ ਕਿਸੇ ਨੂੰ ਵੀ ਨਹੀਂ, ਆਈ ਥਿੰਕ ਕਿਸੇ ਵੀ ਜਿਨ੍ਹਾਂ ਨਾਲ ਵੀ ਮੈਂ ਲਾਈਕ ਬਹਿ ਕੇ ਗੱਲਬਾਤ ਕੀਤੀ ਹੈ, ਕਿਸੇ ਨੂੰ ਵੀ ਮੈਂ ਅੱਜ ਤੱਕ ਦੱਸਿਆ ਨਹੀਂ ਕਿ ਮੇਰਾ ਲਾਈਕ ਫਾਦਰ ਨਾਲ ਕੀ ਹੋਇਆ ਜਾਂ ਹੈ ਨਾ ਕੀ ਚੀਜ਼ ਸੀਗੀ। ਸੋ ਮੇਰੇ ਜਿਹੜੇ ਫਾਦਰ ਸੀਗੇ ਉਹ ਇੱਕ ਐਕਟਰ, ਸਿੰਗਰ, ਮਿਊਜ਼ਿਕ ਕੰਪੋਜ਼ਰ, ਡਾਇਰੈਕਟਰ, ਤੇ ਹੀ ਵਾਸ ਅ ਵੈਰੀ ਟੈਲੈਂਟਡ ਮੈਨ, ਮਤਲਬ ਜਿੰਨਾ ਮੈਂ ਸੁਣਿਆ। ਕੀ ਨਾਮ ਸੀ ਉਹਨਾਂ ਦਾ? ਪ੍ਰੀਤ ਸੁਰਿੰਦਰ ਸਿੰਘ ਮਸੌਣ। ਓਕੇ। ਤੇ ਕਾਫੀ ਯੰਗ ਏਜ 'ਚ ਮਤਲਬ ਉਹਨਾਂ ਦੀ ਡੈਥ ਹੋਈ ਸੀ, ਕਿਉਂਕਿ ਮੇਰੇ ਮਦਰ ਆਈ ਥਿੰਕ 3.5-4 ਸਾਲ ਮੈਰਿਡ ਸੀਗੇ ਉਹਨਾਂ ਨਾਲ, ਐਂਡ ਦੈਨ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ। ਤੇ ਮੈਂ ਸੀਗੀ 1.5 ਸਾਲ ਦੀ ਤੇ ਮੇਰਾ ਭਰਾ ਸੀਗਾ 2-2.5 ਸਾਲਾਂ ਦਾ। ਤੇ ਮੇਰੇ ਡੈਡ ਨੂੰ ਨਾ ਉਸ ਟਾਈਮ ਨਾ ਇੱਕ ਬੜੀ ਬਿਮਾਰੀ ਚੱਲੀ ਸੀਗੀ, ਹੈਪੇਟਾਈਟਿਸ ਬੀ। ਅੱਛਾ। ਤੇ ਉਹ ਚੱਲੀ ਬਹੁਤ ਨਵੀਂ ਸੀਗੀ, ਜਿਵੇਂ ਹੁਣ ਇਸ ਟਾਈਮ ਜਿੱਦਾਂ ਆਪਾਂ ਕਹਿੰਦੇ ਨਾ ਵਿੱਚ ਸਵਾਈਨ ਫਲੂ ਆਇਆ ਜਾਂ ਜਿੱਦਾਂ ਕਰੋਨਾ ਆਇਆ ਤਾਂ ਡਾਇਗਨੋਜ਼ ਹੋਇਆ, ਪਰ ਸਟਾਰਟਿੰਗ 'ਚ ਕਿਸੇ ਨੂੰ ਨਹੀਂ ਪਤਾ ਸੀ ਇਹਦੀ ਕੀ ਦਵਾਈ ਹੈ ਜਾਂ ਕੀ ਇਹਦਾ ਕਿਵੇਂ ਨੂੰ ਠੀਕ ਕਰਨਾ, ਟ੍ਰੀਟਮੈਂਟ ਕੀ ਹੈ ਇਹਦਾ। ਤਾਂ ਉਸ ਟਾਈਮ ਹੈਪੇਟਾਈਟਿਸ ਵੀ ਬਹੁਤ ਨਵੀਂ ਲਾਈਕ ਬਿਮਾਰੀ ਆਈ ਸੀ, ਐਂਡ ਮੇਰੇ ਡੈਡ ਨੂੰ ਉਹ ਹੋਈ ਸੀ। ਐਂਡ ਕਿਸੇ ਦੀ ਲਾਪਰਵਾਹੀ ਕਹਿ ਲਓ ਕਿ ਮੇਰੇ ਡੈਡ ਡਾਕਟਰ ਕੋਲ ਗਏ ਸੀ, ਆਈ ਥਿੰਕ ਬੁਖਾਰ ਹੋਇਆ ਕੀ ਹੋਇਆ, ਤੇ ਉਹਨਾਂ ਨੂੰ ਯੂਜ਼ਡ ਨੀਡਲ ਕਿਸੇ ਦੀ ਲਾਤੀ, ਇੰਜੈਕਸ਼ਨ ਜਿਹੜਾ ਹੁੰਦਾ ਸੂਈ, ਤੇ ਜਿਹਦੀ ਲਾਈ ਸੀ ਉਹਨੂੰ ਸੀਗੀ ਆਹ ਬਿਮਾਰੀ। ਐਂਡ ਦੈਨ ਮੇਰੇ ਕ੍ਰੋਸ ਇਨਫੈਕਸ਼ਨ ਬੇਸਿਕਲੀ ਮੇਰੇ ਡੈਡ ਨੂੰ ਹੋਇਆ ਸੀ। ਐਂਡ ਬਿਕਾਜ਼ ਜੇ ਮੈਂ ਇੱਦਾਂ ਗੱਲ ਦੱਸਾਂ ਕਿ ਮੇਰੇ ਡੈਡ ਇੰਟਰਨਲੀ ਉਹ ਕਦੇ ਪੀਂਦੇ ਨਹੀਂ ਸੀਗੇ, ਲਾਈਕ ਹੀ ਵਾਜ਼ ਐਨ ਓਕੇਜਨਲ ਡਰਿੰਕਰ ਜਿੱਦਾਂ ਹੁੰਦਾ ਸੀ ਨਾ। ਤੇ ਫਿਟਨੈਸ ਬਹੁਤ ਜ਼ਿਆਦਾ ਮੰਮਾ ਦੱਸਦੇ, ਫਿਟਨੈਸ ਉਹਨਾਂ ਦੀ ਇੰਨੀ ਜ਼ਿਆਦਾ ਸੀ, ਖਾਣ ਪੀਣ ਉਹਨਾਂ ਦਾ ਬਹੁਤ ਚੁਣਵਾ, ਜਿੱਦਾਂ ਆਪਾਂ ਕਹਿੰਦੇ ਨਾ ਕਿ ਆਹੀ ਚੀਜ਼ ਖਾਣੀ ਹੈ, ਉੱਦਾਂ ਮਤਲਬ ਹੈਲਦੀ ਡਾਇਟ ਹਰ ਇੱਕ ਚੀਜ਼। ਤਾਂ ਮੰਮਾ ਕਹਿੰਦੇ ਕੋਈ ਚਾਂਸ ਹੀ ਨਹੀਂ ਸੀਗਾ ਕਿ ਉਹਨਾਂ ਨੂੰ ਆਹ ਬਿਮਾਰੀ ਹੋ ਸਕਦੀ ਸੀ। ਅੱਛਾ। ਤੇ ਜਦੋਂ ਡਾਇਗਨੋਸ ਕੀਤਾ ਤਾਂ ਕ੍ਰੋਸ ਇਨਫੈਕਸ਼ਨ ਸੀਗਾ ਜੋ ਵੀ। ਤੇ ਹੌਲੀ ਹੌਲੀ ਉਹਨਾਂ ਦੀ ਕੀ ਹੋਇਆ, ਜਿਹੜੀ ਉਹਨਾਂ ਦੀ ਸਿਹਤ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੁੰਦੀ ਗਈ, ਹੈ ਨਾ। ਉਹ ਮੈਂਟਲੀ ਫਿਜ਼ੀਕਲੀ ਡਰੇਨ
ਹੋ ਗਿਆ ਸਾਰਾ। ਫਿਰ ਜੌਂਡਿਸ ਵੀ ਉਹਨਾਂ ਨੂੰ ਨਾਲ ਦੀ ਨਾਲ ਉਹਦੇ ਕਰਕੇ ਹੋ ਗਿਆ। ਲੰਗਸ ਉਹਨਾਂ ਦੇ ਜਿੱਦਾਂ ਕਿਡਨੀ ਫੇਲ ਹੋ ਗਈਆਂ ਸੀਗੀਆਂ, ਲੰਗਸ ਡੈਮੇਜ ਹੋ ਗਏ, ਹਰ ਇੱਕ ਚੀਜ਼ ਮਤਲਬ ਅੰਦਰ ਬੋਡੀ ਦੇ ਉਹਨਾਂ ਦੀ ਮਤਲਬ ਜਵਾਬ ਦੇ ਗਈ ਸੀਗੀ। ਤੇ ਉਸ ਟਾਈਮ ਮੈਂ ਵੀ 1.5 ਸਾਲ ਸੀ। ਸੋ ਤੁਸੀਂ ਆ ਲਾ ਲਓ, ਤੁਹਾਨੂੰ ਤੇ ਉਦੋਂ ਕੁਝ ਪਤਾ ਹੀ ਨਹੀਂ ਹੋਣਾ, ਸਭ ਗੱਲਾਂ ਬਾਅਦ ਚ ਪਤਾ ਚੱਲੀਆਂ ਪਤਾ ਵੀ ਕੀ ਤੁਸੀਂ ਆ ਲਾ ਲਓ ਕਿ ਮੈਂ ਆਪਣੇ ਡੈਡ ਨੂੰ ਵੀ ਮਸਾਂ ਹੀ ਮਿਲੀ ਹਾਂ, ਕਿਉਂਕਿ ਹਸਪੀਟਲ 'ਚ ਵੀ ਤੁਹਾਨੂੰ ਬੱਚਿਆਂ ਨੂੰ, ਇੰਨੇ ਛੋਟੇ ਬੱਚੇ ਨੂੰ ਅਲਾਉਡ ਨਹੀਂ ਹੁੰਦਾ ਲੈ ਕੇ ਆਉਣਾ। ਅੱਛਾ। ਤੇ ਮੰਮਾ ਮੇਰੇ ਮੈਨੂੰ ਲੁਧਿਆਣੇ ਜਿਹੜਾ ਹਸਪੀਟਲ ਨਹੀਂ ਹੈ ਵੱਡਾ ਬਹੁਤ ਲੁਧਿਆਣੇ ਹੈਗਾ, DMC? ਹਾਂ DMC, ਉੱਥੇ ਮੇਰੇ ਡੈਡ ਦਾ ਹੋਇਆ ਸੀਗਾ, ਫਿਰ PGI ਵੀ ਹੋਇਆ। ਪਰ ਲੁਧਿਆਣੇ ਜਿੱਦਾਂ ਮੈਂ ਇੱਥੇ ਆਪਣੇ ਮੇਰੇ ਨਾਨਕੇ ਚੰਡੀਗੜ੍ਹ ਰਹਿੰਦੇ ਹੁੰਦੇ ਸੀਗੇ ਉਸ ਟਾਈਮ, ਤਾਂ ਮੈਂ ਉੱਥੇ ਹੀ ਰਹਿੰਦੀ ਸੀ ਇੰਨੀ ਛੋਟੀ, ਤੇ ਮੇਰੇ ਮੰਮਾ ਉੱਥੇ ਹੁੰਦੇ ਸੀਗੇ, ਤੇ ਉਹਨਾਂ ਨਾਲ ਤੇ ਮੈਂ ਓਬਵੀਅਸਲੀ ਬੱਚੇ ਨੂੰ ਲੈ ਕੇ ਨਹੀਂ ਜਾ ਸਕਦੇ ਸੀ, ਤੇ ਮੈਂ ਕਦੇ ਆਪਣੇ ਡੈਡ ਨਾਲ ਟਾਈਮ ਹੀ ਸਪੈਂਡ ਨਹੀਂ, ਮੈਨੂੰ ਇੱਦਾਂ ਲੱਗਦਾ ਜੇ ਮੈਂ ਕੀਤਾ ਵੀ ਹੁੰਦਾ ਤਾਂ ਮੈਨੂੰ ਯਾਦ ਹੀ ਨਹੀਂ ਹੋਣਾ ਸੀ ਅੱਜ ਤੱਕ। ਸੋ ਉਹਨਾਂ ਨੇ ਕਿਹੜੀਆਂ ਫਿਲਮਾਂ ਕੀਤੀਆਂ ਤੁਸੀਂ ਕਹਿ ਰਹੇ ਹੋ ਨਾ? ਹਾਂ, ਉਹਨਾਂ ਨੇ ਮੋਸਟਲੀ ਜਿੱਦਾਂ ਮਿਊਜ਼ਿਕ ਕੰਪੋਜ਼ ਕੀਤਾ ਹੈ ਨਾ, ਸਟਾਰਟ ਡਾਇਰੈਕਸ਼ਨ ਕੀਤੀ ਸੀ, ਤੇ ਉਹਨਾਂ ਨੇ ਮੂਵੀ ਕੀਤੀ ਸੀ ਭਾਬੋ, ਪ੍ਰੀਤੀ ਸਪਰੂ ਮੈਮ ਨਾਲ। ਅੱਛਾ। ਤੇ ਉਹਦੇ 'ਚ ਉਹਨਾਂ ਨੇ ਐਜ਼ ਅ ਪ੍ਰੋਡਿਊਸਰ ਐਂਡ ਐਜ਼ ਐਨ ਐਕਟਰ ਉਹਦੇ 'ਚ ਆਏ ਸੀਗੇ, ਤੇ ਉਹਦੇ 'ਚ ਭਾਬੀ ਤੇ ਦੇਵਰ ਦਾ ਦਿਖਾਇਆ। ਉਹ ਦਿਓਰ ਬਣੀ ਸੀ? ਹਾਂ, ਜਿੱਦਾਂ ਉਹ ਮੂਵੀ 'ਚ ਇਦਾਂ ਸੀਗਾ ਕਿ ਮਾਂ ਵਰਗੀ ਸੀਗੀ, ਦਿਓਰ ਬਹੁਤ ਛੋਟਾ ਸੀ, ਐਂਡ ਦੈਨ ਉਹਨੇ ਵੱਡਾ ਕੀਤਾ ਹੈ ਨਾ ਉਹਨੂੰ, ਤੇ ਉਹ ਕਾਫੀ ਇੱਕ ਵਧੀਆ ਰਿਲੇਸ਼ਨਸ਼ਿਪ। ਤੁਸੀਂ ਦੇਖੀ ਹੈ ਉਹ ਮੂਵੀ? ਹਾਂ ਮੈਂ ਦੇਖੀ ਹੈ। ਸੋ ਜਿਹੜੀਆਂ ਤੁਸੀਂ ਬਾਅਦ ਚ ਆਪਣੇ ਫਾਦਰ ਸਾਹਿਬ ਬਾਰੇ ਗੱਲਾਂ ਸੁਣੀਆਂ ਆਪਣੀ ਮੰਮੀ ਤੋਂ ਜਾਂ ਹੋਰਾਂ ਰਿਸ਼ਤੇਦਾਰਾਂ ਤੋਂ, ਤੇ ਜਿਹੜਾ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਕੈਮਰੇ ਤੇ ਦੇਖਿਆ ਭਾਬੋ ਫਿਲਮ ਦੇ ਵਿੱਚ, ਤੁਸੀਂ ਮੈਚ ਕਰ ਪਾਏ ਉਹ ਤਸਵੀਰ ਨੂੰ? ਇੱਕ ਬਸ ਜਿਹੜੀ ਮੈਂ ਨਾ ਭਾਬੋ ਮੂਵੀ ਇਦਾਂ ਆ ਨਹੀਂ ਦੇਖਣ ਲਈ ਕੀਤਾ ਕਿ ਯਾਰ ਮੇਰੇ ਕਿ ਕਿੱਦਾਂ ਐਕਟਿੰਗ ਇਹ ਉਹ ਉੱਦਾਂ, ਮੈਂ ਨਾ ਬਸ ਉਹਨਾਂ ਨੂੰ ਜਿੱਦਾਂ ਜਿਉਂਦਾ ਨਹੀਂ ਦੇਖਣਾ ਹੁੰਦਾ ਕਿ ਮੈਂ ਜਿਉਂਦਾ ਦੇਖਣਾ ਸੀਗਾ, ਤੇ ਮੈਂ ਸੁਣਨਾ ਸੀ ਕਿ ਕਿਵੇਂ ਦੀ ਕੀ ਆਵਾਜ਼ ਹੈ ਉਹਨਾਂ ਦੀ, ਕਿਉਂਕਿ ਮੈਂ ਕਦੇ ਸੁਣਿਆ ਨਹੀਂ, ਮੈਂ ਕਦੇ ਦੇਖਿਆ ਨਹੀਂ। ਤਾਂ ਮੈਨੂੰ ਨਾ ਉਹ ਬਹੁਤ ਜ਼ਿਆਦਾ ਕਿਉਰਿਓਸਿਟੀ ਸੀ ਕਿ ਮੈਂ ਜੇ ਮੂਵੀ ਦੇਖਣੀ ਹੈ ਤਾਂ ਮੈਂ ਉਹਨਾਂ ਨੂੰ ਇੰਨੇ ਧਿਆਨ ਨਾਲ ਦੇਖਿਆ। ਤੇ ਉੱਦਾਂ ਜਿਵੇਂ ਕਹਿੰਦੇ ਆ ਨਾ ਕਿ ਹਰ ਇੱਕ ਚੀਜ਼ ਮੈਂ ਆਪਣੀ ਮਦਰ ਤੋਂ ਹੀ ਸੁਣੀ ਹੈ, ਮੰਮਾ ਤੋਂ ਹੀ ਸੁਣੀ ਹੈ, ਜਾਂ ਮੈਂ ਕਿਸੇ ਆਪਣੇ ਰਿਸ਼ਤੇਦਾਰ ਤੋਂ ਸੁਣੀ ਹੈ, ਉਹਨਾਂ ਦੇ ਮਤਲਬ ਮੇਰੇ ਤਾਇਆ ਜੀ, ਚਾਚੇ ਦੇ ਮੇਰੇ ਸਭ ਤੋਂ ਛੋਟੇ ਸੀਗੇ ਡੈਡ, ਤੇ ਸਾਰੇ ਤਾਇਆ ਜੀ ਵਗੈਰਾ ਉਹਨਾਂ ਤੋਂ ਸੁਣੀ ਹੈ। ਬਟ ਕਦੇ ਨਾ ਆਪਣੇ ਆਪ ਉਹ ਚੀਜ਼ ਨੂੰ ਕਹਿੰਦੇ ਆ ਨਾ ਕਿ ਐਕਸਪੀਰੀਅੰਸ ਨਹੀਂ ਕੀਤਾ, ਉਹ ਮੈਮਰੀ ਤੁਸੀਂ ਮਤਲਬ ਜਿੱਦਾਂ ਨਹੀਂ ਲਿਵ ਕਰ ਪਾਏ ਹੈ ਨਾ, ਉਹ ਚੀਜ਼ ਦਾ ਮਤਲਬ ਮੈਨੂੰ ਦੁੱਖ ਹੁੰਦਾ ਬੜਾ ਜ਼ਿਆਦਾ ਕਿ ਮੰਮਾ ਤੋਂ ਸੁਣ ਲਿਆ ਜਾਂ ਮੈਂ ਦੇਖ ਲਿਆ। ਚਲੋ ਇੱਕੋ ਕੱਲੀ ਮੂਵੀ ਮੈਨੂੰ ਯਾਦ ਹੈ, ਪਤਾ ਨਹੀਂ ਕਿੰਨੀ ਵਾਰੀ ਦੇਖੀ ਹੋਊਗੀ ਬਾਰ-ਬਾਰ ਉਹ ਚੀਜ਼ ਸੁਣਨ ਲਈ ਹੈ ਨਾ। ਤਾਂ ਆਹੀ ਦੋ ਚੀਜ਼ਾਂ ਸੀਗੀਆਂ ਜਿਹੜੀ ਮੈਨੂੰ ਸੀ ਕਿ ਮੈਂ ਦੇਖਣਾ ਤੇ ਸੁਣਨਾ ਆਪਣੇ। ਸੋ ਕੋਈ ਮਾੜੀ ਮੋਟੀ ਯਾਦ ਹੈਗੀ ਤੁਹਾਡੀ? ਕੋਈ ਵੀ ਮੈਨੂੰ ਯਾਦ ਨਹੀਂ ਹੈ, ਮਤਲਬ ਆਈ ਡੋਂਟ ਨੋ ਮੈਂ ਚੀਜ਼ ਦਾ ਮਤਲਬ ਜਵਾਬ ਵੀ ਕੀ ਦੇਵਾਂ ਕਿ ਯਾਦ ਹੈ ਕਿ ਨਹੀਂ। ਜਿੰਨੀ ਵੀ ਮਤਲਬ ਮੈਂ ਗੱਲਾਂ ਸੁਣੀਆਂ, ਆਪ ਕਹਿੰਦੇ ਆ ਨਾ ਕਿ ਤੁਸੀਂ ਉਹਨਾਂ ਦੀ ਯਾਦ ਕਿਸੇ ਹੋਰ ਦੀ ਯਾਦ ਦੇ ਥਰੂ ਜੀਂਦੇ ਹੋ, ਤਾਂ ਜੇ ਮੈਂ ਇੰਨੀ ਡਿਪੈਂਡੈਂਟ ਆ ਕਿ ਮੈਂ ਜੇ ਆਪਣੇ ਪਿਓ ਨੂੰ ਯਾਦ ਵੀ ਕਰਨਾ ਹੈ ਤਾਂ ਮੈਂ ਉਹੀ ਯਾਦਾਂ 'ਚੋਂ ਮਤਲਬ ਇੱਦਾਂ ਸੁਣ ਕੇ ਜਾਂ ਹੈ ਨਾ ਪੁੱਛ ਕੇ ਆਪਣੀ ਮੰਮੀ ਨੂੰ ਮੈਂ ਉਹਦੇ ਤੋਂ ਰੀਲਿਵ ਕਰਦੀ ਹਾਂ ਕਿ ਠੀਕ ਹੈ ਦੈਟਸ ਹਾਊ ਮਾਈ ਡੈਡ ਵਾਜ਼, ਇਹ ਕਰਦੇ ਹੁੰਦੇ ਸੀ ਹੈ ਨਾ, ਉਹ ਇੱਦਾਂ ਦੇ ਸੀਗੇ। ਕੋਈ ਫੋਟੋ ਨਹੀਂ ਹੈਗੀ ਮੇਰੀ ਉਹਨਾਂ ਨਾਲ? ਕੋਈ ਫੋਟੋ ਨਹੀਂ ਹੈ, ਪਰ ਮੈਂ ਬੜਾ ਮੰਮਾ ਨੂੰ ਕਹਿੰਦੀ ਹਾਂ ਕਿ ਯਾਰ ਤੁਹਾਨੂੰ ਪਤਾ ਸੀਗਾ, ਮੈਂ ਕਿਹਾ ਮੇਰੀ ਇੱਕ ਫੋਟੋ ਤਾਂ ਖਿਚਾ ਦਿੰਦੇ ਨਾਲ ਹੈ ਨਾ। ਮੇਰੇ ਬ੍ਰਦਰ ਨਾਲ ਹੈਗੀ ਆ ਉਹਨਾਂ ਦੀ ਕਾਫੀਆਂ, ਬਟ ਮੇਰੇ ਨਾਲ ਕੋਈ ਉੱਦਾਂ ਦੀ ਫੋਟੋ ਨਹੀਂ ਹੈ ਉਹਨਾਂ ਦੀ। ਤਾਂ ਮੈਂ ਆਪਣੇ ਰੂਮ 'ਚ ਨਾ ਸਾਈਡ 'ਚ ਬੈੱਡ ਦੇ ਸਾਈਡ ਦੇ ਵਿੱਚ ਆਪਣੇ ਪਾਪਾ ਦੀ ਫੋਟੋ ਲਾਈ ਹੋਈ ਹੈ, ਅਤੇ ਛੋਟੀ ਜਿਹੀ ਨਾ ਆਪਣੀ ਪਾਸਪੋਰਟ ਸਾਈਜ਼ ਫੋਟੋ ਲਾਈ ਹੈ। ਉਹ ਮੈਂ ਕਦੇ ਵੀ ਮਤਲਬ ਤੁਸੀਂ ਕਹਿੰਦੇ ਨਾ ਕਿ ਮੈਂ ਚੇਂਜ ਹੀ ਨਹੀਂ ਕੀਤੀ, ਲਾਈਕ ਮੈਂ ਉੱਦਾਂ ਦੀ ਉੱਦਾਂ ਹੀ ਰੱਖੀ ਹੋਈ ਹੈ, ਹੁਣ ਮੈਂ ਨਾ ਕਿਸੇ ਨੂੰ ਕਰਨ ਦਿੰਦੀ ਹਾਂ, ਬਿਕੋਜ਼ ਉਹੀ ਇੱਕ ਫੋਟੋ ਹੈ ਜਿਹੜੀ ਮੈਂ ਮੰਨਦੀ ਹਾਂ ਕਿ ਮੇਰੀ ਉਹਨਾਂ ਨਾਲ ਹੈਗੀ ਆ। ਸੋ ਤੁਸੀਂ ਕਹਿ ਰਹੇ ਹੋ ਵੀ ਅਜੇ ਵਿਆਹ ਨੂੰ 4 ਸਾਲ ਹੀ ਹੋਏ ਸੀ ਜਦੋਂ ਫਾਦਰ ਸਾਹਿਬ ਚਲੇ ਗਏ, ਤੁਹਾਡੀ ਮਦਰ ਲਈ ਬਹੁਤ ਔਖਾ ਹੋਇਆ ਹੋਣਾ? ਬਹੁਤ ਜ਼ਿਆਦਾ ਔਖਾ ਸੀਗਾ। ਬਾਏ ਤੁਸੀਂ ਲਾ ਲਓ 24-25 ਸਾਲ ਉਹਨਾਂ ਕੋਲ 2 ਬੱਚੇ ਸੀਗੇ, ਮੈਂ 26 ਦੀ ਹਾਂ ਅੱਜ। ਤਾਂ ਮੈਂ ਸੋਚਦੀ ਨਾ, ਮੈਂ ਕਿਹਾ ਯਾਰ ਮੈਂ ਤਾਂ ਅੱਜ ਵੀ ਆਹ ਚੀਜ਼ ਮੇਰੇ ਲਈ ਪੋਸੀਬਲ ਹੀ ਨਹੀਂ ਹੈ। ਤੇ ਤੁਸੀਂ ਆ ਲਾ ਲਓ ਕਿ ਉਸ ਟਾਈਮ 'ਚ 2 ਬੱਚੇ ਐਂਡ ਦੈਨ ਮੇਰੇ ਮਦਰ ਨੇ ਜੌਬ ਵੀ ਛੱਡਤੀ ਸੀ ਆਪਣੀ, ਉਹ ਪੁਲਿਸ 'ਚ ਸੀਗੇ ਐਂਡ ਬਹੁਤ ਵਧੀਆ ਚੱਲ ਰਿਹਾ ਸੀਗਾ। ਬਟ ਜੌਬ ਉਹਨਾਂ ਨੇ ਵਿਆਹ ਤੋਂ ਪਹਿਲਾਂ ਛੱਡਤੀ? ਹਾਂ, ਮੇਰੇ ਹੁਣ ਜਿਵੇਂ ਹੁੰਦੇ ਆ ਨਾ ਕਿ ਮੇਰੇ ਡੈਡ ਬਹੁਤ ਵਧੀਆ ਫੈਮਿਲੀ ਤੋਂ ਸੀਗੇ, ਵੈਲ ਆਫ, ਵਧੀਆ ਸੀਗਾ ਉਹਨਾਂ ਦਾ, ਸੁਨਿਆਰੇ ਸੀਗੇ ਸੀ ਮਤਲਬ ਹੈਗੇ ਆ, ਤੇ ਸੁਨਿਆਰਿਆਂ ਦੀ ਕੁੜੀ ਹੈ ਅਵੀਰਾ। ਹਾਂ, ਤੇ ਸਾਰਾ ਉਹਨਾਂ ਦਾ ਕੰਮ ਸੀ। ਤੇ ਕਹਿੰਦੇ ਆ ਨਾ ਕਿ ਉਹ ਕਹਿੰਦੇ ਤੈਨੂੰ ਕੀ ਲੋੜ ਹੈ
ਹੈ ਨਾ ਕੰਮ ਕਰਨ ਦੀ, ਵਧੀਆ ਤਾਂ ਹੈਗਾ ਹੈ। ਉਸ ਟਾਈਮ ਆ ਮੈਂਟਾ ਇਦਾਂ ਨਹੀਂ ਕਿ ਉਹ ਚਾਹੁੰਦੇ ਨਹੀਂ ਸੀ, ਉਹਨਾਂ ਨੂੰ ਹੁੰਦਾ ਸੀ ਯਾਰ ਕੀ ਕਰਨਾ, ਵਧੀਆ ਤਾਂ ਹੈ, ਸਭ ਐਸ਼ ਕਰੋ, ਹੈ ਨਾ। ਤੇ ਓਬਵੀਅਸਲੀ ਉਹਨਾਂ ਨੂੰ ਵੀ ਥੋੜ੍ਹਾ ਨਾ ਪਤਾ ਹੈ ਕਿ ਯਾਰ ਮੈਂ ਕੱਲ੍ਹ ਨੂੰ ਰਹਿਣਾ ਨਹੀਂ। ਤੇ ਜਦੋਂ ਆ ਚੀਜ਼ ਉਹਨਾਂ ਨੂੰ ਹਿੱਟ ਕੀਤੀ, ਵੈਸੇ ਮੈਨੂੰ ਇੱਥੋਂ ਯਾਦ ਆਇਆ, ਮੈਨੂੰ ਯਾਦ ਹੈ ਮੇਰੇ ਮੰਮਾ ਮੈਨੂੰ ਦੱਸਦੇ ਹੁੰਦੇ ਕਿ ਦੱਸਦੇ ਨਹੀਂ ਐਕਚੁਅਲੀ, ਮੈਂ ਨਾ ਅਸੀਂ ਸ਼ਿਫਟ ਕਰ ਰਹੇ ਸੀ ਘਰ ਆਪਣਾ, ਅਤੇ ਇੱਕ ਨਾ ਉਹਨਾਂ ਦਾ ਟੈਚੀ ਸੀਗਾ, ਹੁਣ ਮਤਲਬ ਤੁਸੀਂ ਲਾ ਲਓ 4 ਸਾਲ ਪਹਿਲਾਂ ਦੀ ਗੱਲ ਹੈ, ਮੈਂ ਸ਼ਿਫਟ ਕਰ ਰਹੇ ਸੀ ਅਸੀਂ, ਅਤੇ ਇੱਕ ਨਾ ਉਹਨਾਂ ਦਾ ਟੈਚੀ ਸੀ, ਮੰਮਾ ਨੇ ਨਾ ਉਹ 'ਚ ਕਾफ़ੀ ਚੀਜ਼ਾਂ ਉਹਨਾਂ ਦੀਆਂ ਰੱਖੀਆਂ ਹੋਈਆਂ ਸੀਗੀਆਂ, ਜਿੱਦਾਂ ਟੇਪਾਂ ਸੀਗੀਆਂ ਉਹਨਾਂ ਦੀਆਂ, ਰਾਈਟਿੰਗ ਕਾफ़ੀ ਲਿਖਦੇ ਹੁੰਦੇ ਸੀਗੇ ਉਹ, ਪੋਇਟਰੀਜ਼ ਵਗੈਰਾ ਸਾਰੀਆਂ ਚੀਜ਼ਾਂ। ਅਤੇ ਉਹਦੇ 'ਚ ਨਾ ਇੱਕ ਉਹਨਾਂ ਨੇ ਐਪਲੀਕੇਸ਼ਨ ਲਿਖੀ ਸੀ ਜਿਹੜੀ ਮੈਨੂੰ ਨਾ ਮੇਰੇ ਲਈ ਲਾਈਫ ਦਾ ਸਭ ਤੋਂ, ਤੁਸੀਂ ਕਹਿ ਲਓ ਕਿ ਸਭ ਤੋਂ ਇਮੋਸ਼ਨਲ ਉਹ ਚੀਜ਼ ਹੈ ਮੇਰੇ ਲਈ, ਕਿ ਅਗਰ ਉਹ ਲਾਈਕ ਚਿੱਠੀ ਐਪਲੀਕੇਸ਼ਨ ਤੁਸੀਂ ਮੇਰੇ ਸਾਹਮਣੇ ਰੱਖ ਦੋਗੇ ਨਾ, ਅਤੇ ਮੈਨੂੰ ਪੜ੍ਹ ਕੇ ਮਤਲਬ ਆਈ ਕਾਂਟ ਕੰਟਰੋਲ, ਮੈਨੂੰ ਉਹ ਚੀਜ਼ ਹੁੰਦੀ ਹੈ। ਤਾਂ ਉਹ 'ਚ ਨਾ ਉਹਨਾਂ ਨੇ, ਤੁਸੀਂ ਆ ਲਾ ਲਓ, ਮੈਂ ਤੁਹਾਨੂੰ ਦੱਸਿਆ ਨਾ ਕਿ ਬੰਦੇ ਨੂੰ ਪਤਾ ਨਹੀਂ ਹੁੰਦਾ, ਐਕਸਪੈਕਟ ਨਹੀਂ ਕਰਦਾ ਕਿ ਮੈਂ ਇੰਨੀ ਛੇਤੀ ਚਲੇ ਜਾਊਂਗਾ। ਤਾਂ ਜਦੋਂ ਉਹ ਈਵਨ ਤੁਸੀਂ ਲਾ ਲਓ ਕਿ ਹੌਸਪੀਟਲ 'ਚ ਸੀਗੇ, ਸੀਰੀਅਸ ਸੀਗੇ, ਉਹਨਾਂ ਨੇ ਨਾ ਉਮੀਦ ਨਹੀਂ ਛੱਡੀ ਸੀ ਉਹਨਾਂ ਨੂੰ, ਤਾਂ ਵੀ ਆਹੀ ਉਹ ਮਤਲਬ ਐਪਲੀਕੇਸ਼ਨ ਤੋਂ ਮੈਂ ਆ ਚੀਜ਼ ਦਾ ਅੰਦਾਜ਼ਾ ਲਾਉਂਦੀ ਹਾਂ ਕਿ ਉਹਨਾਂ ਨੇ ਨਾ ਆਹੀ ਸੋਚਿਆ ਸੀਗਾ ਕਿ ਮੈਂ ਠੀਕ ਹੋ ਜਾਊਂਗਾ ਅਤੇ ਮੈਂ ਬੈਕ ਟੂ ਲਾਈਫ, ਜੋ ਵੀ ਹੋਏਗਾ ਮੈਂ ਸਭ ਕੁਝ ਕਰਨਾ ਹੈ। ਤਾਂ ਉਹਨਾਂ ਨੇ ਹੌਸਪੀਟਲ 'ਚ ਰਹਿ ਕੇ ਵੀ ਇੱਕ ਉਹਨਾਂ ਨੇ ਐਪਲੀਕੇਸ਼ਨ ਲਿਖੀ ਸੀ ਪੰਜਾਬ ਯੂਨੀਵਰਸਿਟੀ ਨੂੰ, ਅਤੇ ਉਹਦੇ 'ਚ ਉਹਨਾਂ ਨੇ ਆਹ ਲਿਖਿਆ ਸੀਗਾ ਕਿ ਮੈਂ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਹੀ ਪੜ੍ਹ ਕੇ ਗਏ ਸੀ, ਡਿਗਰੀ ਵਗੈਰਾ ਉਹਨਾਂ ਦੀ ਸੀਗੀ। ਅਤੇ ਉਹਨਾਂ ਨੇ ਆਹ ਲਿਖਿਆ ਸੀਗਾ ਕਿ ਮੈਂ ਆਪਣੇ ਨਾ ਲਾਈਕ ਮੈਂ ਬਹੁਤ ਇੱਦਾਂ ਦੀ ਬਿਮਾਰੀ ਦੇ ਗੋ ਥਰੂ ਹੋ ਰਿਹਾ, ਅਤੇ ਮੇਰੇ 2 ਬੱਚੇ ਨੇ, ਐਂਡ ਮੈਂ ਉੱਥੇ ਲਾਈਕ ਮੈਨੂੰ ਜੋਬ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਇਲਾਜ 'ਚ ਨਾ ਸਾਡੇ ਟਰੱਕ ਹੁੰਦੇ ਸੀਗੇ, ਬਹੁਤ ਟਰੱਕ ਚੱਲਦੇ ਹੁੰਦੇ ਸੀ, ਕਾਫੀ ਕੰਮ ਸੀਗਾ, ਅਤੇ ਉਹ ਵੇਚਣਾ ਪਿਆ ਸੀ ਉਸ ਟਾਈਮ, ਕਿਉਂਕਿ ਅੱਜ ਤਾਂ ਫਿਰ ਵੀ ਬਹੁਤ ਸਸਤਾ ਹੈ, ਉਸ ਟਾਈਮ ਨਵੀਂ ਸੀਗੀ ਤਾਂ ਹਰ ਚੀਜ਼ ਬੜੀ ਕੋਸਟਲੀ ਸੀਗੀ। ਅੱਛਾ। ਅਤੇ ਟਰੱਕ ਵੀ ਵੇਚੇ, ਬੜਾ ਕੁਛ ਹੋਇਆ, ਅਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਦੁਕਾਨਾਂ ਤੁਸੀਂ ਕਹਿੰਦੇ ਸੁਨਿਆਰੇ ਸੀ, ਇੱਕ ਬੜੀ ਥੋੜੀ ਜਿਹੀ, ਮੈਂ ਉਹੀ ਗੱਲ ਮੈਂ ਉਹ ਛੇੜਦੀ ਨਹੀਂ, ਥੋੜੀ ਪਰਸਨਲ ਉੱਦਾਂ ਹੈ ਕਿ ਚਲੋ ਭੈਣ ਭਰਾ ਆਪਸ 'ਚ ਠੀਕ ਹੈ ਜੋ ਵੀ ਹੈ, ਮਤਲਬ ਮੈਂ ਕਦੇ ਉਸ ਸਾਈਡ ਗਈ ਨਹੀਂ, ਮੈਨੂੰ ਆਹ ਚੀਜ਼ ਨਹੀਂ ਪਤਾ ਕਿ ਕਿਉਂ ਨਹੀਂ, ਹੈ ਨਾ, ਉਹਨਾਂ ਨੇ ਕਦੇ ਉਹ ਲਾਈਕ ਸਾਥ ਦਿੱਤਾ ਉਸ ਤਰੀਕੇ ਨਾਲ। ਅਤੇ ਮੈਨੂੰ ਜਿੰਨਾ ਕਿ ਪਤਾ ਕਿ ਮੈਨੂੰ ਯਾਦ ਹੈ ਮੇਰੇ ਪਾਪਾ ਦੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੇਚਦੀਆਂ ਸੀਗੀਆਂ, ਮੇਰੀ ਮੰਮਾ ਨੂੰ ਕਰਨਾ ਪਿਆ ਮਤਲਬ, ਅਤੇ ਸੋਨਾ ਵਗੈਰਾ ਜੋ ਵੀ ਉਹਨਾਂ ਦਾ ਸੀਗਾ ਉਹਨਾਂ ਨੇ ਕਰਤਾ ਸੀ। ਅਤੇ ਮੇਰੇ ਫਾਦਰ ਨੇ ਫਿਰ ਉਹ ਐਪਲੀਕੇਸ਼ਨ 'ਚ ਇੱਦਾਂ ਲਿਖਿਆ ਸੀਗਾ ਕਿ ਵੀ ਮੈਂ ਇੱਦਾਂ ਮੈਂ ਬਿਮਾਰ ਹਾਂ, ਐਂਡ ਮੈਂ ਜਦੋਂ ਠੀਕ ਹੋਇਆ ਤਾਂ ਮੈਨੂੰ ਜੋਬ ਚਾਹੀਦੀ ਹੈ ਪੰਜਾਬ ਯੂਨੀਵਰਸਿਟੀ 'ਚ, ਮੈਂ ਥੀਏਟਰ ਸਿਖਾਉਣਾ ਹੈ, ਕਿਉਂਕਿ ਉਹਦੇ 'ਚ ਡਿਗਰੀ ਸੀ, ਐਂਡ ਉਹਨਾਂ ਨੇ ਮੈਨਸ਼ਨ ਕੀਤਾ ਸੀਗਾ ਕਿ ਮੇਰੇ ਇੱਦਾਂ ਬੱਚੇ ਨੇ that I want to look after them। ਅਤੇ ਉਹ ਸੀਗੀ 1999 ਨਵੰਬਰ ਜਾਂ ਦਸੰਬਰ 'ਚ ਲਿਖੀ ਸੀ, ਐਂਡ 2000 ਦੇ ਵਿੱਚ 20 ਤਰੀਕ ਜਨਵਰੀ ਨੂੰ ਉਹਨਾਂ ਦੀ ਡੈਥ ਹੋ ਗਈ ਸੀ। ਅਤੇ ਮੈਂ ਉਹਦੇ ਨਾਲ ਹਿਸਾਬ ਲਾਈ ਸੀ, ਮੈਂ ਕਿਹਾ ਸਿਰਫ 3 ਮੰਥਸ ਪਹਿਲਾਂ, ਮਤਲਬ ਉਹਨਾਂ ਨੇ ਜਦੋਂ ਉਹਨਾਂ ਦੀ ਡੈਥ ਹੋਈ 3 ਮਹੀਨੇ ਪਹਿਲਾਂ ਵੀ, ਮੈਂ ਕਿਹਾ ਉਹਨਾਂ ਨੇ ਬਿਲਕੁਲ ਉਮੀਦ ਨਹੀਂ ਛੱਡੀ ਸੀ, ਉਹ ਹਾਲੇ ਵੀ ਇਹੀ ਸੋਚ ਰਹੇ ਸੀ ਕਿ ਮੈਂ ਮਰ ਹੀ ਨਹੀਂ ਸਕਦਾ, ਮੈਂ ਤਾਂ ਜਿਉਣਾ ਹੈ ਨਾ। ਪਰ ਉਹਨਾਂ ਨੂੰ ਥੋੜਾ ਬਹੁਤ ਸ਼ਾਇਦ ਅੰਦਾਜ਼ਾ ਇਸ ਗੱਲ ਦਾ ਹੈਗਾ ਸੀ ਕਿ ਸ਼ਾਇਦ ਜਦੋਂ ਮੈਂ ਠੀਕ ਵੀ ਹੋ ਜਾਵਾਂਗਾ ਤੇ ਸ਼ਾਇਦ ਮੈਂ ਕੈਮਰੇ ਲਈ ਸੂਟ ਨਹੀਂ ਕਰਾਂਗਾ, ਇਸ ਲਈ ਉਹਨਾਂ ਨੂੰ ਹੋ ਸਕਦਾ ਨਹੀਂ ਆ ਸਕਦਾ, ਮਤਲਬ ਉਹੀ ਹੈ ਨਾ, ਮੈਨੂੰ ਬੜੀ ਉਹ ਚੀਜ਼ ਤੁਸੀਂ ਲਾ ਲਓ ਕਿ ਬੰਦਾ ਕਿੰਨਾ ਹੈਲਪਲੈਸ ਹੁੰਦਾ ਹੈ ਕਿ ਉਹ ਕੁਝ ਵੀ ਕਰਦਾ ਫਿਰ ਉਸ ਟਾਈਮ ਤੇ, ਹੈ ਨਾ। ਐਂਡ ਕਈ ਸਵਾਲਾਂ ਦੇ ਜਵਾਬ ਮਿਲਦੇ ਨਹੀਂ ਹੈਗੇ ਨਾ, ਆਪਣੇ ਆਪ ਨੂੰ ਸੋਚਣੇ ਪੈਂਦੇ ਆ, ਲਿਖਣੇ ਪੈਂਦੇ ਆ। ਮਤਲਬ ਮੈਂ ਨਾ ਜਦੋਂ ਮੈਂ ਬਹੁਤ ਇਮੋਸ਼ਨਲ ਆ ਚੀਜ਼ ਦੇ ਵਿੱਚ, ਤੇ ਮੈਂ ਮੇਰੇ ਨਾ ਸਿਨੈਰੀਓ ਆਉਂਦਾ, ਮੈਂ ਹਮੇਸ਼ਾ ਬੰਦਾ ਬਣਾ ਲੈਂਦਾ ਨਾ, ਤਾਂ ਮੈਂ ਹਮੇਸ਼ਾ ਉਹੀ ਚੀਜ਼ ਸੋਚਦੀ ਹਾਂ ਕਿ ਯਾਰ ਐਵੇਂ ਹੋਇਆ ਹੋਣਾ, ਤੇ ਮੈਂ ਆਹੀ ਚੀਜ਼ ਸੋਚਦੀ ਹਾਂ, ਮੈਂ ਕਿਹਾ ਯਾਰ ਮੇਰੇ ਲਈ ਆਹੀ ਬਹੁਤ ਵੱਡੀ ਗੱਲ ਹੈ ਕਿ ਯਾਰ ਵੀ ਮੇਰਾ ਪਿਓ ਇੱਦਾਂ ਸੋਚਦਾ ਹੁੰਦਾ ਸੀਗਾ ਕਿ ਵੀ ਇਹਨਾਂ ਲਈ ਕੁਝ ਕਰਨਾ, ਤਾਂ ਮਤਲਬ ਸੋਚ ਸੀਗੀ ਉਹਨਾਂ ਅੰਦਰ, ਮਤਲਬ ਪਿਆਰ ਮੈਂ ਫੀਲ ਕਰਦੀ ਹਾਂ। ਸੋ ਕਿਹੜੀ ਕੁਆਲਿਟੀ ਤੁਹਾਡੇ ਅੰਦਰ ਆਈ ਉਹਨਾਂ 'ਚੋਂ ਜਿਹੜੀ ਤੁਹਾਨੂੰ ਦੱਸਦੇ ਆ ਵੀ ਪੂਰੀ ਦੀ ਪੂਰੀ ਕੁਆਲਿਟੀ ਹੈ ਮੇਰੇ ਅੰਦਰ? ਮੈਂ ਤਾਂ ਆਈ ਐਮ ਸੋ ਪ੍ਰਾਊਡ, ਮੈਨੂੰ ਨਾ ਜਦੋਂ ਵੀ ਕੋਈ ਆ ਕੇ ਇੱਦਾਂ ਕਹਿੰਦਾ ਨਾ ਕਿ ਤੂੰ ਤਾਂ ਬਿਲਕੁਲ ਆਪਣੇ ਪਿਓ 'ਤੇ ਗਈ ਹੈ, ਐਂਡ ਆਈ ਥਿੰਕ ਹਰ ਕੁੜੀ ਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਇੱਦਾਂ ਕਹਿੰਦਾ ਕਿ ਤੂੰ ਆਪਣੇ ਪਿਓ ਵਰਗੀ ਹੈ ਬਿਲਕੁਲ। ਉੱਦਾਂ ਸ਼ਕਲ ਸੂਰਤ ਮੇਰੀ ਵੈਸੇ ਮੇਰੀ ਮੰਮਾ 'ਤੇ ਗਈ ਹੈ, ਕਈ ਕਹਿੰਦੇ ਮੈਂ ਆਪਣੇ ਪਿਓ 'ਤੇ ਵੀ ਹਾਂ,
ਬਟ ਮੈਨੂੰ ਤਾਂ ਲੱਗਦਾ ਕਿ ਕ੍ਰੀਏਟੀਵਿਟੀ ਵਾਈਜ਼ ਜਿੱਦਾਂ ਮੇਰੇ ਪਾਪਾ ਸੀਗੇ ਮੈਂ ਉਦਾਂ ਦੀ ਉਦਾਂ ਹੀ ਆ ਤੇ ਮੈਂ ਨਾ ਹਮੇਸ਼ਾ ਮੈਨੂੰ ਬੜੀ ਜਿੱਦਾਂ ਮੈਨੂੰ ਪਤਾ ਲੱਗਿਆ ਮੇਰੇ ਡੈਡ ਪੰਜਾਬ ਯੂਨੀਵਰਸਿਟੀ 'ਚ ਸੀਗੇ ਮੇਰੀ ਨਾ ਗਰਾਰੀ ਸੀ ਕਿ ਮੈਂ ਉੱਥੇ ਹੀ ਪੜ੍ਹਨਾ ਹੈ ਮਤਲਬ ਮੈਂ ਡਿਜ਼ਾਈਨਿੰਗ ਦਾ ਕੀਤਾ ਮੈਂ ਡਿਜ਼ਾਈਨਿੰਗ ਦਿੱਲੀ 'ਚ ਵੀ ਕਰ ਸਕਦੀ ਸੀ ਬੈਟਰ ਓਪਰਚੁਨਿਟੀਜ਼ ਸੀਗੀਆਂ ਉੱਥੇ ਤੇ ਪਰ ਮੈਨੂੰ ਆ ਸੀਗਾ ਕਿ ਨਹੀਂ ਹੁੰਦਾ ਨਾ ਕਿ ਉਹੀ ਰਾਹਾਂ ਤੇ ਚੱਲਣਾ ਜਿੱਥੇ ਮੇਰੇ ਡੈਡ ਸੀਗੇ ਤੇ ਮੈਂ ਈਵਨ ਪੰਜਾਬ ਯੂਨੀਵਰਸਿਟੀ ਬਹੁਤ ਛੋਟੀ ਗੱਲ ਹੈ ਬਟ ਲਾਈਕ ਮੈਂ ਚੱਲਦੀ ਵੀ ਹੁੰਦੀ ਸੀ ਨਾ ਤੁਰਦੀ ਵੀ ਹੁੰਦੀ ਸੀ ਮੇਰੇ ਦਿਮਾਗ 'ਚ ਨਾ ਇਦਾਂ ਹੁੰਦਾ ਸੀਗਾ ਕਿ ਯਾਰ ਆਹੀ ਪਾਥ ਤੇ ਜਾਂ ਆਹੀ ਸੜਕ ਤੇ ਉਹ ਵੀ ਲੰਘੇ ਹੋਣੇ ਆ ਤੇ ਮੈਨੂੰ ਨਾ ਬੜਾ ਸਕੂਨ ਜਿਹਾ ਮਿਲਦਾ ਹੁੰਦਾ ਸੀ ਮਤਲਬ ਮੇਰੀ ਆਪਣੀ ਇੱਕ ਉਹਨਾਂ ਨਾਲ ਕੀ ਕਹਿੰਦੇ ਕਨੈਕਟ ਕਰਨ ਦੀ ਬੜੀ ਇੱਕ ਅਲੱਗ ਤਰੀਕਾ ਮੇਰਾ ਆਪਣਾ ਉੱਦਾਂ ਕਹਿੰਦੇ ਆ ਕਿ ਜਿਵੇਂ ਇੰਡਸਟਰੀ ਦੇ ਵਿੱਚ ਜਿਹੜੇ ਆਰਟਿਸਟ ਹੁੰਦੇ ਉਹਨਾਂ ਦੇ ਬੱਚਿਆਂ ਨੂੰ ਫਾਇਦਾ ਮਿਲਦਾ ਵੀ ਉਹਨਾਂ ਨੂੰ ਕੰਮ ਮਿਲ ਜਾਂਦਾ ਨੈਪੋਟਿਜ਼ਮ ਦਾ ਅੱਜਕੱਲ ਬਹੁਤ ਰੌਲਾ ਹੈ ਪਰ ਤੁਸੀਂ ਕਹਿੰਦੇ ਹੋ ਕਿ ਨੈਚੁਰਲੀ ਹੀ ਮੈਂ ਇਸ ਲਾਈਨ ਦੇ ਵਿੱਚ ਆ ਗਈ ਵੀ ਉਹਨਾਂ ਦੇ ਕਨੈਕਸ਼ਨ ਉਸ ਵੇਲੇ ਤੱਕ ਨਹੀਂ ਜਦੋਂ ਤੱਕ ਮੈਂ ਡਿਸਾਈਡ ਕੀਤਾ ਅਗਰ ਅੱਜ ਹੁੰਦੇ ਤਾਂ ਸ਼ਾਇਦ ਹੁੰਦਾ ਬਟ ਮੈਂ ਉਹੀ ਕਹਿੰਦੀ ਨਾ ਡੈਸਟੀਨੀ ਕਿੰਨੀ ਵੱਡੀ ਚੀਜ਼ ਹੈ ਕਿ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਪਰ ਮੈਨੂੰ ਰੱਬ ਨੇ ਆਪਣੇ ਆਪ ਹੀ ਬਿਕਾਜ਼ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਡੈਡ ਦੇ ਪਾਥ ਤੇ ਚੱਲਾਂ ਜਿੱਦਾਂ ਉਹ ਚੱਲੇ ਨੇ ਤਾਂ ਮੇਰੇ ਨਾਲ ਹੋਇਆ ਵੀ ਉਦਾਂ ਹੀ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਆਪਣੇ ਪਿਓ ਨੂੰ ਜਿਉਂਦਾ ਰੱਖਿਆ ਐਂਡ ਆਈ ਥਿੰਕ ਫਿਟਨੈਸ ਦੇ ਲਈ ਇੰਨਾ ਹੋਣਾ ਹਰ ਇੱਕ ਮੈਂ ਮੰਮਾ ਮੈਨੂੰ ਕਹਿੰਦੇ ਨਾ ਤੇਰੇ ਪਿਓ ਬੜਾ ਫਿਟ ਸੀਗਾ ਮੈਂ ਕਿਹਾ ਮੈਂ ਵੀ ਬਹੁਤ ਫਿਟ ਆ ਮੈਂ ਵੀ ਉਹੀ ਚੀਜ਼ ਫੋਲੋ ਕਰਦੀ ਹਾਂ ਹਰ ਇੱਕ ਚੀਜ਼ ਅੱਜ ਵੀ ਮੈਂ ਜਦੋਂ ਕਿਹਾ ਨਾ ਕਿ ਮੈਨੂੰ ਇਦਾਂ ਲੱਗਦਾ ਕਿ ਮੈਂ ਉਹਨਾਂ ਨੂੰ ਜਿਉਂਦਾ ਰੱਖਿਆ ਆਪਣੇ ਵਿੱਚ ਸਾਰਿਆਂ ਦੇ ਵਿੱਚ ਕਿਉਂਕਿ ਅੱਜ ਮੈਨੂੰ ਕੋਈ ਵੀ ਮਿਲਦਾ ਹੈ ਨਾ ਮੈਂ ਗਿੱਦੜਬਾਹਾ ਜਿੱਥੇ ਮਤਲਬ ਮੇਰੇ ਦਾਦਕੇ ਨੇ ਅਸੀਂ ਛੋਟੇ ਹੁੰਦੇ ਤੋਂ ਗਏ ਮੈਂ ਕਦੇ ਵੀ ਨਾ ਇੱਦਾਂ ਕਿਤੇ ਆਪਾਂ ਮਾਰਕੀਟ 'ਚ ਗਏ ਕੁਛ ਕਿਹਾ ਮੈਂ ਕਦੇ ਵੀ ਆਪਣੇ ਪਿਓ ਦਾ ਇੱਦਾਂ ਨਾਂ ਨਹੀਂ ਸੁਣਿਆ ਸੀ ਕਿ ਕਿਸੇ ਨੂੰ ਮੈਂ ਹੁਣ ਜਾਣੀ ਨਾ ਹੁਣ ਮੈਨੂੰ ਸਾਰੇ ਮੇਰੇ ਕੋਲ ਆਉਂਦੇ ਹੈ ਕਿ ਤੁਹਾਨੂੰ ਪਤਾ ਸੀ ਪ੍ਰੀਤ ਸੁਰਿੰਦਰ ਦੇ ਲਾਈਕ ਅਸੀਂ ਤਾਂ ਆੜੀ ਹੁੰਦੇ ਸੀ ਅਸੀਂ ਇੱਦਾਂ ਤੁਸੀਂ ਉਹਨਾਂ ਦੀ ਕੁੜੀ ਹੋ ਇਹ ਗੱਲ ਤਾਂ ਮੈਨੂੰ ਨਾ ਬੜਾ ਵਧੀਆ ਲੱਗਦਾ ਮੈਂ ਕਿਹਾ ਮੈਂ ਕੁਛ ਕਰਾਂ ਨਾ ਕਰਾਂ ਜ਼ਿੰਦਗੀ 'ਚ ਮੈਂ ਆਹ ਬਹੁਤ ਵਧੀਆ ਕੰਮ ਕੀਤਾ ਕਿ ਕਿ ਮੈਂ ਆਪਣੇ ਪਿਓ ਨੂੰ ਲਾਈਕ ਫਿਰ ਤੋਂ ਉਹ ਕਰਤਾ ਸਾਰਿਆਂ ਦੇ ਵਿੱਚ ਸੋ ਤੁਸੀਂ ਕਿਹਾ ਫਿਟਨੈਸ ਦਾ ਜਿਹੜਾ ਪੈਸ਼ਨ ਹੈ ਉਹ ਉੱਥੋਂ ਆਇਆ ਸੋ ਕਿੰਨੀ ਕੁ ਤੁਸੀਂ ਕਸਰਤ ਕਰਦੇ ਇੱਕ ਦਿਨ ਦੇ ਵਿੱਚ ਕਸਰਤ ਤਾਂ ਮੇਰੀ ਵੈਸੇ ਹੁੰਦੀ ਹੈ ਬਹੁਤ ਸਾਰਿਆਂ ਨੂੰ ਹੀ ਪਤਾ ਹੈ ਚੀਜ਼ ਕਿ ਮੈਨੂੰ ਤਾਂ ਲੱਗਦਾ ਕਿ ਕਮਲੀ ਹੈ ਅਵੀਰਾ ਬਸ ਉਹ ਚੀਜ਼ ਹੈਗੀ ਹੈ ਹੁਣ ਮੈਂ ਜਿਮ ਤਾਂ ਮੇਰਾ ਚਲੋ ਹੁੰਦਾ ਹੀ ਹੁੰਦਾ ਹੈ ਨਾ ਪਿਲਾਟਿਸ ਮੈਂ ਕਰਦੀ ਹਾਂ ਮੇਰਾ ਆਊਟਡੋਰ ਕਾਰਡੀਓ ਆਊਟਡੋਰ ਵਰਕਆਊਟਸ ਮੈਂ ਬਹੁਤ ਕਰਦੀ ਹਾਂ ਆਊਟਡੋਰ ਗੇਮਸ ਮੈਨੂੰ ਬਹੁਤ ਪਸੰਦ ਹੈ ਨੈਚੁਰਲ ਮਤਲਬ ਦੇਖੋ ਜਿਹੜੇ ਮੈਂ ਜਿਮ 'ਚ ਕਰਦੀ ਹਾਂ ਹੈ ਨਾ ਉਹੀ ਮੈਂ ਬੋਡੀ ਵੇਟ ਆਊਟਡੋਰ ਵੀ ਕਰਦੀ ਹਾਂ ਬਸ ਮਾਹੌਲ ਦਾ ਥੋੜਾ ਜਿਹਾ ਚੇਂਜ ਹੁੰਦਾ ਮੈਨੂੰ ਲੱਗਾ ਇਦਾਂ ਨਹੀਂ ਉਹ ਨਹੀਂ ਕਿ ਵੀ ਖੇਤਾਂ 'ਚ ਉੱਦਾਂ ਨਹੀਂ ਉਹ ਉਹਨਾਂ ਟਾਈਮ ਨਹੀਂ ਲੱਗਦਾ ਕਿ ਹੁਣ ਖੇਤਾਂ ਜਾ ਕੇ ਕਰਾਂ ਬਟ ਜੇ ਹੋਏ ਤਾਂ ਪੱਕਾ ਨਹੀਂ ਕੋਈ ਇੱਥੇ ਬੈਠੇ ਬੈਠੇ ਹੋ ਸਕਦੀ ਐਕਸਰਸਾਈਜ਼ ਟਰੈਕਟਰ ਹੀ ਚੱਲ ਸਕਦਾ ਹੋਰ ਕੀ ਹੈ ਟਰੈਕਟਰ ਕਾਦੀ ਐਕਸਰਸਾਈਜ਼ ਹੈ ਉਹੀ ਕਹਿ ਰਹੀ ਨਹੀਂ ਮੈਂ ਕਿਹਾ ਟਰੈਕਟਰ ਹੀ ਹੈਗਾ ਮੈਂ ਕਿਹਾ ਉਹੀ ਚੱਲ ਸਕਦਾ ਹੋਰ ਤਾਂ ਜੇ ਕੋਈ ਕਰਨੀ ਸਬਜੀ ਸੁਬਜੀ ਕਰ ਦਿੰਨੇ ਸਬਜੀ ਕਿਦਾਂ ਹੈਗੀ ਨਹੀਂ ਆ ਕਿਦਾ ਇਹ ਤਾਂ ਆਈ ਥਿੰਕ ਬੈਂਗਣ ਨਹੀਂ ਬੈਂਗਣ ਨੇ ਨਾ ਬੈਂਗਣ ਨੇ ਗੋਭੀ ਜੀ ਲੱਗ ਰਹੀ ਹੈ ਨਹੀਂ ਤੇ ਇਹਦੇ ਨਾਲ ਕੀ ਹੋਏਗਾ ਮੈਂ ਤੁਸੀਂ ਕਿਹਾ ਮੈਨੂੰ ਕੁਝ ਕਰਨਾ ਤਾਂ ਮੈਂ ਕਿਹਾ ਕਰ ਦਿੰਨੇ ਆ ਵੈਸੇ ਮੇਰਾ ਆਊਟਡੋਰ ਵਰਕਆਊਟ ਤਾਂ ਕੁਝ ਹੋਰ ਹੁੰਦਾ ਮੈਂ ਤੁਹਾਡਾ ਆਊਟਡੋਰ ਵੀ ਇਨਡੋਰ ਵਰਗਾ ਹੁੰਦਾ ਇਹ ਕਹਿ ਰਹੇ ਹੋ ਹਾਂ ਬਸ ਮੈਂ ਥੋੜਾ ਜਿਹਾ ਮੈਂ ਕਹਿ ਰਹੀ ਸੀ ਜਿਵੇਂ ਬੈਠੇ ਕੋਈ ਹੁੰਦੀ ਹੈ ਨਾ ਹੱਥਾਂ ਪੈਰਾਂ ਦੀ ਮਾੜੀ ਮੋਟੀ ਐਕਸਰਸਾਈਜ਼ ਕੋਈ ਇਦਾਂ ਦਾ ਕੋਈ ਇਦਾਂ ਜਿੱਦਾਂ ਬੁੜੇ ਕਰਦੇ ਆਹ ਕਰ ਇਹਦੇ ਨਾਲ ਕੀ ਹੁੰਦਾ ਬਸ ਉਹ ਮੋਬਿਲਿਟੀ ਅੱਛਾ ਕਿ ਪੂਰਾ ਇੱਥੋਂ ਦੀ ਇੱਥੋਂ ਜਾਣਾ ਚਾਹੀਦਾ ਹੈ ਇੰਨੀ ਰੇਂਜ ਇੰਨੀ ਹੋਣੀ ਚਾਹੀਦੀ ਹੈ ਕਿ ਆ ਮੋਬਿਲਿਟੀ ਲਈ ਅੱਛਾ ਕਰਦੇ ਨਹੀਂ ਹੁੰਦੇ ਸਾਰੇ ਇਦਾਂ ਘੁਮਾ ਰਹੇ ਹੁੰਦੇ ਆ ਇਸ ਕਰਕੇ ਕਿ ਅਕੜਨੇ ਨਹੀਂ ਚਾਹੀਦੇ ਆਪਣੇ ਜੂੜੇ ਨਹੀਂ ਜਾਣੇ ਚਾਹੀਦੇ ਜੂੜੇ ਹਾਂ ਉਹੀ ਚੀਜ਼ ਕਰਨ ਔਜਲਾ ਦੇ ਨਾਲ ਜਿਹੜਾ ਤੁਹਾਡਾ ਝਾਂਜਰ ਗੀਤ ਆਇਆ ਆਈ ਥਿੰਕ ਜਿਹੜਾ ਤੁਹਾਨੂੰ ਇੱਕ ਪੰਜਾਬ ਲੈਵਲ ਤੇ ਵਧੀਆ ਪਛਾਣ ਮਿਲੀ ਉਸੇ ਗੀਤ ਦੇ ਨਾਲ ਮਿਲੀ ਸੋ ਕਰਨ ਔਜਲਾ ਬਾਰੇ ਦੱਸੋ ਕੁਝ ਉਹ ਹੁਣ ਤੱਕ ਆਈ ਥਿੰਕ ਤੁਸੀਂ 1 2 3 ਗਾਣੇ ਕਰ ਚੁੱਕੇ ਉਹਨਾਂ ਦੇ ਨਾਲ ਜਿਨ੍ਹਾਂ ਚੋਂ 3 ਗਾਣੇ ਮੈਂ ਕੀਤੇ ਆ ਉਹਦੇ ਚੋਂ 2 ਆਏ ਆ ਇੱਕ ਹਲੇ ਆਇਆ ਨਹੀਂ ਉਹਦਾ ਖੈਰ ਟਾਈਟਲ ਤਾਂ ਕਾਫੀ ਟਾਈਮ ਬਾਹਰ ਆ ਗਿਆ ਸੀ ਭੁਲੇਖੇ ਗਾਣਾ ਸੀਗਾ ਉਹ ਆਈ ਥਿੰਕ ਜਦੋਂ ਮੈਂ ਕੀਤਾ ਸੀ ਉਸ ਤੋਂ ਕੁਝ ਮਹੀਨੇ ਬਾਅਦ ਹੀ ਟਾਈਟਲ ਤਾਂ ਪਤਾ ਨਹੀਂ ਕਿਵੇਂ ਬਾਹਰ ਆਇਆ ਸੀ ਕਿ ਆ ਗਾਣਾ ਕੀਤਾ ਹੈ ਉਹ ਗਾਣਾ ਹੁਣ ਤੱਕ ਵੈਸੇ ਨਹੀਂ ਰਿਲੀਜ਼ ਹੋਇਆ ਬਾਕੀ 2 ਗਾਣੇ ਮੇਰੇ ਝਾਂਜਰ ਤਾਂ ਚਲੋ ਕਾਫੀ ਟਾਈਮ ਪਹਿਲਾਂ ਕੀਤਾ ਸੀ ਤੇ ਵਧੀਆ ਵੀ ਚੱਲਿਆ ਤੇ ਹੁਣ ਇਹ ਰੀਸੈਂਟਲੀ ਕੋਲੈਬੋਰੇਸ਼ਨ 'ਚ ਸੀਗਾ ਇੱਕਾ ਨਾਲ ਤੇ ਉਹ ਵੀ ਵਧੀਆ ਸੀਗਾ ਤੇ ਵਧੀਆ ਲਾਈਕ ਬਹੁਤ ਮੈਨੂੰ ਇੱਦਾਂ ਲੱਗਦਾ ਕਿ ਇੱਕ ਬੰਦੇ ਨੂੰ ਜਿੱਦਾਂ ਹੋਣਾ ਚਾਹੀਦਾ ਕਿ ਤੁਸੀਂ ਜਿੰਨੀ ਮਰਜ਼ੀ
ਉਚਾਈਆਂ ਤੇ ਪਹੁੰਚ ਜਾਓ, ਤੁਸੀਂ ਜਿੰਨਾ ਮਰਜ਼ੀ ਵੱਡਾ ਕਰ ਲਓ, ਪਰ ਤੁਹਾਨੂੰ ਆਪਣੇ ਬੰਦੇ ਤੇ ਆਪਣੀ ਜਗ੍ਹਾ ਉਹ ਕਦੇ ਨਹੀਂ ਭੁੱਲਣੀ ਚਾਹੀਦੀ। ਐਂਡ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਹੈ ਕਿ ਕਰਨ ਇਜ਼ ਸਮਵਨ ਕਿ ਉਹਨੇ ਆ ਚੀਜ਼ ਨੂੰ ਹਮੇਸ਼ਾ ਫੋਲੋ ਕੀਤਾ। ਅੱਛਾ, ਹਮੇਸ਼ਾ। ਕਿਵੇਂ ਕੋਈ ਇਹਦਾ ਐਗਜ਼ਾਮਪਲ ਦੇ ਸਕਦੇ ਤੁਸੀਂ? ਬਹੁਤ ਛੋਟੀ ਜਿਹੀ ਵੈਸੇ ਉੱਦਾਂ ਗੱਲ ਹੈ, ਜਦੋਂ ਮਤਲਬ ਅਸੀਂ ਝਾਂਜਰ ਦਾ ਸ਼ੂਟ ਕਰ ਰਹੇ ਸੀਗੇ ਤੇ ਮੇਰੇ ਮਦਰ ਹੀ ਸੀਗੇ ਉੱਥੇ, ਤੇ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਉਹ ਆਪਣੇ ਵੱਡਿਆਂ ਦੀ ਬਹੁਤ ਰਿਸਪੈਕਟ ਕਰਦਾ ਹੈ। ਤੇ ਯੂ نو ਲਾਈਕ ਮੇਰੇ ਮਦਰ ਸੀਗੇ ਉੱਥੇ ਤਾਂ ਬਹੁਤ ਉਹਨੇ ਗੱਲਾਂ ਬਾਤਾਂ ਉਹਨਾਂ ਨਾਲ ਕੀਤੀਆਂ। ਚਲੋ ਮੈਂ ਤਾਂ ਸ਼ੂਟ ਕਰ ਰਹੀ ਸੀ, ਜਦੋਂ ਮੇਰਾ ਸੀਕੁਐਂਸ ਹੁੰਦਾ ਸੀ ਉਹ ਬੈਠਿਆ ਤਾਂ ਮੰਮਾ ਉੱਥੇ ਬੈਠੇ ਸੀ, ਮੰਮਾ ਨਾਲ ਗੱਲਾਂ ਬਾਤਾਂ ਇਹ ਉਹ। ਸੋ ਉਹ ਲਾਈਕ ਇੱਕ ਚੀਜ਼ ਜਿੱਦਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਇੰਡਸਟਰੀ 'ਚ ਹੀ ਸਮਵਨ ਕਿ ਠੀਕ ਹੈ ਜਿਹਦੇ ਨਾਲ ਕਦੇ ਕਦੇ ਗੱਲਬਾਤ ਹੁੰਦੀ ਹੈ, ਬਹੁਤ ਵਧੀਆ ਹੁੰਦੀ ਹੈ। ਤੇ ਮੈਂ ਨਾ ਇੱਕ ਚੀਜ਼ ਜਿੱਦਾਂ ਕਹਿੰਦੇ ਨਾ ਕਿ ਆਪਾਂ ਕਦੇ ਐਕਸਪੈਕਟ ਨਹੀਂ ਕਰ ਸਕਦੇ। ਹਾਂਜੀ। ਤੇ ਮੈਂ ਉਹਨੂੰ ਨਾ ਕਈ ਪਤਾ ਨਹੀਂ, ਮੈਨੂੰ ਯਾਦ ਵੀ ਨਹੀਂ ਮੈਂ ਕਦੇ ਦੱਸਿਆ ਹੋਣਾ ਕਿ ਮੇਰੇ ਮੰਮਾ ਦਾ ਜਨਮ ਦਿਨ ਹੈਗਾ ਹੈ ਨਾ, 7 ਮਈ ਨੂੰ ਹੁੰਦਾ ਉਹਨਾਂ ਦਾ। ਤੇ ਹਰ ਸਾਲ ਨਹੀਂ ਹੁੰਦਾ ਇੱਦਾਂ। ਇੱਕ ਵਾਰੀ ਨਾ ਮੰਮਾ ਮੈਨੂੰ ਆ ਕੇ ਕਹਿੰਦੇ ਆਪਣੇ ਬਰਥਡੇ ਵਾਲੇ ਦਿਨ, ਕਹਿੰਦੇ ਕਿ ਆ ਦੇ, ਕਹਿੰਦੇ ਕਿ ਮੈਨੂੰ ਕਰਨ ਦਾ ਮੈਸੇਜ ਆਇਆ। ਮੈਂ ਕਿਹਾ ਕੌਣ? ਕਹਿੰਦੇ ਕਰਨ ਔਜਲਾ ਦਾ। ਮੈਂ ਕਿਹਾ ਮਤਲਬ ਮੈਂ ਨਾ ਉਦੋਂ ਟਰਸਟ ਹੀ ਨਹੀਂ ਕੀਤਾ। ਮੈਂ ਕਿਹਾ ਵਾਈ ਵੁੱਡ ਹੀ? ਤੇ ਕਹਿੰਦੇ ਮੈਨੂੰ ਬਰਥਡੇ ਦੇ। ਮੈਂ ਕਿਹਾ ਕੋਈ ਮੇਰੀ ਚੋਂ ਦੇਖ ਕੇ ਕਿਸੇ ਨੇ ਲਾਈਕ ਕਿਸੇ ਉਹਨਾਂ ਦੀ, ਕਿਉਂਕਿ ਉਸ ਟਾਈਮ ਗਾਣਾ ਵੀ ਆਇਆ ਸੀਗਾ, ਤਾਂ ਮੈਂ ਕਿਹਾ ਕਿਸੇ ਫੇਕ ਪ੍ਰੋਫਾਈਲ ਜਿੱਦਾਂ ਫੈਨ ਪੇजेस ਹੁੰਦੇ ਆ, ਤੇ ਮੈਂ ਕਿਹਾ ਉਹਨਾਂ ਨੇ ਕੀਤਾ ਹੋਣਾ। ਤੇ ਮੈਂ ਦੇਖਿਆ ਕਿ ਲਾਈਕ ਉਹਦਾ ਹੀ ਸੀਗਾ, ਤੇ ਉਹਨੇ ਪ੍ਰੋਪਰ ਬੜਾ ਵਧੀਆ ਮੈਸੇਜ ਲਿਖਿਆ ਹੋਇਆ ਸੀਗਾ। ਮੇਰੀ ਕੋਈ ਇੰਨੀ ਗੱਲਬਾਤ ਨਹੀਂ ਹੁੰਦੀ, ਬਟ ਮੈਂ ਸਿਰਫ ਆਹ ਚੀਜ਼ ਅੱਜ ਤੱਕ ਸੋਚਦੀ ਹਾਂ ਕਿ ਜਸਟ ਬਿਕਾਜ਼ ਉਹ ਇੱਕ ਛੋਟਾ ਜਿਹਾ ਇੱਕ ਬੌਂਡ ਬਣਿਆ ਸੀਗਾ ਸ਼ੂਟ ਤੇ, ਹੈ ਨਾ। ਐਂਡ ਦੈਨ ਉਸ ਤੋਂ ਬਾਅਦ ਜਦੋਂ ਵੀ ਗੱਲ ਹੋਈ ਹੈ ਹਮੇਸ਼ਾ ਹਾਲ ਚਾਲ ਪੁੱਛਿਆ ਹੈ ਕਿ ਮਾਤਾ ਕਿਵੇਂ ਹੈ ਨਾ, ਹਾਊਜ਼ ਯੂਰ ਮੋਮ, ਕਿਵੇਂ ਚੱਲ ਰਿਹਾ। ਤਾਂ ਉਹ ਚੀਜ਼ ਨੂੰ ਯਾਦ ਰੱਖ ਕੇ, ਹੈ ਨਾ, ਐਂਡ ਦੈਨ ਮਤਲਬ ਤੁਸੀਂ ਆ ਸੋਚੋ ਕਿ ਇੰਨੇ ਬੰਦਿਆਂ 'ਚੋਂ ਲੱਭ ਕੇ ਮੇਰੀ ਮੰਮਾ ਨੇ ਐਂਡ ਦੈਨ ਉਹਨੂੰ ਮੈਸੇਜ ਕੀਤਾ। ਤਾਂ ਮੈਨੂੰ ਫਿਰ ਇੱਦਾਂ ਲੱਗਦਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਪਹੁੰਚ ਜਾਓ, ਬਟ ਜੇ ਤੁਸੀਂ ਆਪਣੇ ਬੰਦਿਆਂ ਨੂੰ ਹਮੇਸ਼ਾ ਆਪਣੇ ਨਾਲ ਰੱਖ ਕੇ ਤੁਰਦੇ ਹੋ ਨਾ, ਤਾਂ ਤੁਸੀਂ ਉਹ ਚੀਜ਼ ਸਭ ਤੋਂ ਵੱਡੀ ਸਕਸੈਸ ਹੈ, ਮੈਨੂੰ ਇੱਦਾਂ ਲੱਗਦਾ। ਉਹਨਾਂ ਦੇ ਨਾਲ ਇੱਕ ਤੁਹਾਡੀ ਵੀਡੀਓ ਵੀ ਰੀਲਸ ਤੇ YouTube ਤੇ ਬੜੀ ਵਾਇਰਲ ਹੋਈ, ਜਿਹਦੇ 'ਚ ਤੁਸੀਂ ਆਈ ਥਿੰਕ ਕੋਈ ਗੱਲ ਕਹਿੰਦੇ ਹੋ ਤੇ ਇੱਕਦਮ ਉਹ ਹੱਸਦੇ ਆ। ਹਾਂ ਅੱਛਾ, ਹਾਂ ਉਹ ਉਹੀ ਗਾਣੇ ਤੋਂ ਸੀਗੀ ਉਹ। ਆਈ ਥਿੰਕ ਮੈਨੂੰ ਹੁਣ ਯਾਦ ਵੀ ਨਹੀਂ, ਆਈ ਥਿੰਕ ਅਸੀਂ ਥੋੜ੍ਹਾ ਮੈਨੂੰ ਯਾਦ ਹੈ ਉਹ ਨਾ, ਕਿਉਂਕਿ ਜੇ ਤੁਸੀਂ ਗਾਣੇ 'ਚ ਸਟਾਰਟਿੰਗ 'ਚ ਦੇਖਿਆ ਹੋਣਾ ਨਾ ਕਿ ਮੈਂ ਇੱਦਾਂ ਆ ਰਹੀ ਹੁੰਦੀ ਹਾਂ ਤੇ ਉਹਨੂੰ ਸ਼ੱਕ ਹੁੰਦਾ ਹੈ ਕਿ ਮੈਂ ਕਿੱਥੋਂ ਦੀ ਆ ਰਹੀ ਹਾਂ ਇਹ ਉਹ। ਤੇ ਅਸੀਂ ਉੱਦਾਂ ਹੀ ਬੜੀ ਹਾਈਪੋਥੈਟੀਕਲ ਜੀ ਸਿਚੁਏਸ਼ਨ ਕਿ ਜੇ ਇੱਦਾਂ ਰੀਅਲ 'ਚ ਹੁੰਦਾ ਨਾ, ਉਹ ਇੱਦਾਂ ਦਿਖਾਉਂਦਾ ਨਾ ਕਿ ਇੱਦਾਂ ਵੀਡੀਓ 'ਚ ਕਿ ਇੱਦਾਂ ਚੰਡ ਜਿਹਾ ਮਾਰਨਾ, ਤੇ ਮੈਂ ਉੱਦਾਂ ਦੀ ਹੱਸ ਪੈਂਦੀ ਹਾਂ। ਤੇ ਉਹ ਨਾ ਉੱਦਾਂ ਹੀ ਬਸ ਆਪਾਂ ਆਪਣੀ ਸੀਕੁਐਂਸਿਸ ਜੇ ਥੋੜ੍ਹੇ ਬਹੁਤ ਕ੍ਰੀਏਟ ਕਰ ਰਹੇ ਸੀ, ਹਾਈਪੋਥੈਟੀਕਲ ਸਿਚੁਏਸ਼ਨਸ, ਐਂਡ ਦੈਨ ਉਹਦੇ 'ਤੇ ਲੱਗੇ ਹੋਏ ਸੀ ਗੱਲਾਂ ਬਾਤਾਂ, ਉਹ ਕਿਸੇ ਨੇ ਕੈਪਚਰ ਕਰ ਲਈ। ਸੋ ਤੁਸੀਂ ਹੁਣ ਤੱਕ ਆਲਮੋਸਟ ਸਾਰੇ A-ਲਿਸਟਰਸ ਦੇ ਨਾਲ ਪੰਜਾਬੀ ਗੀਤ ਕਰ ਚੁੱਕੇ ਹੋ। ਸੋ ਤੁਹਾਡੇ ਯਾਰ ਮਿੱਤਰ ਹੈਗੇ ਇੰਡਸਟਰੀ ਵਿੱਚ? ਨਹੀਂ ਉੱਦਾਂ ਮਤਲਬ ਬਹੁਤ ਕਲੋਜ਼ ਕਿਸੇ ਨਾਲ ਨਹੀਂ ਹੈਗੀ ਮੈਂ, ਕਿ ਮੈਂ ਇੱਦਾਂ ਬੋਲਾਂ ਕਿ ਮੈਂ ਕੰਮ ਸਾਰੇ ਨਾਲ, ਜਿਵੇਂ ਮੈਂ ਹੁਣ ਦੱਸਾਂ ਮੈਂ ਰਣਜੀਤ ਬਾਵਾ ਨਾਲ ਆਈ ਥਿੰਕ ਚੌਥਾ ਗਾਣਾ ਜਿਹੜਾ ਹੁਣੇ ਹੀ ਆਇਆ ਰੀਸੈਂਟਲੀ, ਮੈਂ ਚੌਥਾ ਗਾਣਾ ਕੀਤਾ। ਤੇ ਮੈਂ ਇੱਦਾਂ ਨਹੀਂ ਕਹੂੰਗੀ ਕਿ ਮੈਂ ਕਲੋਜ਼ ਹਾਂ, ਬਟ ਵੈਨਐਵਰ ਆਈ ਮੀਟ ਹਿਮ ਬਹੁਤ ਹੀ ਵਧੀਆ ਲੱਗਦਾ ਹੈ ਨਾ ਮੈਨੂੰ। ਲਾਈਕ ਆਪਾਂ ਕਿਉਂਕਿ ਇੰਨੀ ਵਾਰੀ ਕੰਮ ਕਰ ਚੁੱਕੇ ਹਾਂ, ਉਹ ਕੰਫਰਟ ਬਣ ਚੁੱਕਿਆ ਹੈ ਨਾ। ਤੇ ਇੱਦਾਂ ਦਾ ਮੇਰਾ ਹੈਗਾ ਕਿ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਤੇ ਮੈਂ ਜਦੋਂ ਦੂਜੀ ਵਾਰੀ ਉਹਨਾਂ ਨਾਲ ਕੰਮ ਕਰਦੀ ਹਾਂ ਤਾਂ ਮਤਲਬ ਵਧੀਆ ਮੇਰਾ ਉਹਨਾਂ ਨਾਲ ਲਾਈਕ ਇੱਕ ਬੌਂਡਿੰਗ ਅੱਛੀ ਹੋ ਜਾਂਦੀ ਹੈ। ਉੱਦਾਂ ਇੰਡਸਟਰੀ ਦੇ ਵਿੱਚ ਬਣ ਜਾਂਦੇ ਆ ਯਾਰ ਮਿੱਤਰ? ਜਿੱਦਾਂ ਹੁਣ ਮੈਂ ਆਪਣੀ ਗੱਲ ਕਰਾਂ, ਮੇਰਾ ਇੱਦਾਂ ਯਾਰ ਮਿੱਤਰ ਨਹੀਂ ਕਿ ਮੈਂ ਕਿਹਾ ਕਿਸੇ ਨੂੰ ਫੋਨ ਲਾ ਕੇ ਕਿ ਯਾਰ ਚਲੋ ਅੱਜ ਘੁੰਮਦੇ ਹਾਂ, ਡਿਨਰ 'ਤੇ ਚੱਲਦੇ ਆ, ਲੰਚ 'ਤੇ ਚੱਲਦੇ, ਉੱਦਾਂ ਨਹੀਂ ਹੈ। ਐਂਡ ਮੈਨੂੰ ਇੱਦਾਂ ਲੱਗਦਾ ਕਿ ਇੰਡਸਟਰੀ ਜਾਣ ਕੇ ਵੀ ਨਹੀਂ ਰੱਖਦੀ, ਬਿਕਾਜ਼ ਬੜੀ ਓਪਨ ਇੰਡਸਟਰੀ ਹੈ ਤੇ ਗੱਲਾਂ ਬਾਤਾਂ ਬਹੁਤ ਹੁੰਦੀਆਂ। ਤੇ ਮੁੰਡਿਆਂ 'ਚ ਮੈਂ ਦੇਖਿਆ ਬੜੀ ਲਾਈਕ ਗੁੱਡ ਵਧੀਆ ਫਰੈਂਡਸ਼ਿਪ ਹੈ। ਮੈਂ ਕਾਫੀ ਮੇਲ ਆਰਟਿਸਟ ਹੈਗੇ ਹੈ ਨਾ, ਸਿੰਗਰਸ ਹੈਗੇ ਆ। ਤੁਹਾਡੀ ਨਹੀਂ ਹੈਗੀ ਕੋਈ ਸਹੇਲੀ? ਨਹੀਂ, ਆਈ ਮੀਨ ਮੈਨੂੰ ਕੋਈ ਮਿਲਦਾ ਹੈ ਜਿਹੜੀਆਂ ਤੁਹਾਡੀਆਂ ਕੰਟੈਂਪਰਰੀਜ਼ ਨੇ, ਬਾਕੀ ਫੀਮੇਲ ਮਾਡਲਸ? ਉਹ ਤਾਂ ਮੈਂ ਸੋਸ਼ਲ ਮੀਡੀਆ ਦੇ ਨਾਲ ਇੱਕ ਅੱਧੇ ਨਾਲ ਤਾਂ ਮੈਂ ਐਡਿਡ ਹੈਗੀ ਹਾਂ, ਬਟ ਮੈਂ ਕਦੇ ਮਿਲੀ ਨਹੀਂ ਜਾਂ ਕੁਝ ਨਹੀਂ। ਮਤਲਬ ਤੁਸੀਂ ਕਿਸੇ ਨੂੰ ਨਹੀਂ ਮਿਲੇ? ਨਹੀਂ, ਮੈਂ ਮਿਲੀ ਨਹੀਂ। ਇਹਨਾਂ ਨੂੰ ਮਾਹੀ ਸ਼ਰਮਾ ਤੇ ਮਾਹੀ ਇਜ਼ ਐਡਿਡ ਵਿਦ ਮੀ ਸਨੈਪਚੈਟ ਤੇ। ਮਿਲੇ ਨਹੀਂ ਤੁਸੀਂ ਕਦੇ? ਨਹੀਂ, ਮੈਂ ਕਦੇ ਨਹੀਂ ਮਿਲੀ, ਬਟ ਉੱਦਾਂ ਜਦੋਂ ਕਈ ਵਾਰੀ ਚਲੋ ਉਹਨਾਂ ਦਾ ਕੋਈ ਪ੍ਰੋਜੈਕਟ ਆਉਂਦਾ, ਕੁਝ ਹੈਗਾ ਜਾਂ ਮੇਰਾ ਆਉਂਦਾ, ਤਾਂ ਆਪਾਂ ਬਸ ਇੱਕ ਦੂਜੇ ਨੂੰ ਕਰ ਦਿੰਦੇ ਆ ਕੰਗ੍ਰੈਚੁਲੇਸ਼ਨ। ਉਹਨਾਂ ਨੂੰ ਇੱਥੇ ਬੁਲਾ ਲੈਣਾ ਚਾਹੀਦਾ ਸੀ, ਮੋਟਰ ਤੇ ਰਾਊਂਡ ਟੇਬਲ ਹੋ ਜਾਂਦੀ। ਮੈਂ ਤਾਂ ਕਹਿ ਰਹੀ ਹਾਂ ਰਾਊਂਡ ਟੇਬਲ ਕਰੋ, ਵਧੀਆ ਗੱਲਬਾਤ। ਤੁਸੀਂ ਕਹਿ ਰਹੇ ਹੋ ਨਾ ਸਾਰੇ ਨਹੀਂ ਨਾ ਤਿਆਰ ਹੁੰਦੇ। ਹਾਂ, ਕੋਈ ਉਹ ਮੈਨੂੰ ਇੱਦਾਂ ਲੱਗਦਾ ਓਪਨ ਡਿਸਕਸ਼ਨ, ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਹੈ ਕੋਈ ਨਾ। ਪਰ ਹਰ ਕੋਈ ਕਰਨਾ ਨਹੀਂ ਚਾਹੁੰਦਾ ਹੈਲਦੀ ਡਿਸਕਸ਼ਨ।
ਕੁੜੀਆਂ 'ਚ ਜਿਵੇਂ ਉਹ ਕਹਿੰਦੇ ਨੇ ਕੰਪੀਟੀਸ਼ਨ ਜ਼ਿਆਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਸਾਰੇ ਆਪਣੀ ਜਗ੍ਹਾ ਦੇਖੋ, ਮੈਂ ਇਦਾਂ ਨਹੀਂ ਕਹੂੰਗੀ ਕਿ ਕੰਪੀਟੀਟਿਵ ਜ਼ਿਆਦਾ ਹੁੰਦੀ ਹੈ, ਮੈਨੂੰ ਤਾਂ ਲੱਗਦਾ ਮੈਂ ਵੀ ਹੈਗੀ ਆ ਕੰਪੀਟੀਟਿਵ, ਇਦਾਂ ਦੀ ਕੋਈ ਬਟ ਪਤਾ ਕੀ ਹੈ, ਇਨ ਦੀ ਐਂਡ ਤੁਸੀਂ ਕਿਸੇ ਦੀ ਰੀਸ ਨਹੀਂ ਕਰ ਸਕਦੇ। ਤੁਸੀਂ ਕੰਪੀਟੀਸ਼ਨ ਰੱਖੋ, ਤੁਸੀਂ ਹਾਂ ਹਮੇਸ਼ਾ ਇੱਕ ਆਪਣਾ ਉਹ ਸੈੱਟ ਕਰਕੇ ਰੱਖੋ ਕਿ ਚਲੋ ਮੈਂ ਇਹ ਤੋਂ ਵਧੀਆ ਕਰਨਾ ਹੈ। ਜੇ ਤੁਸੀਂ ਆ ਕਰ ਲਿਆ ਨਾ ਕਿ ਮੈਂ ਇਹ ਤੋਂ ਵਧੀਆ ਕਰਨਾ ਹੈ, ਤੁਸੀਂ ਉਹਨੂੰ ਹੀ ਕਾਪੀ ਕਰਦੇ ਰਹਿ ਜਾਓਗੇ। ਅੱਛਾ, ਮੈਨੂੰ ਇਦਾਂ ਲੱਗਦਾ ਕਿ ਮੇਰਾ ਆਪਣਾ ਵਿਜ਼ਨ ਹੈ, ਮੇਰਾ ਵੱਡਾ ਵਿਜ਼ਨ ਹੈ ਕਿ ਮੈਂ ਕੀ ਕਰਨਾ ਹੈ। ਜੇ ਮੈਂ ਕਿਸੇ ਨੂੰ ਹਰਾਉਣ 'ਚ ਲੱਗੀ ਰਹੀ ਨਾ ਤਾਂ ਮੈਂ ਉਹਦਾ ਹੀ ਪਾਥ ਫੋਲੋ ਕਰੂੰਗੀ। ਸੋ ਮੇਰਾ ਕੰਪੀਟੀਸ਼ਨ ਨਾ ਕੁਝ ਹੋਰ ਹੈ, ਲਾਈਕ ਮੇਰਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈ। ਮੈਨੂੰ ਉਦਾਂ ਲੱਗਦਾ ਉਹ ਆਪਣੀ ਜਗ੍ਹਾ ਬਹੁਤ ਵਧੀਆ ਕਰ ਰਹੇ ਨੇ ਤੇ ਮੈਂ ਆਪਣੀ ਜਗ੍ਹਾ ਵਧੀਆ ਕਰਨਾ। ਤੇ ਮੈਂ ਸੁਣਿਆ ਤੁਸੀਂ ਗਾਣੇ ਰਿਜੈਕਟ ਵੀ ਬਹੁਤ ਕਰਦੇ ਹੋ। ਹੁਣ ਦੇਖੋ ਆ ਮੇਰਾ ਕੰਮ ਹੈ ਨਾ, ਹੁਣ ਮੈਂ ਕੰਮ 'ਚ ਕੰਪਰੋਮਾਈਜ਼ ਨਹੀਂ ਕਰ ਸਕਦੀ। ਮੈਨੂੰ ਹੀ ਪਤਾ ਮੇਰੇ ਲਈ ਕੀ ਵਧੀਆ ਹੈ। ਗਾਣੇ ਤਾਂ ਸਾਰੇ ਵਧੀਆ ਨੇ, ਸਾਰੇ ਵਧੀਆ ਬਣਾ ਰਹੇ ਨੇ, ਸ਼ੂਟ ਵੀ ਵਧੀਆ ਹੋ ਰਿਹਾ। ਹੁਣ ਕੱਲ ਨੂੰ ਜੇ ਮੇਰੀ ਜਗ੍ਹਾ ਕੋਈ ਹੋਰ ਹੋਏ, ਕੋਈ ਹੋਰ ਫੀਲਡ ਦਾ ਹੋਏ, ਹੈ ਨਾ, ਉਹ ਤਾਂ ਹੀ ਸੋਚੇਗਾ ਕਿ ਯਾਰ ਆਹ ਜੌਬ 'ਚ ਵਧੀਆ ਸੈਲਰੀ ਨਹੀਂ ਮਿਲ ਰਹੀ ਆ, ਇੱਥੇ ਵਧੀਆ ਬੰਦੇ ਨਹੀਂ, ਮੈਂ ਇੱਥੇ ਨਹੀਂ ਕਰ ਸਕਦਾ, ਜਾਂ ਕੁਆਲਿਟੀ ਆਫ ਵਰਕ ਨਹੀਂ ਹੈ, ਤਾਂ ਉਹ ਵੀ ਤਾਂ ਸੋਚੇਗਾ ਨਾ, ਉਹ ਵੀ ਰਿਜੈਕਟ ਕਰ ਸਕਦਾ। ਤਾਂ ਮੈਂ ਕਿਉਂ ਨਾ ਸੋਚਾਂ ਆਪਣੇ ਕੰਮ ਬਾਰੇ ਕਿ ਯਾਰ ਸ਼ਾਇਦ ਆਹ ਚੀਜ਼ ਮੈਨੂੰ ਇੰਨੀ ਜ਼ਿਆਦਾ, ਜਾਂ ਮੈਂ ਇਹਦੇ 'ਚ 100% ਸ਼ਾਇਦ ਨਹੀਂ ਦੇ ਪਾਉਂਗੀ ਆਪਣਾ, ਤਾਂ ਇਹਨਾਂ ਨੂੰ ਵੀ ਫਾਇਦਾ ਨਹੀਂ ਹੋਣਾ ਉਹ ਚੀਜ਼ ਦਾ। ਪਰ ਕਈ ਆਰਟਿਸਟ ਇੱਦਾਂ ਵੀ ਸੋਚਦੇ ਆ ਵੀ ਅਸੀਂ ਜਿੰਨਾ ਜ਼ਿਆਦਾ ਕੰਮ ਕਰਾਂਗੇ ਉਨੀ ਜ਼ਿਆਦਾ ਵਿਜ਼ਿਬਿਲਿਟੀ ਹੋਏਗੀ। ਜਿਵੇਂ ਆਦਾ ਇੱਕ ਟਾਈਮ ਤੇ ਮਿਸ ਪੂਜਾ ਹਰ ਗਾਣੇ 'ਚ ਆਉਂਦੇ ਹੁੰਦੇ ਸਨ, ਤੇ ਹੁਣ ਗੁਰਲੇਜ਼ ਅਖਤਰ ਦੇ ਕਿੰਨੇ ਜ਼ਿਆਦਾ ਗਾਣੇ ਆਉਂਦੇ ਹਨ। ਇੱਦਾਂ ਫੀਮੇਲ ਐਕਟਰਸ ਵੀ ਕਈ ਇੱਦਾਂ ਦੇ ਹੈਗੇ ਜਿਹੜੇ ਸਿੰਗਰਸ ਫਿਰ ਵੀ ਚੱਲ ਜਾਂਦੇ ਆ। ਨਹੀਂ ਫੀਮੇਲ ਐਕਟਰਸ ਵੀ ਹੈਗੇ ਆ ਜਿਹੜੇ ਗੀਤਾਂ ਦੇ ਵਿੱਚ ਐਕਟਿੰਗ ਕਰਦੇ ਆ, ਉਹ ਵੀ ਕਈ ਇੱਦਾਂ ਦੇ ਹੈਗੇ। ਹੁਣ ਨਾਮ ਕਿਸੇ ਦਾ ਕੀ ਲੈਣਾ ਕਿ ਉਹ ਬਹੁਤ ਜ਼ਿਆਦਾ ਗਾਣਾ ਕਰਦੇ, ਮਤਲਬ ਰੋਜ਼ ਹੀ ਉਹਨਾਂ ਦਾ ਗਾਣਾ ਆ ਰਿਹਾ ਹੁੰਦਾ। ਵੈਸੇ ਇੱਕ ਦਾ ਪੋਸਟਰ ਸਵੇਰੇ ਪਾਉਂਦੇ, ਦੂਜੇ ਦਾ ਸ਼ਾਮੀ। ਮੈਨੂੰ ਤਾਂ ਲੱਗਦਾ ਚਲੋ ਸਿੰਗਰਸ ਫਿਰ ਵੀ, ਕਿਉਂਕਿ ਉਹਨਾਂ ਦੀ ਫੇਸ ਮਤਲਬ ਬਹੁਤ ਘੱਟ ਨੇ ਜਿਹੜੇ ਸਕਰੀਨ ਦੇ ਅੱਗੇ ਆਉਂਦੇ ਆ, ਤਾਂ ਚੱਲ ਜਾਂਦਾ। ਬਟ ਮੈਨੂੰ ਇੱਦਾਂ ਲੱਗਦਾ ਕਿ ਮੈਂ ਅਗਰੀ ਕਰਦੀ ਹਾਂ, ਮੈਨੂੰ ਇੱਦਾਂ ਲੱਗਦਾ ਕਿ ਬਹੁਤ ਜ਼ਿਆਦਾ ਵੀ ਤੁਸੀਂ ਨਹੀਂ ਆਉਣਾ ਚਾਹੀਦਾ ਕਿ ਕਿ ਇੱਕ ਹੁੰਦਾ ਨਾ ਕਿ ਆਪਣੀ ਵੈਲਿਊ ਘੱਟ ਹੋ ਜਾਂਦੀ ਹੈ ਨਾ, ਕਿ ਤੁਸੀਂ ਜਿੰਨਾ ਹਰ ਕਿਤੇ ਇੱਦਾਂ ਹੁੰਦਾ ਤੁਸੀਂ ਬੰਦੇ ਨੂੰ 10 ਦਿਨ ਮਿਲੋ, ਬੰਦਾ ਤੁਹਾਨੂੰ ਕੁਝ ਜਾਣੇ ਹੀ ਨਾ, ਹੈ ਨਾ। ਸੋ ਮੈਨੂੰ ਇੱਦਾਂ ਲੱਗਦਾ ਕਿ ਤੁਹਾਡਾ ਕੰਮ ਵੀ ਨਾ ਵਧੀਆ ਹੋਣਾ ਚਾਹੀਦਾ। ਮੈਂ ਆ ਨਹੀਂ ਕਹਿ ਰਹੀ ਕਿ ਤੁਸੀਂ ਜ਼ਿਆਦਾ ਨਹੀਂ ਕਰਨਾ, ਮਤਲਬ ਅਗਰ ਤੁਸੀਂ 10 ਤੋਂ 10 ਦਿਨ ਵੀ ਕਰ ਰਹੇ ਹੋ ਨਾ, ਤਾਂ ਉਹ 10 ਵਧੀਆ ਹੀ ਹੋਣੇ ਚਾਹੀਦੇ। ਉਹ ਤਾਂ ਹੈ। ਕੁਆਲਿਟੀ ਵਾਲਾ ਕੰਮ ਕਰੋ, ਚਾਹੇ ਤੁਸੀਂ 30 ਤੋਂ 20 ਦਿਨ ਕਰ ਰਹੇ ਹੋ, ਬਟ ਉਹ ਵਧੀਆ ਕੰਮ ਹੋਣਾ ਚਾਹੀਦਾ। ਜਿਵੇਂ ਆਪਾਂ ਕਿਸੇ ਦੇ ਘਰ ਨਹੀਂ ਜਾਂਦੇ ਤੇ ਉਹ ਕਹਿੰਦੇ ਵੀ ਇਹ ਤਾਂ ਰੋਜ਼ ਹੀ ਆ ਜਾਂਦੇ ਆ, ਹਾਂ, ਤੇ ਆਪਾਂ ਕਹਿੰਦੇ ਨਹੀਂ ਹੁਣ ਨਹੀਂ ਜਾਣਾ, ਅੱਜ ਕੱਲ ਤਾਂ ਗਏ ਸੀ, ਐਗਜ਼ੈਕਟਲੀ ਮਹੀਨੇ ਬਾਅਦ ਜਾਵਾਂਗੇ ਹੁਣ। ਇਹ ਮੈਂ ਸ਼ਿਪਰਾ ਗੋਇਲ ਹੋਰਾਂ ਦਾ ਇੰਟਰਵਿਊ ਕਿਹਾ ਸੀ ਨਾ, ਤੇ ਕੀਤਾ, ਤੇ ਉਹ ਵੀ ਕਹਿੰਦੇ ਕਿ ਮਤਲਬ ਮੈਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਬਹੁਤ ਘੱਟ ਗਾਣੇ ਕਰਦੇ ਹੋ, ਤੇ ਕਹਿੰਦੇ ਮੈਨੂੰ ਹੁਣ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਰੂਡ ਲੱਗੇ ਆ, ਐਦਾਂ ਲੱਗੇ ਵੀ ਐਟੀਟਿਊਡ ਹੈ ਮੇਰੇ 'ਚ, ਪਰ ਮੈਨੂੰ ਮੇਰੀ ਆਵਾਜ਼ ਲਗਜ਼ਰੀ ਹੋਣੀ ਚਾਹੀਦੀ ਹੈ ਵੀ ਹਰ ਕਿਸੇ ਕੋਲ ਨਾ ਪਹੁੰਚੇ। ਆਈ ਐਗਰੀ, ਸੇਮ, ਮੈਂ 100% ਐਗਰੀ ਕਰਦੀ ਹਾਂ। ਸੋ ਉੱਦਾਂ ਤੁਸੀਂ ਘਰ ਦਾ ਕਰ ਲੈਂਦੇ ਰੋਟੀ ਪਾਣੀ? ਸਭ ਕੁਝ ਕਰਦੀ ਹਾਂ ਮੈਂ ਉਹੀ ਗੱਲ ਦੱਸ ਰਹੀ ਹਾਂ ਕਿ ਮੈਂ ਬਣੀ ਤਾਂ ਹੁਣ ਨਾ, ਬਟ ਹੁਣ ਤਾਂ ਚਲੋ ਮੈਨੂੰ ਮੌਕਾ ਮਿਲਦਾ ਮੈਂ ਘਰ 'ਚ ਸਭ ਕੁਝ ਕਰਦੀ ਹਾਂ। ਮੈਨੂੰ ਯਾਦ ਹੈ ਮੈਂ ਛੋਟੀ ਵੀ ਸੀਗੀ, ਮਤਲਬ ਮੈਂ ਆਪਣੇ ਘਰ ਕਿੰਨੇ ਸਾਲ ਦੀ ਹੋਊਂਗੀ ਤੁਸੀਂ ਮਤਲਬ ਜਦੋਂ ਦੀ ਮੈਨੂੰ ਹੋਸ਼ ਆਈ ਹੈ ਨਾ, ਮੈਨੂੰ ਸ਼ੌਂਕ ਬੜਾ ਸੀਗਾ ਕਿ ਮੈਂ ਤਾਂ ਕਿਚਨ 'ਚ ਇੱਦਾਂ ਰੋਟੀਆਂ ਬਣਾਉਣੀਆਂ, ਆਹ ਕਰਨੀ ਹੈ, ਉਹ ਮੈਂ ਸਭ ਕੁਝ ਬਣਾਉਂਦੀ ਹਾਂ। ਤੁਸੀਂ ਚਾਹੇ ਮੈਨੂੰ ਕਹਿ ਲਓ ਕਿ ਦਾਲ, ਰੋਟੀ, ਸਬਜ਼ੀ ਸਭ ਆਉਂਦੀ ਹੈ। ਪਰੌਂਠੇ ਵੀ ਆਉਂਦੇ, ਆਲੂ ਦੇ ਵੀ ਆਉਂਦੇ। ਤੁਹਾਨੂੰ ਅੱਜ ਬਣਾ ਕੇ ਨਹੀਂ ਲਿਆਉਣੇ ਚਾਹੀਦੇ? ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਦੱਸਿਆ ਕੀ ਹੁੰਦਾ? ਮੈਨੂੰ ਲੱਗੇ ਮੇਰੇ ਵਾਂਗੂ ਤੁਸੀਂ ਡਾਈਟ ਕੌਨਸ਼ੀਅਸ ਹੋ। ਨਹੀਂ ਹੁਣ ਇੱਥੇ ਆ ਕੇ ਵੀ ਜੇ ਮੋਟਰ ਤੇ ਬਹਿ ਕੇ ਵੀ ਹੋਣਾ ਡਾਈਟ ਕੌਨਸ਼ੀਅਸ। ਫਰੂਟ ਖਾਓ। ਨਹੀਂ ਫਰੂਟ ਤੁਸੀਂ ਖਾਦਾ ਨਹੀਂ। ਹੁਣ ਤੁਸੀਂ ਇਹ ਦੱਸੋ, ਦੇਖੋ ਮੱਖੀਆਂ ਕਿੰਨੀਆਂ ਬਹਿ ਗਈਆਂ ਉੱਤੇ, ਤੇ ਹੁਣ ਤੁਸੀਂ ਇਹ ਦੱਸੋ ਵੀ ਹੁਣ ਕੀ ਮੰਗਾਈਏ ਤੁਹਾਡੇ ਲਈ? ਚਾਹ ਮੰਗਾਈਏ, ਲੱਸੀ ਮੰਗਾਈਏ? ਜੇ ਮੈਂ ਕਹਿਦਾ ਇੱਥੇ ਲੱਸੀ ਲਿਆਓ, ਮੈਂ ਕਹਿਣ ਹੈ ਨਹੀਂ, ਫਿਰ ਚਾਹ ਹੀ ਪੈਂਦੀ ਹੈ। ਨਹੀਂ ਇੱਧਰ ਮੱਝਾਂ ਬੰਨੀਆਂ ਹੋਈਆਂ ਉਹਨਾਂ ਨੇ, ਸ਼ਾਇਦ ਹੋਏ, ਪਤਾ ਕਰ ਲਾਂਗੇ। ਪਰ ਚਾਹ ਅਸੀਂ ਮੰਗਾ ਸਕਦੇ ਹਾਂ। ਕੌਣ ਹੁਣ ਜਾਏਗਾ ਚਾਹ ਲੈਣ ਲਈ? ਆਪਣੀ ਪਹਿਲਾਂ ਤੋਂ ਹੀ ਗੱਲ ਹੋ ਰਹੀ ਸੀ ਚਾਹ ਤੁਸੀਂ ਲੈ ਆਓ, ਤੇ ਕੱਪ ਕੁ ਪਏ ਆ ਸਾਰੇ, ਚਾਹ ਵਿੱਚ ਲੈ ਆਓ ਇੱਥੇ ਬਣਾ ਕੇ, ਤੇ ਪੀ ਲਾਂਗੇ। ਤੁਸੀਂ ਸਬਜ਼ੀ ਸਾਰੀਆਂ ਬਣਾ ਲੈਂਦੇ ਹੋ? ਕੜੀ ਚੌਲ ਬਣਾ ਲੈਂਦੇ ਹੋ? ਕੜੀ, ਹਾਂ ਕੜੀ ਮੈਨੂੰ ਮਤਲਬ ਕੜੀ ਮੈਂ ਬਣਾ ਲੈਂਦੀ ਹਾਂ, ਤੇ ਮਤਲਬ ਮੇਰੇ ਤੁਸੀਂ ਟੈਸਟ ਲੈ ਰਹੇ ਹੋ? ਬਣਾ ਲੈਂਦੀ ਆ ਤੇ ਮੈਨੂੰ ਆਉਂਦੀ ਹੈ, ਚ ਫਰਕ ਹੁੰਦਾ। ਹਾਂ ਬਣਾ ਲੈਂਦੀ ਹਾਂ ਮੈਂ। ਤੁਸੀਂ ਨਹੀਂ ਬਣਾ ਲੈਣਾ ਤੇ ਐਵੇਂ ਹੁੰਦਾ ਕਿ ਹਰ ਬੰਦਾ ਹਰ ਚੀਜ਼ ਬਣਾ ਹੀ ਲੈਂਦਾ, ਨਹੀਂ ਮੈਂ ਖਾਣ ਲਾਇਕ ਬਣੀ ਹੈ ਨਹੀਂ ਯਾਰ। ਉਹੀ ਮੇਰੇ ਆਹੀ ਸੀਗਾ ਕਿ ਮੈਂ ਕਦੇ ਖਿਲਾਈ ਨਹੀਂ ਇਦਾਂ ਕਿਸੇ ਨੂੰ। ਸੋ ਕੜੀ ਚੌਲ ਦੀ ਕੀ ਹੁੰਦੀ ਰੈਸਿਪੀ? ਮੈਨੂੰ ਆਹ ਦੇਖੋ, ਆਹ ਤਾਂ ਮੈਨੂੰ ਪਤਾ ਬੇਸਨ 'ਚ ਬਣਦੀ ਹੈ, ਬੇਸਨ ਹੁੰਦੀ ਹੈ, ਲੱਸੀ ਹੁੰਦੀ ਹੈ, ਤੇ ਕੜੀ ਦਹੀਂ 'ਚ ਵੀ ਬਣ ਜਾਂਦੀ ਹੈ। ਦਹੀਂ 'ਚ ਨਹੀਂ,
ਖੱਟੀ ਲੱਸੀ ਆਈ ਮੀਨ ਜੇ ਦਹੀਂ ਖੱਟਾ ਹੋ ਜੇ ਬਹੁਤ ਜ਼ਿਆਦਾ ਤਾਂ ਤੁਸੀਂ ਬਣਾ ਸਕਦੇ ਹੋ, ਬਟ ਉਹਦਾ ਦਹੀਂ 'ਚ ਨਹੀਂ ਬਣਦੀ। ਨਹੀਂ ਬਣ ਜਾਂਦੀ ਹੈ ਯਾਰ, ਦਹੀਂ ਦੇ ਵਿੱਚ ਪਾਣੀ ਪਾ ਕੇ ਤੇ ਲੱਸੀ ਵੀ ਬਣ ਜਾਣੀ ਉਹ। ਹਾਂ ਪਰ ਖੱਟੀ ਹੋਣੀ ਚਾਹੀਦੀ ਹੈ ਨਾ, ਕੜੀ ਹਮੇਸ਼ਾ ਖੱਟੀ ਹੁੰਦੀ, ਹਲਕੀ ਜਿਹੀ ਖੱਟੀ ਹੁੰਦੀ ਹੈ ਨਹੀਂ ਖਟਾਸ। ਤੇ ਜੇ ਦਹੀਂ ਖੱਟਾ ਤੇ ਲੱਸੀ ਵੀ ਖੱਟੀ ਹੋਏਗੀ ਨਾ। ਓਹੋ ਆ ਕੀ ਅਸੀਂ ਤੁਹਾਡੇ ਲਈ ਛੱਲੀਆਂ ਵੀ ਮੰਗਵਾਈਆਂ ਕਿਉਂਕਿ ਹੁਣ ਮੋਟਰ ਤੇ ਆਏ ਆ ਤੇ ਕੋਈ ਸੁੱਖ ਤਾਂ ਹੋਣਾ ਚਾਹੀਦਾ। ਕੀ ਬਾਤ ਹੈ, ਬਿਲਕੁਲ ਫਰੈਸ਼ ਨੇ, ਅਸੀਂ ਇੱਥੋਂ ਹੀ ਹੁਣੇ ਪਟਾਈਆਂ ਪੱਟ ਨੇ, ਕੇ ਲੈ ਕੇ ਆਏ ਆ। ਇੱਥੇ ਪਟਾਈਆਂ ਨੇ ਤੇ ਇੱਥੇ ਬੰਦਾ ਪਿੱਛੇ ਲਾਇਆ ਹੋਇਆ ਭੁੰਨਣ ਲਈ। ਇੱਥੇ ਸਾਡਾ ਚੁੱਲ੍ਹਾ ਵੀ ਹੈਗਾ ਜਿੱਥੇ ਇਸ ਟਾਈਮ ਅਸੀਂ ਸ਼ੂਟ ਕਰ ਰਹੇ ਆ, ਜਿੱਥੇ ਆਪਾਂ ਬੈਠੇ ਹੋਏ ਆ ਇੱਥੇ ਚੁੱਲ੍ਹਾ ਲੱਗਾ ਹੋਇਆ ਸੀ, ਅਸੀਂ ਸ਼ਿਫਟ ਕੀਤਾ ਉਧਰ। ਅੱਛਾ ਅਸੀਂ ਉਧਰ ਸ਼ਿਫਟ ਕੀਤਾ ਕਿਉਂਕਿ ਬਈ ਇੱਥੇ ਆਪਣੇ ਭਈਏ ਬੈਠੇ ਸੀ, ਉਹ ਕਹਿੰਦੇ ਕਿ ਅਸੀਂ ਰੋਟੀ ਖਾ ਕੇ ਜਾਣੀ ਹੈ ਤੇ ਤੁਸੀਂ ਸਵੇਰੇ ਸਵੇਰੇ ਆ ਗਏ ਹੋ। ਅਸੀਂ ਕਿਹਾ ਕੋਈ ਨਹੀਂ, ਤੁਸੀਂ ਥੋੜਾ ਵੇਟ ਕਰੋ, ਪਹਿਲਾਂ ਅਸੀਂ ਸ਼ੂਟ ਕਰ ਲਈਏ। ਅਸੀਂ ਪਹਿਲਾਂ ਉਹਨਾਂ ਨੂੰ ਚਾਹ ਚੂ ਪਿਆ ਕੇ ਤੋਰ ਦਿੱਤਾ, ਹੁਣ ਉਹ ਦੁਬਾਰਾ ਆਉਣਗੇ ਜਦੋਂ ਆਪਣਾ ਸ਼ੂਟ ਮੁੱਕ ਜਾਏ ਫਿਰ ਰੋਟੀ ਬਣਾਉਣਗੇ। ਬਟ ਛੱਲੀ ਆਪਾਂ ਤੁਹਾਡੇ ਲਈ ਕਰ ਲਈ ਅਰੇਂਜ। ਤੁਸੀਂ ਤਾਂ ਲੈ ਕੇ ਨਹੀਂ ਆਏ ਸਾਡੇ ਲਈ ਆਲੂ ਦੇ ਪਰਾਂਠੇ। ਤੁਸੀਂ ਮੈਨੂੰ ਕਿਹਾ ਕੀ ਤੁਸੀਂ ਮੈਨੂੰ ਕਿਹਾ ਰੋਟੀ ਬਣਾ ਗॉड ਇਹ ਤੁਸੀਂ ਵਾਇਰਲ ਬੋਲਤੀ ਹੈ ਹਾਂ, ਉਹੀ ਹੁਣ ਤਾਂ ਵਾਇਰਲ ਹੋ ਗਈ ਹੈ। ਉਹੀ ਤਾਂ ਕਹਿ ਰਹੀ ਹਾਂ ਮੈਂ, ਦੂਰੋਂ ਹੀ ਦਿਸ ਜਾਂਦੀ ਸਾਨੂੰ ਰੀਲ ਆਉਂਦੀ ਹੈ। ਸੋ ਕੜੀ ਚੌਲ ਮੈਂ ਕਹਿੰਦਾ ਲੱਸੀ ਚ ਵੀ ਲੱਸੀ ਚ ਬਣ ਸਕਦੀ ਹੈ, ਖੱਟੀ ਹੁੰਦੀ ਹੈ ਕੜੀ ਦਾ ਜਿਹੜਾ ਮੇਰੇ ਤੇ ਮੁੱਛਾਂ ਹੀ ਖਰਾਬ ਹੋ ਜਾਣੀ ਛੱਲੀ ਖਾਂਦੇ ਖਾਂਦੇ। ਤੁਸੀਂ ਤੁਸੀਂ ਸਕਿਪ ਕਰੋ। ਕੜੀ ਦਾ ਕੀ ਹੁੰਦਾ, ਥੋੜੀ ਖਟਾਸ ਉਹਦੀ ਜਿਹੜੀ ਆਪਾਂ ਕਹਿੰਦੇ ਮੇਨ ਚੀਜ਼ ਹੁੰਦੀ ਹੈ ਕਿ ਹਲਕੀ ਖਟਾਸ ਹੁੰਦੀ ਹੈ ਕੜੀ 'ਚ। ਤੇ ਕੜੀ 'ਚ ਕੱਲੀ ਇੱਕ ਇਦਾਂ ਦੀ ਡਿਸ਼ ਤੁਸੀਂ ਕਹਿ ਲਓ ਕਿ ਜਿਸ 'ਚ ਸਾਰੀਆਂ ਤੁਸੀਂ ਮਸਾਲੇ ਪਾ ਸਕਦੇ, ਸੁੱਕੇ ਮਸਾਲੇ ਜਿਹੜੇ ਹੁੰਦੇ ਆ ਸਾਰੇ ਪਾ ਦਿਓ। ਕੜੀ ਪੱਤਾ, ਮੋਟੀ ਇਲਾਇਚੀ, ਹੋਰ ਕੀ ਹੁੰਦਾ ਹੈ, ਹੀਂਗ, ਫਿਰ ਉਹ ਕੀ ਕਹਿੰਦੇ ਮਸਟਰਡ ਨੂੰ ਕੀ ਕਹਿੰਦੇ ਉਹ 'ਚ ਮਸਟਰਡ ਉਹ ਮੇਥੇ। ਅੱਛਾ, ਆ ਸਾਰੀਆਂ ਚੀਜ਼ਾਂ ਤੁਸੀਂ ਮਤਲਬ ਸਭ ਕੁਝ ਪਾ ਸਕਦੇ ਹੋ ਕੜੀ 'ਚ, ਜਿੰਨਾ ਕੁਝ ਤੁਹਾਨੂੰ ਯਾਦ ਆਉਂਦਾ ਸਾਰਾ ਕੁਝ ਪਾ ਦਿਓ। ਚੱਜ ਦੀ ਵੀ ਬਣਨੀ ਚਾਹੀਦੀ ਹੈ, ਵਧੀਆ ਬਣਦੀ ਹੈ। ਮੈਂ ਉਹੀ ਕਹਿ ਰਹੀ ਹਾਂ ਕਿ ਮੈਂ ਉੱਦਾਂ ਮੈਂ ਕਹਿ ਨਹੀਂ ਸਕਦੀ ਕਿ ਮੈਂ ਵਧੀਆ ਬਣਾਉਣੀ ਹੈ ਕਿ ਮੈਂ ਖਿਲਾਈ ਨਹੀਂ ਕਿਸੇ ਨੂੰ। ਮੇਰੀ ਮੰਮਾ ਨੇ ਖਾਈ, ਮੰਮਾ ਤਾਂ ਤਾਰੀਫ ਹੀ ਕਰਦੇ ਆ। ਮੰਮਾ ਤੇ ਹਰ ਚੀਜ਼ ਦੀ ਤਾਰੀਫ ਕਰਦੇ ਆ। ਉਹੀ ਹੈ, ਬਾਕੀ ਜਿਹੜੀ ਮੈਂ ਹੋਰ ਚੀਜ਼ਾਂ ਬਣਾਈਆਂ ਉਹ ਮੈਨੂੰ ਲੱਗਦਾ ਹੈ ਕਿ ਆਮ ਗੁੱਡ, ਉਹਨਾਂ ਦੀ ਦੂਜੇ ਵੀ ਤਾਰੀਫ ਕਰਦੇ ਆ। ਸੋ ਅਗਲੀ ਵਾਰ ਜਦੋਂ ਆਪਾਂ ਡਿਫੈਂਡਰ ਦੇ ਵਿੱਚ ਕਿਹੜੀ ਲਾਣੀ ਹੈ ਤੇ ਫਿਰ ਤੁਸੀਂ ਕੜੀ ਚੌਲ ਲੈ ਕੇ ਆਉਣੇ ਆ। ਨਹੀਂ ਤੁਸੀਂ ਘਰੇ ਆ ਜਾਓ। ਲੈ ਘਰੇ ਥੋੜਾ ਘਰੇ ਬੈ ਕੇ ਇੰਟਰਵਿਊ ਕਰਾਂਗੇ। ਨਹੀਂ ਘਰੇ ਬੈ ਕੇ ਤਾਂ ਕਰ ਹੀ ਲਾਂਗੇ, ਬਟ ਡਿਫੈਂਡਰ ਵਾਲਾ ਨਹੀਂ ਫਿਰ ਕਰਨਾ ਤੁਸੀਂ ਉਹ ਕਰਿਓ ਨਾ ਕਿ ਮੈਂ ਖਾਣਾ ਬਣਾ ਰਹੀ ਹਾਂ, ਨਾਲ ਤੁਸੀਂ ਚੈਕਿੰਗ ਮੈਨੂੰ ਕੁਐਸਚਨ ਪੁੱਛੋ। ਨਹੀਂ ਚੈਕਿੰਗ ਹਾਂ ਵੀ ਆਉਂਦੇ ਨੇ ਐਵੇਂ ਮਾਰ ਰਹੇ, ਕਿਉਂਕਿ ਬਹੁਤੇ ਲੋਕ ਕੈਮਰੇ ਤੇ ਕੁਝ ਵੀ ਬੋਲ ਕੇ ਤੁਰ ਜਾਂਦੇ ਆ ਨਾ। ਮੈਂ ਕੌਨਫੀਡੈਂਟ ਹੋ ਗਈ, ਮਤਲਬ ਕਿਉਂਕਿ ਮੈਂ ਮੰਮਾ ਕਈ ਵਾਰੀ ਮੈਂ ਤੇ ਮੇਰਾ ਭਰਾ ਹੁੰਦਾ ਸੀ, ਕਿਹੜਾ ਮੇਡ ਹੁੰਦੀਆਂ ਸੀ ਉਸ ਟਾਈਮ, ਤੇ ਉਦਾਂ ਖਾਣਾ ਬਣਿਆ ਹੁੰਦਾ ਸੀਗਾ। ਮੈਨੂੰ ਸ਼ੌਂਕ ਬੜਾ ਹੁੰਦਾ ਸੀ ਰੋਟੀਆਂ ਬਣਾਉਣ ਦਾ, ਇਹ ਉਹ, ਤਾਂ ਮੈਂ ਮੰਮਾ ਤੋਂ ਹਰ ਚੀਜ਼ ਸਿੱਖੀ ਹੈ। ਮੇਰਾ ਟੇਸਟ ਵੀ ਨਾ ਜਿੱਦਾਂ ਮੰਮਾ ਬਣਾਉਂਦੇ ਮੇਰਾ ਸੇਮ ਉਦਾਂ ਦਾ ਹੀ ਟੇਸਟ ਹੈ ਖਾਣੇ 'ਚ ਵੀ, ਕਿਉਂਕਿ ਮੈਂ ਸਿੱਖਿਆ ਹੀ ਉਹਨਾਂ ਤੋਂ ਹੈ। ਛੋਟੇ ਹੁੰਦੇ ਤੋਂ ਮੈਂ ਬਹੁਤ ਚੀਜ਼ਾਂ ਬਣਾਈਆਂ। ਕੁੱਟ ਪਈ ਤੁਹਾਨੂੰ ਛੋਟੇ ਹੁੰਦੇ? ਬਹੁਤ। ਕਿਸ ਗੱਲ ਤੋਂ? ਸੋ ਮੇਰੇ ਮੰਮਾ ਨਾ ਥੋੜੇ ਸਟ੍ਰਿਕਟ ਸੀਗੇ ਛੋਟੇ ਹੁੰਦੇ, ਬਹੁਤ ਮਤਲਬ ਸਾਡੇ ਬਹੁਤ ਕੱਬੇ ਜਿਹੇ ਰਹਿੰਦੇ ਸੀ ਸਾਡੇ ਉੱਪਰ ਕਿ ਤੁਸੀਂ ਆ ਨਹੀਂ ਕਰਨਾ, ਵਾਰਾਗਰਦੀਆਂ ਨਹੀਂ ਕਰਨੀਆਂ। ਮੇਰੇ ਮੰਮਾ ਹੁਣ ਵਰਕਿੰਗ ਸੀਗੇ ਪਿੱਛੋਂ ਦੀ, ਅਸੀਂ ਤਾਂ ਸਕੂਲ ਤਾਂ ਆਉਂਦੇ ਨਿਕਲ ਜਾਂਦੇ ਸੀ, ਦੌੜ ਜਾਂਦੇ ਸੀ, ਤੇ ਮੰਮਾ ਆਉਂਦੇ ਸੀ 5-5:30 ਵਜੇ ਤੇ ਅਸੀਂ ਉਸ ਤੋਂ ਪਹਿਲਾਂ ਅੰਦਰ। ਤੇ ਇੱਕ ਵਾਰੀ ਮੰਮਾ ਉੱਦਾਂ ਹੀ ਜਲਦੀ ਆ ਗਏ ਤੇ ਅਸੀਂ ਧੁੱਪ 'ਚ ਲੱਗੇ ਹੋਏ ਕੀ ਕਰਨਾ, ਖੇਡਣ। ਕੁਛ ਜਿੱਦਾਂ ਬੱਚੇ ਮੰਮਾ ਬੜਾ ਧਿਆਨ ਰੱਖਦੇ ਸੀ ਕਿ ਅਸੀਂ ਕਿਹਦੇ ਨਾਲ ਕੰਪਨੀ ਰੱਖ ਰਹੇ ਹਾਂ, ਕਿਹੜੇ ਬੱਚਿਆਂ ਨਾਲ ਵਧੀਆ ਹੈਗੇ ਨਹੀਂ, ਤੇ ਬੜੇ ਥੋੜੇ ਨਾ ਜ਼ਿਆਦਾ ਨਹੀਂ ਸੋਚਦੇ। ਮੈਨੂੰ ਲੱਗਦਾ ਬੀਇੰਗ ਅ ਸਿੰਗਲ ਪੈਰੈਂਟ ਉਹ ਸਹੀ ਸੋਚਦੇ ਹੁੰਦੇ ਸੀ। ਤੇ ਅਸੀਂ ਤਾਂ ਬੱਚੇ, ਸਾਨੂੰ ਕੀ ਫਰਕ ਪੈਂਦਾ ਸੀ, ਤਾਂ ਕਿਸੇ ਨਾਲ ਵੀ ਖੇਡਣਾ ਸ਼ੁਰੂ ਹੋ ਜਾਂਦੇ ਸੀ। ਤੇ ਇੱਕ ਵਾਰੀ ਅਸੀਂ ਆਏ ਤੇ ਨਾ ਸਾਡੇ ਨਾ ਕੋਈ ਨਾਲ ਦੇ ਬੱਚੇ ਜਿਹੇ ਸੀਗੇ, ਉਹਨਾਂ ਨੇ ਸਾਨੂੰ ਨਾ ਨਾਲ ਰਲਾ ਲਿਆ ਤੇ ਪੇੜ ਤੇ ਕਹਿੰਦੇ ਕਿ ਚਲੋ ਆਪਾਂ ਆਹ ਚੜਨਾ ਹੈ। ਕੀ ਕਰਨ ਲਈ ਚੜੇ ਸੀ ਪੇੜ ਤੇ? ਜਾਮੁਨ ਦਾ ਪੇੜ ਸੀ ਨਾ, ਅੰਬ ਦਾ ਪੇੜ ਸੀਗਾ। ਚੜ ਗਏ, ਮੇਰਾ ਭਰਾ ਚੜ ਗਿਆ ਤੇ ਮੈਂ ਨਾ ਚੜਨ ਲੱਗੀ ਸੀ, ਉਹ ਮੈਨੂੰ ਵੀ ਲੱਗਿਆ ਕਿ ਤੂੰ ਵੀ ਆ ਜਾ ਉੱਪਰ। ਤੇ ਮੈਂ ਨਾ ਹਲੇ ਦੀਵਾਰ ਦੇ ਨਾਲ ਲੱਗਿਆ ਸੀ, ਪਹਿਲਾਂ ਮੈਂ ਦੀਵਾਰ ਚੜੀ ਤੇ ਮੈਂ ਚੜਨ ਲੱਗੀ, ਮੰਮਾ ਆ ਗਈ ਉੱਥੋਂ ਦੀ। ਮੇਰਾ ਤਾਂ ਇੱਕਦਮ, ਮੈਂ ਤਾਂ ਉੱਥੋਂ ਦੀ ਛਾਲ ਮਾਰੀ ਉੱਤੋਂ ਆਪਣੀ ਦੀਵਾਰ ਤੋਂ, ਮੇਰਾ ਭਰਾ ਉੱਪਰ ਪਹੁੰਚਿਆ ਹੋਇਆ। ਮੰਮਾ ਨੇ ਚੱਕਿਆ ਡੰਡਾ, ਉਹ ਉੱਥੇ ਬੈਠਿਆ, ਉਹ ਕਹਿੰਦਾ ਥੱਲੇ ਆ, ਕਹਿੰਦਾ ਮੈਂ ਨਹੀਂ ਆਉਂਦਾ। ਉਹਨੂੰ ਮੰਮਾ ਕਹਿੰਦੇ ਚੱਲ ਮੈਂ ਨਹੀਂ ਮਾਰਦੀ, ਨਹੀਂ ਕਰਦੀ, ਇਹ ਸਭ ਤੋਂ ਵੱਡੀ ਟ੍ਰਿਕ ਹੁੰਦੀ ਹੈ, ਨਹੀਂ ਮਾਰਦੀ, ਤੂੰ ਆ ਜਾ ਥੱਲੇ ਆ ਜਾ। ਉਹ ਆਇਆ, ਉਹਦੇ ਜੋ ਡੰਡਾ ਪਰੇਡ ਹੋਈ, ਮੈਂ ਵਿਚਾਰੀ ਵਿੱਚੋਂ ਦੀ ਮੇਰੇ ਵੀ ਲੱਗੇ ਹੋਏ। ਤੇ ਮੰਮਾ ਨਾ ਇੰਨੇ ਮਤਲਬ ਉਹ ਸਾਨੂੰ ਨਾ
ਇੱਕ ਗਲਤੀ ਹੁੰਦੀ ਸੀ ਉਹਦੇ 'ਚ ਸਿਖਾ ਦਿੰਦੇ ਸੀ ਕਿ ਅਗਲੀ ਵਾਰੀ ਹੋਣੀ ਨਹੀਂ। ਇਹ ਨਾ ਮੰਮੀ ਦੀ ਸਭ ਤੋਂ ਵੱਡੀ ਟ੍ਰਿਕ ਹੁੰਦੀ, ਬਸ ਆ ਜਾ ਇੱਕ ਵਾਰ ਨਹੀਂ ਮਾਰਦੀ। ਨਹੀਂ ਮਾਰਦੀ ਉਹ ਤਾਂ ਬੜਾ, ਸਾਨੂੰ ਤਾਂ ਬਹੁਤ ਮਾਰਾ। ਪਰ ਅੱਜ ਮੇਰੇ ਮੰਮਾ ਉਨੇ ਹੀ ਚਿਲ ਨੇ, ਮੈਨੂੰ ਤਾਂ ਸਮਝ, ਮੈਂ ਕਿਹਾ ਤਾਂ ਬਹੁਤ ਹੀ ਅਲੱਗ, ਕਿਉਂਕਿ ਉਹਨਾਂ ਨੂੰ ਹੁਣ ਪਤਾ ਚੱਲ ਗਿਆ ਨਾ ਅਕਲ ਆ ਗਈ ਹੈ, ਹੁਣ ਅਕਲ ਆ ਗਈ ਹੈ, ਹੁਣ ਤਾਂ ਉਹੀ ਹੈ ਦੋਸਤਾਂ ਵਾਂਗੂ ਰਹਿੰਦੇ। ਨਹੀਂ ਤੇ ਅੱਜ ਕੱਲ ਨਾ ਇੱਕ ਕਨਸੈਪਟ ਕਹਿ ਲਓ, ਹਾਲੇ ਕਨਸੈਪਟ ਨਹੀਂ ਹੈਗਾ, ਟੌਕਸਿਕ ਕਹਿੰਦੇ ਪੈਰੈਂਟਸ ਵੀ ਟੌਕਸਿਕ ਹੋ ਜਾਂਦੇ ਆ ਕਈ ਵਾਰ ਵੀ ਅੱਜ ਕੱਲ ਜਿਵੇਂ ਕਿ ਬੱਚਿਆਂ ਨੂੰ ਤੁਸੀਂ ਕੁੱਟ ਨਹੀਂ ਸਕਦੇ ਸਕੂਲਾਂ 'ਚ ਜਾਂ ਘਰਾਂ 'ਚ ਇਦਾਂ। ਪਰ ਪਤਾ ਨਹੀਂ, ਜਿਵੇਂ ਹੁਣ ਤੁਸੀਂ ਆਪਣੀ ਗੱਲ ਸਿਖਾ ਰਹੇ ਹੋ, ਮੈਨੂੰ ਵੀ ਇਦਾਂ ਲੱਗਦਾ ਕਿ ਜੇ ਉਹ ਮਾਰ ਕੁੱਟ ਨਾ ਪਈ ਹੁੰਦੀ ਤੇ ਸ਼ਾਇਦ ਨਹੀਂ ਅਸੀਂ ਮੈਂ ਇੱਥੇ ਤੱਕ ਨਹੀਂ ਪਹੁੰਚਦੇ। ਮੈਨੂੰ ਇਦਾਂ ਲੱਗਦਾ ਕਿ ਨਾ ਆ ਸਭ ਚੋਚਲੇਬਾਜ਼ੀ ਹੈ। ਅੱਜ ਜ਼ਿਆਦਾ ਸੋਲ ਨਹੀਂ ਬਣਾਤੇ ਆਪਾਂ ਬੱਚੇ। ਮੈਂ ਤਾਂ ਆਪਣੇ ਘਰ 'ਚ ਦੇਖ ਰਹੀ ਹਾਂ, ਪੇਰੈਂਟਸ ਦੀ ਹਿੰਮਤ ਵੀ ਨਹੀਂ ਪੈਂਦੀ, ਜੇ ਮਾਰ ਦੇਣ ਨਾ ਤਾਂ ਆਪੇ ਜਾ ਕੇ ਸੌਰੀ ਬੋਲਦੇ ਆ, ਚਾਹੇ ਗਲਤੀ ਬੱਚੇ ਦੀ ਹੈ। ਐਂਡ ਬੱਚੇ ਉਹਨੇ ਚੰਬਲੇ ਪਏ ਹੁੰਦੇ ਆ, ਮੈਂ ਦੇਖਿਆ ਅੱਜ। ਇਹ ਗੱਲ ਨਾ ਬਹੁਤੇ ਲੋਕਾਂ ਨੂੰ ਲੜ ਜਾਣੀ ਹੈ, ਮੈਨੂੰ ਪਤਾ ਹੈ, ਬਟ ਆਈ ਟੈਲ ਯੂ ਵਨ, ਮੈਂ ਜਿਹੜੀ ਅਗਲੀ ਗੱਲ ਕਹਿਣ ਲੱਗੀ ਆ, ਕੁੱਟਣ ਦੇ ਮੈਂ ਫੇਵਰ ਕੁੱਟਣ ਦੀ ਨਹੀਂ ਕਰ ਰਹੀ, ਮੈਂ ਫੇਵਰ ਕਰ ਰਹੀ ਹਾਂ ਕਿ ਇੱਕ ਪੇਰੈਂਟ ਦਾ ਥੋੜਾ ਜਿਹਾ ਡਰ ਤੇ ਥੋੜਾ ਜਿਹਾ ਆਪਾਂ ਕਹਿੰਦੇ ਆ ਨਾ ਕਿ ਰੋਬ ਹੈ ਨਾ, ਰੋਬ ਜਿਹੜਾ ਹੁੰਦਾ ਹੈ ਉਹ ਹੋਣਾ ਜ਼ਰੂਰੀ ਹੈ, ਕਿ ਅਥਾਰਟੀ ਹੋਣੀ ਚਾਹੀਦੀ ਕੋਈ ਨਾ ਕੋਈ ਘਰ 'ਚ, ਕਿ ਬੱਚਿਆਂ ਨੂੰ ਅਗਰ ਤੁਹਾਡੇ ਬੱਚਾ ਨਹੀਂ ਸੁਣ ਰਿਹਾ, ਇਟ ਮੀਨਸ ਉਹ ਰਿਸਪੈਕਟ ਨਹੀਂ ਕਰਦਾ, ਤੁਹਾਨੂੰ ਵੱਡਾ ਨਹੀਂ ਮੰਨ ਰਿਹਾ। ਜੇ ਉਹਨੂੰ ਲੱਗ ਰਿਹਾ ਕਿ ਮੇਰੀ ਗਲਤ ਐ ਨਹੀਂ ਤਾਂ ਐ ਹੋ ਹੀ ਜਾਣੀ ਹੈ ਪੂਰੀ, ਮੈਂ ਇੱਦਾਂ ਕਰੂੰਗਾ ਤਾਂ ਹੋ ਜਾਏਗੀ, ਇਟ ਮੀਨਸ ਉਹ ਤੁਹਾਨੂੰ ਨਹੀਂ ਮੰਨ ਰਿਹਾ। ਉਹ ਰਿਸਪੈਕਟ ਆ ਨਹੀਂ ਹੁੰਦਾ ਕਿ ਡਰ, ਉਹ ਆ ਚੀਜ਼ ਹੋਣੀ ਚਾਹੀਦੀ ਹੈ ਕਿ ਮੇਰਾ ਪੇਰੈਂਟ ਕਿਵੇਂ ਦਾ ਹੈ, ਉਹ ਮੈਨੂੰ ਅਲਾਉ ਕਰਨਗੇ ਨਹੀਂ ਕਰਨਗੇ, ਸਹੀ ਹੈ ਗਲਤ ਹੈ। ਬੱਚਿਆਂ ਨੂੰ ਅੱਧੀ ਚੀਜ਼ਾਂ ਦਾ ਤਾਂ ਪਤਾ ਲੱਗ ਜਾਂਦੀ ਹੈ ਜੇ ਉਹਨੂੰ ਆ ਪਤਾ ਕਿ ਮੇਰੇ ਪਿਓ ਨੇ ਜੇ ਇਸ ਚੀਜ਼ ਦੀ ਮਨਾ ਕਰਨਾ, ਇਟ ਮੀਨਸ ਆ ਗਲਤੀ ਹੈ। ਜੇ ਬੱਚੇ ਨੂੰ ਆਪ ਪਤਾ ਹੈ ਚੀਜ਼, ਕੁੱਟਣ ਦੀ ਗੱਲ ਨਹੀਂ ਹੈ, ਹਰ ਕੋਈ ਪੇਰੈਂਟ ਨਹੀਂ ਕੁੱਟਦਾ, ਬਟ ਥੋੜੀ ਜਿਹੀ ਡਾਂਟ ਲਾਈਫ 'ਚ ਬੜੀ ਇੰਪੋਰਟੈਂਟ ਹੈ, ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਨਹੀਂ ਕਿ ਮਾਂ ਪਿਓ ਦੀਆਂ ਗਾਲਾਂ ਦੇਸੀ ਘਿਓ ਦੀਆਂ ਨਾਲਾਂ। ਬਿਲਕੁਲ। ਹੁਣ ਮੈਂ ਉਹੀ ਗੱਲ ਦੱਸ ਰਹੀ ਹਾਂ, ਜੇ ਛੋਟੇ ਹੁੰਦੇ ਮੇਰੇ ਮੰਮਾ ਉਹ ਕੰਟਰੋਲ ਨਾ ਰੱਖਦੇ ਸਾਡੇ ਉੱਪਰ ਕਿ ਤੁਸੀਂ, ਬੱਚਾ ਕੋਈ ਗਲਤ ਨਹੀਂ ਹੈ, ਬਟ ਇੱਕ ਹੁੰਦਾ ਹੈ ਕਿ ਹੁਣ ਇਨਫਲੂਐਂਸ, ਜਿੱਦਾਂ ਆਪਾਂ ਕਹਿੰਦੇ ਨਾ ਕਿ ਤੁਸੀਂ ਆਪਣੀ ਕੰਪਨੀ ਵਧੀਆ ਰੱਖੋਗੇ ਤਾਂ ਤੁਸੀਂ ਵਧੀਆ ਰਹੋਗੇ, ਬੱਚਿਆਂ ਨੂੰ ਥੋੜਾ ਪਤਾ ਹੁੰਦਾ ਹੈ। ਤਾਂ ਇੱਕ ਮਾਂ ਪਿਓ ਹੀ ਆਹ ਚੀਜ਼ ਦੇਖਦੇ ਨੇ ਕਿ ਯਾਰ ਆਪਾਂ ਨਿਗਾਹ ਰੱਖੀਏ ਕਿ ਬੱਚਾ ਕਿੱਥੇ ਜਾ ਰਿਹਾ, ਕਿਹਨਾਂ ਨਾਲ ਮਿਲ ਰਿਹਾ। ਤੇ ਮੇਰੀ ਮੰਮਾ ਨੇ ਹਮੇਸ਼ਾ ਉਹ ਚੀਜ਼ ਦਾ ਧਿਆਨ ਰੱਖਿਆ ਕਿ ਵਧੀਆ ਕੰਪਨੀ 'ਚ ਰਹਿਣ, ਬਿਕਾਜ਼ ਉਹ ਵਰਕਿੰਗ ਸੀਗੇ, ਪਿੱਛੋਂ ਦੀ ਅਸੀਂ ਖੇਡਦੇ ਹੁੰਦੇ ਸੀ ਬੱਚਿਆਂ ਨਾਲ, ਤਾਂ ਓਬਵੀਅਸਲੀ ਅਸੀਂ ਉਹੀ ਚੀਜ਼ ਸਿੱਖਾਂਗੇ ਜਿਨ੍ਹਾਂ ਨਾਲ ਆਪਾਂ ਰਹਿ ਰਹੇ ਹਾਂ। ਤਾਂ ਉਹ ਚੀਜ਼ਾਂ ਦਾ ਧਿਆਨ ਦੇਣਾ ਆਈ ਥਿੰਕ ਕੁਝ ਮਾੜਾ ਨਹੀਂ ਹੈ ਉਹਦੇ। ਸੋ ਤੁਸੀਂ ਦੱਸ ਰਹੇ ਸੀ ਵੀ ਵਰਕਿੰਗ ਸੀ, ਸੋ ਉਹਨਾਂ ਦੀ ਜਿਹੜੀ ਪੁਲਿਸ ਵਾਲੀ ਜੌਬ ਸੀ ਉਹ ਤਾਂ ਚਲੀ ਗਈ, ਫਿਰ ਉਹੀ ਜੌਬ ਉਹਨਾਂ ਨੂੰ ਦੁਬਾਰਾ ਮਿਲ ਗਈ? ਨਹੀਂ, ਮਿਲੀ ਨਹੀਂ ਸੀ, ਕਿਉਂਕਿ ਕਾਫੀ ਟਾਈਮ, ਕਿਉਂਕਿ ਟ੍ਰੇਨਿੰਗਸ ਵਗੈਰਾ ਕਾਫੀ ਸਕਿਪ ਹੋ ਗਈਆਂ। ਦੈਨ ਉਸ ਤੋਂ ਬਾਅਦ ਟਰਾਮਾ ਐਂਡ ਇੰਨਾ ਜ਼ਿਆਦਾ ਤੁਸੀਂ ਕਹਿ ਲਓ ਧੱਕਾ ਲੱਗਣਾ, ਇੰਨੀ ਹਿੰਮਤ ਹੀ ਨਹੀਂ। ਮੇਰੇ ਮੰਮਾ ਨੇ ਮੈਨੂੰ ਦੱਸਿਆ ਕਿ ਉਹਨਾਂ ਦਾ ਤਾਂ weight ਇੱਕਦਮ ਗੇਨ ਹੋ ਗਿਆ ਹੈ ਨਾ, ਐਂਡ ਦੈਨ ਫਿਜ਼ੀਕਲੀ ਬਹੁਤ ਜ਼ਿਆਦਾ ਉਹ ਹੋ ਗਏ ਸੀਗੇ, ਤੇ ਮੈਂਟਲੀ ਤੁਸੀਂ ਆਪ ਸੋਚੋ ਕਿ 2 ਬੱਚੇ ਨੇ, ਜੌਬ ਨਹੀਂ ਹੈਗੀ, ਠੀਕ ਹੈ, ਐਂਡ ਹਸਬੈਂਡ ਨਹੀਂ ਹੈਗਾ, ਤਾਂ ਕਿਵੇਂ ਹੀ ਹੋਏਗੀ ਹੈ ਨਾ ਉਹ ਚੀਜ਼। ਤਾਂ ਜੌਬ ਉਹਨਾਂ ਨੇ ਫਿਰ ਦੂਜੀ ਸ਼ੁਰੂ ਕੀਤੀ, ਹੁਣ ਉਹ ਹੈਲਥ ਲਾਈਨ 'ਚ ਨੇ ਤੇ ਅੱਜ ਤੱਕ ਉਹੀ ਕਰ ਰਹੇ ਨੇ, ਸ਼ੀ ਸਟਿਲ ਵਰਕਿੰਗ ਰੈੱਡ ਕ੍ਰਾਸ ਦੇ ਵਿੱਚ। ਸੋ ਕਹਿੰਦੇ ਵੀ ਹੁਣ ਮੰਮੀ ਬਿਲਕੁਲ ਫਰੈਂਡ ਵਰਗੀ ਹੋ ਗਈ, ਪਰ ਉਦਾਂ ਡਾਂਟਦੇ ਖਰਚਾ ਖੁਰਚਾ ਜ਼ਿਆਦਾ ਕਰਨ ਤੋਂ ਵੀ ਆ ਨਹੀਂ ਜ਼ਿਆਦਾ ਖਰਚਾ ਕਰਦੇ ਤੁਸੀਂ? ਨਹੀਂ, ਹੁਣ ਨਹੀਂ, ਬਟ ਉਹ ਨਾ ਹੁਣ ਅੰਡਰਸਟੈਂਡ ਕਰਦੇ ਨੇ, ਕਿਉਂਕਿ ਮੰਮਾ ਨਾ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਮਤਲਬ ਜਿਵੇਂ ਮੇਰਾ ਭਰਾ ਤੇ ਮੈਂ ਆ ਨਾ, ਅਸੀਂ ਆ ਚੀਜ਼ 'ਚ ਬੜੇ ਹੋ ਰਹੇ ਹਾਂ ਕਿ ਅਸੀਂ ਨਾ ਕਦੇ ਵੀ ਮੰਮਾ ਤੇ ਇਦਾਂ ਨਹੀਂ ਕਿਹਾ ਕਿ ਆ ਚੀਜ਼ ਚਾਹੀਦੀ, ਅਸੀਂ ਜ਼ਿੱਦ ਨਹੀਂ ਕੀਤੀ ਕਦੇ ਵੀ। ਬੱਚੇ ਹੁੰਦੇ ਆ ਕਿ ਸਾਨੂੰ ਚਾਹੀਦੀ ਹੈ। ਨਹੀਂ, ਕਈ ਜਦੋਂ ਬੰਦਾ ਆਪਣਾ ਹਾਂ, ਮੈਂ ਉਹੀ ਗੱਲ ਕਹਿ ਰਹੀ ਹਾਂ। ਤਾਂ ਅੱਜ ਜਦੋਂ ਅਸੀਂ ਕੋਈ ਖਰਚਾ ਕਰਦੇ ਆ ਨਾ, ਤਾਂ ਉਹ ਕਹਿੰਦੇ ਕਿ ਜਾਇਜ਼ ਹੈ, ਕੋਈ ਗੱਲ ਨਹੀਂ, ਕਿਉਂਕਿ ਆਪਾਂ ਪੂਰੀ ਲਾਈਫ ਹਰ ਚੀਜ਼ ਨੂੰ ਬੜਾ ਸਿਸਟਮ ਨਾਲ, ਜਾਂ ਤੁਸੀਂ ਲਾਓ ਕਿ ਬੜਾ ਚੂਜ਼ ਕਰਕੇ ਹਰ ਇੱਕ ਪੈਸਾ ਆਪਣਾ ਸਪੈਂਡ ਕੀਤਾ। ਤਾਂ ਜੇ ਅੱਜ ਤੁਸੀਂ ਕਰ ਰਹੇ ਹੋ, ਐਂਡ ਮੈਂ ਤਾਂ ਸਭ ਬਹੁਤ ਉਹਦੇ ਨਾਲ ਕਰਦੀ ਹਾਂ, ਲਾਈਕ ਮੈਨੂੰ ਪਤਾ ਰਿਸਪੌਂਸਿਬਿਲਿਟੀਜ਼ ਹੈਗੀਆਂ, ਸੋ ਮੈਂ ਕੋਈ ਖੁੱਲਾ ਕੇਅਰਲੈਸ ਹੋ ਕੇ ਨਹੀਂ ਕਰਦੀ। ਉਦੋਂ ਤੁਹਾਡਾ ਕਿੰਨਾ ਕੁ ਖਰਚਾ ਹੁੰਦਾ ਮਹੀਨੇ ਦਾ, ਮੋਟਾ ਜੇ ਆਪਾਂ ਗਣਾਈਏ, ਮੋਟੇ ਤੁਹਾਡੇ ਕੀ ਖਰਚੇ ਆ? ਦੇਖੋ, ਥੋੜਾ ਹੁਣ ਤਾਂ ਗੱਡੀ ਲਿੱਤੀ ਹੈ ਤਾਂ ਉਹਦਾ ਵੀ ਹੈਗਾ ਹੈ, ਮਤਲਬ ਤੁਸੀਂ ਆ ਲਾ ਲਓ ਕਿ ਮੇਰਾ 2.5 ਤੱਕ ਜਾਂਦਾ ਹੀ ਜਾਂਦਾ ਹੈ, ਮਤਲਬ 2-2.5 ਤੱਕ ਮੋਟਾ ਛੋਟਾ ਮੋਟਾ ਤਾਂ ਗਿਣਦੇ ਹੀ ਨਹੀਂ ਆਪਾਂ ਬਿਲਕੁਲ ਵੀ। ਠੀਕ ਹੈ। ਫਿਰ ਵੀ ਇੰਡਸਟਰੀ ਦੇ ਵਿੱਚ ਹੁਣ ਤੁਹਾਡੇ ਕਈ ਇਦਾਂ ਦੇ ਵੀ ਕੰਮ ਹੁੰਦੇ ਆ ਜੋ ਸ਼ਾਇਦ ਇੱਕ ਨਾਰਮਲ ਬੰਦੇ ਉਸ ਚੀਜ਼ ਤੇ ਨਹੀਂ ਪੈਸੇ ਲਾਉਂਦੇ। ਉਹ ਚੀਜ਼ ਹੈ, ਨਾਲੇ ਨਾ ਮੈਂ ਇਹ ਵੀ ਬੜਾ ਦੇਖਿਆ ਕਿ ਆਹ ਸੈਡ ਕਹਿ ਲਓ, ਕੁਝ ਵੀ ਕਹਿ ਲਓ, ਇੱਕ ਸਟੇਟਸ ਮੇਨਟੇਨ ਕਰਨਾ ਬਹੁਤ
ਮੈਂ ਇੱਥੇ ਦੇਖਿਆ ਹੈ ਕਿ ਇਟਸ ਲੋਕ ਇਟਸ judge ਵੈਰੀ ਕਰਦੇ ਆ। ਵੈਰੀ ਸੈਡ ਬੰਦਾ ਟੈਲੈਂਟ ਤੋਂ ਨਹੀਂ ਦੇਖਦਾ ਕਿ ਉਹਦੇ ਕੋਲ ਗੱਡੀ ਕਿਹੜੀ ਹੈ ਜਾਂ ਕੀ ਹੈ, ਉਹਦੇ ਨਾਲ ਆ ਚੀਜ਼ਾਂ ਬੜੀ ਹੁੰਦੀਆਂ। ਮੈਂ ਤਾਂ ਹੀ ਮੈਂ ਇੰਨਾ ਟਾਈਮ ਹੋ ਗਿਆ, ਮੈਨੂੰ ਸਾਲ ਵੀ ਨਹੀਂ ਹੋਇਆ ਨਾ ਹਲੇ, ਮੈਂ ਮੰਮਾ ਨਾਲ ਹੀ ਜਾ ਰਹੀ ਸੀ ਕਿਉਂਕਿ ਮੈਂ ਨਾ ਉਹ ਚੀਜ਼, ਮੈਂ ਫਾਈਨੈਂਸ਼ੀਅਲ ਬਰਡਨ ਕਿਉਂ ਪਾਵਾਂ ਸਿਰਫ ਕਿ ਯਾਰ ਮੈਂ ਇੱਥੇ ਜਾਣਾ ਤਾਂ ਮੇਰੇ ਕੋਲ ਗੱਡੀ ਹੋਣੀ ਚਾਹੀਦੀ ਹੈ, ਜਾਂ ਮੈਂ ਉਹ ਫਾਈਨੈਂਸ਼ੀਅਲ ਬਰਡਨ ਅਗਰ ਮੈਂ ਕੇਪੇਬਲ ਨਹੀਂ ਹੈਗੀ ਤਾਂ ਮੈਂ ਆਪਣੀ ਮਦਰ ਤੇ ਨਹੀਂ ਪਾ ਸਕਦੀ, ਮੈਂ ਆਪਣੇ ਉੱਪਰ ਵੀ ਨਹੀਂ ਪਾ ਸਕਦੀ। ਤਾਂ ਮੈਂ ਉਹ ਪ੍ਰੈਸ਼ਰ 'ਚ ਆ ਕੇ ਕੁਝ ਵੀ ਇਦਾਂ ਦਾ ਸਟੈਪ ਨਹੀਂ ਲੈਣਾ ਚਾਹੁੰਦੀ ਸੀ ਕਿ ਯਾਰ ਨਹੀਂ ਟੌਰ ਬਣਾਉਣੀ ਹੈ ਤਾਂ ਕਰਨਾ ਹੀ ਹੈ। ਉੱਦਾਂ ਦੀ ਮੇਰੇ 'ਚ ਨਹੀਂ ਹੈ, ਮੈਨੂੰ ਹੁੰਦਾ ਕਿ ਜਦੋਂ ਰਾਈਟ ਟਾਈਮ ਆਇਆ ਤਾਂ ਜ਼ਰੂਰਤ ਆਪੇ ਹੀ ਸੀ ਹੋ ਤੁਸੀਂ ਜਾਣਾ। ਉਦੋਂ ਲਈ ਹੈ, ਬਿਲਕੁਲ। ਪਰ ਇੰਡਸਟਰੀ ਦੇ ਵਿੱਚ ਸ਼ੋਅ ਆਫ ਹੁੰਦਾ ਲਈ ਹੈ, ਵੀ ਕੰਮ ਬਹੁਤ ਹੁੰਦਾ ਸਾਰੇ ਹੁੰਦੇ ਆ। ਸ਼ੋਅ ਬਿਜ਼ਨਸ ਹੈ ਸਾਰਾ, ਨਾਮ ਹੀ ਸ਼ੋਅ ਬਿਜ਼ਨਸ ਹੈ। ਸੋ ਹੁਣ ਆਪਾਂ ਥੋੜੀਆਂ ਜਿਹੀਆਂ ਪਿਆਰ ਦੀਆਂ ਗੱਲਾਂ ਕਰਾਂਗੇ। ਸੋ ਤੁਸੀਂ ਕਿੱਦਾਂ ਦੇ ਪਿਆਰ ਦੇ ਵਿੱਚ ਬਿਲੀਵ ਕਰਦੇ ਹੋ, ਮਤਲਬ ਖੁੱਲਾ ਸ਼ਰੇਆਮ ਖੁੱਲਾ ਪਿਆਰ ਜਾਂ ਥੋੜਾ ਓਲੇ ਦੇ ਨਾਲ? ਹੁਣ ਇਹ 'ਚ ਦੇਖੋ, ਮੈਨੂੰ ਤਾਂ ਲੱਗਦਾ ਕਿ ਤੁਹਾਨੂੰ ਪ੍ਰਾਈਵੇਟ ਕਿਉਂ ਰੱਖਣਾ ਚਾਹੀਦਾ ਹੈ ਕਿ ਮੈਨੂੰ ਤਾਂ ਲੱਗਦਾ ਕਿ ਜਿੰਨਾ ਤੁਸੀਂ ਆਪਣੇ ਕੋਈ ਵੀ ਰਿਲੇਸ਼ਨਸ਼ਿਪ ਹੈ ਨਾ, ਥੋੜਾ ਪ੍ਰਾਈਵੇਸੀ ਨਾ ਰੱਖਣੀ ਚਾਹੀਦੀ ਹੈ, ਸਿਰਫ ਆਪਣੀ ਫੀਲਡ 'ਚ ਨਹੀਂ। ਤੁਹਾਨੂੰ ਪਾਰਟਨਰ ਉੱਪਰ ਆ ਨਹੀਂ ਫੀਲ ਹੋਣਾ ਚਾਹੀਦਾ ਕਿ ਯਾਰ ਕਿਸੇ ਨੂੰ ਪਤਾ ਹੀ ਨਹੀਂ, ਉਹਨੂੰ ਡਰ ਨਹੀਂ ਹੋਣਾ ਚਾਹੀਦਾ। ਜੇ ਕੱਲ ਨੂੰ ਮੈਨੂੰ ਕੋਈ ਪੁੱਛੇਗਾ ਨਾ ਤਾਂ ਮੈਂ ਦੱਸੂਗੀ, ਉੱਦਾਂ ਮੈਂ ਗੱਲ ਕਹਿ ਰਹੀ ਹਾਂ, ਬਟ ਮੈਂ ਰੌਲਾ ਨਹੀਂ ਪਾਉਂਗੀ। ਮੈਨੂੰ ਆ ਹੁੰਦਾ ਕਿ ਬਹੁਤ ਜ਼ਿਆਦਾ ਲੋਕਾਂ ਦੀਆਂ ਨਜ਼ਰਾਂ 'ਚ ਆਣਾ ਆਹ ਚੀਜ਼ ਬਾਰੇ, ਹਰ ਇੱਕ ਆਪਣੀ ਪਰਸਨਲ ਚੀਜ਼ ਦੱਸਣੀ ਇਜ਼ ਨਾਟ ਰਾਈਟ। ਉਹ ਬਟ ਉਸ ਹਿਸਾਬ ਨਾਲ ਓਲਾ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ। ਹਾਂ, ਮਤਲਬ ਜੇ ਤੁਹਾਨੂੰ ਕੋਈ ਗੱਲ ਕਰਦਾ ਹੈ ਬਿਲਕੁਲ ਹੀ ਕੁਛ ਹੈਗਾ, secret। ਹਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਕਿਸੇ ਨੂੰ ਆਏ ਨਾ ਹੋਏ ਕਿ ਆ ਤਾਂ ਬੰਦਾ ਵਿਆਹਿਆ ਹੀ ਨਹੀਂ ਹੋਇਆ ਪਰ ਵਿਆਹਿਆ ਹੋਇਆ। ਇਹ ਤਾਂ ਬਹੁਤ ਕਾਮਨ ਪ੍ਰੋਬਲਮ ਹੈ ਇੰਡਸਟਰੀ ਦੀ। ਹਾਂ, ਬਟ ਆਈ ਥਿੰਕ ਹੁਣ ਫੇਰ ਵੀ ਥੋੜੀ ਜਿਹੀ ਠੀਕ ਹੋਈ ਹੈ। ਪਹਿਲਾਂ ਤਾਂ ਮੈਂ ਇੰਡਸਟਰੀ 'ਚ ਰਹਿ ਕੇ ਮੈਨੂੰ ਹੀ ਨਹੀਂ ਪਤਾ ਸੀਗਾ ਅੱਧੀਆਂ ਨਹੀਂ, ਪਰ ਪੰਜਾਬੀ ਇੰਡਸਟਰੀ ਵਿੱਚ ਖਾਸ ਤੌਰ ਤੇ ਫੀਮੇਲ ਐਕਟਰਸ ਜਾਂ ਫੀਮੇਲ ਜਿਹੜੇ ਵੀ ਆਰਟਿਸਟ ਨੇ, ਉਹਨਾਂ 'ਚ ਤੇ ਮੈਂ ਇਹ ਚੀਜ਼ ਬਹੁਤ ਕਾਮਨ ਦੇਖੀ ਹੈ। ਮੈਨੂੰ ਲੱਗਦਾ ਫੀਮੇਲ ਫੇਰ ਵੀ ਦੱਸ ਦਿੰਦੇ ਫੀਮੇਲਸ ਆ। ਦਾ ਫੇਰ ਵੀ ਪਤਾ ਲੱਗ ਜਾਂਦਾ ਹੈ ਐਂਡ ਦੱਸ ਵੀ ਦਿੰਦੀਆਂ, ਬਟ ਪਰ ਮੈਂ ਤਾਂ ਬਹੁਤੀਆਂ ਫੀਮੇਲ ਆਰਟਿਸਟ ਨੂੰ ਜਾਣਦਾ ਇੰਡਸਟਰੀ ਦੇ ਵਿੱਚ ਅੱਛਾ। ਜਿਹੜੇ ਮੈਰਿਡ ਨੇ, ਪਰ ਨਹੀਂ ਕਿਸੇ ਨੂੰ ਪਤਾ। ਪਤਾ ਹੀ ਨਹੀਂ। ਸਾਰੇ ਮੁੰਡੇ ਆਪਣੀ ਉਹਨਾਂ ਦੀ ਕੀ ਪਤਾ ਨਹੀਂ ਕੀ ਸੋਚ ਆ ਉਹਦੇ ਪਿੱਛੇ। ਨਹੀਂ, ਉਹ ਤਾਂ ਚਲੋ ਉਹਨਾਂ ਦੀ ਪਰਸਨਲ ਚੋਇਸ ਹੈ, ਹਾਂ। ਪਰ ਮੈਨੂੰ ਲੱਗਦਾ ਮੁੰਡਿਆਂ ਦਾ ਫਿਰ ਵੀ ਦੱਸਦੇ ਅੱਜ ਦੀ ਡੇਟ ਤੇ। ਮੈਂ ਉਹੀ ਕਹਿ ਰਹੀ ਹਾਂ ਨਾ, ਹੁਣ ਤਾਂ ਫਿਰ ਵੀ ਮੁੰਡਿਆਂ ਦਾ ਇਹ ਪਤਾ ਹੁੰਦਾ ਹੈ ਜਿਹੜੇ ਵੀ ਪੰਜਾਬੀ ਆਰਟਿਸਟ ਨੇ ਵੀ ਹਾਂ ਇਹ ਮੈਰਿਡ ਨੇ, ਬਟ ਕਿਹਦੇ ਨਾਲ ਨੇ, ਬੱਚੇ ਕੌਣ, ਉਹ ਨਹੀਂ ਪਤਾ ਹੁੰਦਾ। ਉਹ ਬਿਲਕੁਲ ਸਹੀ ਹੈ। ਪਰ ਫੀਮੇਲ ਆਰਟਿਸਟ ਇਦਾਂ ਕਿ ਲੋਕਾਂ ਨੂੰ ਤਾਂ ਲੱਗਦਾ ਕਿ ਸ਼ਾਇਦ ਉਹ ਮੈਰਿਡ ਹੀ ਨਹੀਂ ਹੈ। ਹਾਂ, ਉਹ ਚੀਜ਼ ਹੈਗਾ। ਪਰ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਮੇਲ ਆਰਟਿਸਟ ਕਹਿੰਦੇ ਨੇ ਕਿ ਨਹੀਂ ਪਤਾ, ਉਹ ਬਹੁਤ ਠੀਕ ਹੈ। ਤੁਹਾਨੂੰ ਆਪਣੀ ਫੈਮਿਲੀ ਦਾ ਅਤਾ ਪਤਾ ਕਿੱਥੇ ਨੇ, ਕੀ ਕਰ ਰਹੇ ਨੇ ਜਾਂ ਕੌਣ ਨੇ, ਉਹ ਚੀਜ਼ਾਂ ਤੁਹਾਨੂੰ ਥੋੜੀ ਘੱਟ ਰੱਖਣੀਆਂ ਚਾਹੀਦੀਆਂ। ਉਦਾਂ ਐਗਜ਼ਿਸਟ ਕਰਦਾ ਪਿਆਰ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਜਿੰਨੇ ਆਪਸ਼ਨਸ ਜਾਂ ਜਿੰਨਾ ਆਪਸ਼ਨਸ ਤਾਂ ਪਹਿਲਾਂ ਵੀ ਸੀਗੀਆਂ ਹੀ, ਇਦਾਂ ਕੁਝ ਨਹੀਂ ਹੈ। ਅੱਜ ਥੋੜੀ ਜ਼ਿਆਦਾ ਅੱਜ ਇਸ ਕਰਕੇ ਲੱਗਦਾ ਕਿ ਤੁਹਾਨੂੰ ਆਪਸ਼ਨਸ ਫੋਨ ਤੇ ਵੀ ਦਿਖ ਜਾਂਦੀ ਹੈ ਤੁਹਾਨੂੰ ਤਾਂ ਹੈ। ਬਟ ਮੈਨੂੰ ਤਾਂ ਲੱਗਦਾ ਹੈ ਕਿ ਪਿਆਰ ਹਮੇਸ਼ਾ ਹੀ ਸੀਗਾ। ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਲਾਈਫ 'ਚ ਪਿਆਰ 'ਚ ਕੀ ਚਾਹੀਦਾ ਹੈ। ਹਰ ਇੱਕ ਦੀ ਆਪਣੀ ਚੋਇਸ ਹੈ। ਕਈ ਲੋਕਾਂ ਨੂੰ ਹੁੰਦਾ ਹੈ ਕਿ ਯਾਰ ਯੂ نو ਕਮਿਟਮੈਂਟ ਠੀਕ ਹੈ, ਦੇਖਾਂਗੇ ਪਹਿਲਾਂ ਇਹ ਉਹ। ਕਈਆਂ ਨੂੰ ਹੁੰਦਾ ਹੈ ਕਿ ਯਾਰ ਠੀਕ ਹੈ ਅਸੀਂ ਪਿਆਰ ਹੀ ਕਰਨਾ, ਅਸੀਂ ਵਿਆਹ ਹੀ ਕਰਾਉਣਾ ਹੈ, ਆਹ ਚੀਜ਼ ਹੁੰਦੀ ਹੈ। ਤਾਂ ਮੈਨੂੰ ਤਾਂ ਲੱਗਦਾ ਹੈ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਸੇਮ ਹੀ ਉਹ ਸੀਗੀ, ਬਟ ਤੁਹਾਡੀ ਬਸ ਇੱਕ ਚੋਇਸ ਹੁੰਦੀ ਹੈ ਕਿ ਤੁਸੀਂ ਕਿਹੜੇ ਰਾਹ ਤੇ ਜਾਣਾ ਹੈ, ਤੁਸੀਂ ਕਿੱਦਾਂ ਉਹ ਚੀਜ਼ ਨੂੰ ਪਰਸੂ ਕਰਨਾ ਹੈ ਇੱਕ ਰਿਲੇਸ਼ਨਸ਼ਿਪ। ਤੇ ਇੱਕ ਮੁੰਡਿਆਂ ਦਾ ਇਹ ਬਹੁਤ ਕਾਮਨ ਸਵਾਲ ਹੈ ਵੀ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਵੀ ਕੁੜੀਆਂ ਨੂੰ ਆਖਿਰਕਾਰ ਚਾਹੀਦਾ ਕੀ ਹੈ। ਸੋ ਕੁੜੀਆਂ ਕੀ ਚਾਹੁੰਦੀਆਂ ਨੇ ਆਖਿਰਕਾਰ? ਮੈਨੂੰ ਪਤਾ ਕੀ ਲੱਗਦਾ ਹੈ, ਮੈਨੂੰ ਨਹੀਂ ਪਤਾ ਜੇ ਹੋਰ ਕੁੜੀਆਂ ਇਦਾਂ ਸੋਚਦੀਆਂ। ਮੈਨੂੰ ਇਦਾਂ ਲੱਗਦਾ ਹੈ ਕਿ ਕੁੜੀਆਂ ਨਾ ਬੋਲਦੀਆਂ ਨਹੀਂ, ਉੱਦਾਂ ਬਹੁਤ ਵੋਕਲ ਹੁੰਦੀਆਂ, ਹਰ ਲੜ ਲੈਣਗੀਆਂ, ਉਹ ਕਰ ਲੈਣਗੀਆਂ, ਪਰ ਕੁੜੀਆਂ ਦੇ ਅੰਦਰ ਨਾ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀ ਉਹ ਐਕਸਪੈਕਟ ਕਰਦੀਆਂ ਕਿ ਯੂ نو ਇੱਕ ਮੁੰਡੇ ਨੂੰ ਆਪੇ ਸਮਝ ਆ ਜਾਣ ਕਿ ਮੈਂ ਕੀ ਫੀਲ, ਮੈਂ ਕੀ ਕਹਿਣਾ ਕੀ ਚਾਹ ਰਹੀ ਹਾਂ ਜਾਂ ਮੇਰੇ ਐਕਸ਼ਨਸ ਦਾ ਕੀ ਮਤਲਬ ਹੈ ਨਾ। ਇੱਕ ਕਹਿੰਦੇ ਨਾ ਕਿ ਬਿਨਾਂ ਬੋਲੇ ਕਈ ਵਾਰੀ ਤੁਹਾਡਾ ਕਿਸੇ ਨਾਲ ਇੱਦਾਂ ਦਾ ਰਿਲੇਸ਼ਨਸ਼ਿਪ ਬਣ ਜਾਂਦਾ ਹੈ ਕਿ ਤੁਸੀਂ ਕਿਤੇ ਬੈਠੇ ਹੋ ਐਂਡ ਕਿਸੇ ਨੇ ਕੋਈ ਗੱਲ ਕਰਤੀ, ਪਰ ਤੁਹਾਨੂੰ ਪਤਾ ਹੈ ਕਿ ਆ ਮੇਰੇ ਪਾਰਟਨਰ ਨੂੰ ਵਧੀਆ ਨਹੀਂ ਲੱਗ ਰਹੀ, ਉਹ ਕੁਝ ਕਹਿ ਵੀ ਨਹੀਂ ਰਿਹਾ, ਪਰ ਤੁਹਾਨੂੰ ਪਤਾ ਉਹ ਚੀਜ਼ ਅੱਖਾਂ ਹੀ ਪੜ ਲੈਂਦੇ। ਹਾਂ, ਤੇ ਮੈਨੂੰ ਤਾਂ ਲੱਗਦਾ ਕਿ ਕੁੜੀਆਂ ਨਾ ਹਰ ਇੱਕ ਚੀਜ਼ ਬੋਲਣਾ ਨਹੀਂ ਚਾਹੁੰਦੀਆਂ। ਚਾਹੇ ਮੈਂ ਆ ਨਹੀਂ ਕਹਿ ਰਹੀ ਕਿ ਉਹਨੂੰ ਕੁਝ ਚਾਹੀਦਾ ਹੈ ਤੇ ਉਹ ਬੋਲ ਨਹੀਂ ਰਹੀ ਪਰ ਤੂੰ ਉਹਨੂੰ ਦਿਵਾਉਣਾ। ਮੈਂ ਮਟੀਰੀਅਲਿਸਟਿਕ ਗੱਲ ਨਹੀਂ ਕਰ ਰਹੀ, ਮੈਂ ਹਰ ਐਸਪੈਕਟ ਦੇ ਵਿੱਚ ਗੱਲ ਕਰ ਰਹੀ ਹਾਂ ਕਿ ਚਾਹੇ ਉਹ ਉਹਦੀ ਫੈਮਿਲੀ ਹੈ, ਆਪਣੀ ਫੈਮਿਲੀ ਹੈ, ਚਾਹੇ ਉਹ ਰਿਸਪੈਕਟ ਹੈ, ਚਾਹੇ ਉਹ ਕੰਮ ਹੈ, ਕਿਸੇ ਵੀ ਚੀਜ਼ ਦੇ ਵਿੱਚ ਮੈਨੂੰ ਲੱਗਦਾ ਐਂਡ ਉਹ ਮੈਨੂੰ ਲੱਗਦਾ ਟਾਈਮ ਸਪੈਂਡ ਕਰਨ ਨਾਲ ਆਉਂਦੀ। ਜੇ ਤੁਸੀਂ ਬੰਦੇ ਨੂੰ ਅੰਦਰੋਂ ਦੀ ਪਛਾਣ ਜਾਂਦੇ ਹੋ ਕਿ ਆ ਕਿੱਦਾਂ ਦਾ ਬੰਦਾ ਹੈ, ਇਹਨੂੰ ਕਿਹੜੀ ਚੀਜ਼ ਵਧੀਆ ਲੱਗਦੀ, ਨਹੀਂ ਵਧੀਆ ਲੱਗਦੀ।
ਐਂਡ ਆਈ ਥਿੰਕ ਕੁੜੀਆਂ ਮੁੰਡਿਆਂ ਦੀ ਪਛਾਣ ਜਾਂਦੀਆਂ ਹੁਣ। ਪਰ ਇਦਾਂ ਵੀ ਕਹਿੰਦੇ ਕਿ ਮੈਨ ਆਰ ਸੋ ਸਿੰਪਲ ਕਿ ਆਹ ਚੀਜ਼ ਮੈਂ ਨੋਟਿਸ ਕੀਤੀ ਹੈ, ਜਿੱਦਾਂ ਮੇਰਾ ਭਰਾ ਵੀ ਹੈ, ਮੈਂ ਹਮੇਸ਼ਾ ਨੋਟਿਸ ਕੀਤੀ ਹੈ ਕਿ ਇਦਾਂ ਨਹੀਂ ਕਿ ਮੁੰਡੇ ਇਗਨੋਰ ਕਰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਜਦੋਂ ਤੁਸੀਂ ਉਹਨਾਂ ਨੂੰ ਦੱਸੋਗੇ ਨਹੀਂ ਨਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ। ਸੋ ਕੁੜੀਆਂ ਚਾਹੁੰਦੇ ਕਿ ਸਾਡੀ ਦਿਲ ਦੀ ਗੱਲ ਉਹ ਆਪੇ ਪੜ ਲੈਣ, ਬਟ ਉਹਨਾਂ ਨੂੰ ਪੜ੍ਹਨੀ ਆਉਂਦੀ ਨਹੀਂ। ਹਾਂ, ਸੋ ਇੱਕ ਗੈਪ ਹੈ। ਐਂਡ ਮੈਂ ਆ ਵੀ ਨਹੀਂ ਕਹਿ ਸਕਦੀ ਕਿ ਮੁੰਡੇ ਜਾਣ ਕੇ, ਮੁੰਡੇ ਹੁੰਦੇ ਇਦਾਂ ਦੇ ਆ। ਮੈਨੂੰ ਵੀ ਪਹਿਲਾਂ ਆ ਚੀਜ਼ ਲੱਗਦੀ ਸੀ ਯਾਰ ਕਿ ਕਿੰਨੇ ਇਗਨੋਰੈਂਟ ਨੇ, ਕੀ ਹੈ, ਬਟ ਮੈਨੂੰ ਇਦਾਂ ਲੱਗਦਾ ਜਿੰਨਾ ਮੈਂ ਟਾਈਮ ਸਪੈਂਡ ਕੀਤਾ ਹੈ ਕਿ ਦੇ ਆਰ ਵੈਰੀ ਸਿੰਪਲ, ਮੈਨ ਆਰ ਵੈਰੀ ਸਿੰਪਲ ਕ੍ਰੀਏਚਰਸ। ਤੁਸੀਂ ਉਹਨਾਂ ਨੂੰ ਦੱਸੋਗੇ ਉਹ ਚੀਜ਼ ਹੋ ਜਾਏਗੀ, ਨਹੀਂ ਦੱਸੋਗੇ ਤਾਂ ਨਹੀਂ ਹੋਣੀ। ਤੇ ਕੁੜੀਆਂ ਹੁੰਦੀਆਂ ਤੇਜ਼, ਕੁੜੀਆਂ ਹੋਰਾਂ ਦੀ ਵੀ ਪਛਾਣ ਜਾਂਦੀ ਹੈ। ਮੇਰੇ ਘਰ 'ਚ ਮੇਰੀ ਮੰਮੀ ਨਹੀਂ ਵੀ ਬੋਲੇਗੀ, ਮੈਨੂੰ ਪਤਾ ਕਿਉਂ ਉਦਾਸ ਹੈ, ਕਿਉਂ ਭੜਕੇ ਹੋਏ ਨੇ, ਮੈਨੂੰ ਪਤਾ ਹੈ। ਮੁੰਡੇ ਨੂੰ ਨਹੀਂ ਪਤਾ ਲੱਗਦਾ, ਮੇਰੇ ਭਰਾ ਨੂੰ ਨਹੀਂ, ਉਹ ਕੀ ਹੋ ਗਿਆ ਇਹਨਾਂ ਨੂੰ, ਚਾਹੇ ਸਵੇਰੇ ਕਲੇਸ਼ ਹੋ ਕੇ ਹਟੇ, ਸ਼ਾਮ ਨੂੰ ਆ ਕੇ ਪੁੱਛੇ ਕੀ ਹੋ ਗਿਆ ਇਹਨਾਂ ਨੂੰ, ਦੱਸਣੀ ਪੈਂਦੀ ਹੈ। ਹਾਂ, ਉਹ ਦੱਸਣੀ ਪੈਂਦੀ, ਸਮਝਾਉਣਾ ਪੈਂਦਾ। ਅੱਛਾ, ਇਹ ਗੱਲ ਦਾ ਵੀ ਬੁਰਾ ਲੱਗ ਜਾਂਦਾ ਹੈ। ਐਗਜ਼ੈਕਟਲੀ, ਆ ਚੀਜ਼ ਹੁੰਦੀ ਹੈ, ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ। ਸੋ ਦੁਨੀਆ ਦੀਆਂ ਚਲਾਕ ਚਾਲਾਂ ਤੋਂ ਬੜੇ ਬੇਖਬਰ ਹੁੰਦੇ ਆ ਮੁੰਡੇ। ਹਾਂ, ਇਹ ਕਹਿਣਾ ਤੁਹਾਡਾ। ਇੱਕ ਨਾ ਅੱਜ ਕੱਲ ਕਈ ਇਹ ਵੀ ਕਹਿੰਦੇ ਆ ਵੀ ਜੇ ਮੁੰਡਾ ਕੁੜੀ ਨੂੰ ਨਹੀਂ ਪੁੱਛ ਰਿਹਾ ਵੀ ਤੂੰ ਆ ਕਿਉਂ ਪਾਇਆ ਹੈ, ਜਾਂ ਇੱਥੇ ਕਿਉਂ ਚੱਲੀ ਹੈ, ਜਾਂ ਐਵੇਂ ਕਿਉਂ ਕਰ ਰਹੀ ਹੈ, ਤੇ ਦੈਟ ਮੀਨਸ ਉਹ ਮੁੰਡੇ ਦਾ ਉਹ ਕੁੜੀ ਦੇ ਵਿੱਚ ਕੋਈ ਇੰਟਰਸਟ ਹੀ ਨਹੀਂ ਹੈ। ਤੇ ਜੇ ਉਹ ਪੁੱਛ ਰਿਹਾ ਤੁਹਾਨੂੰ ਵੀ ਅੱਛਾ ਤੂੰ ਆ ਕੱਪੜੇ ਨਹੀਂ ਪਾਣੇ, ਤੇ ਐਵੇਂ ਰਹਿਣਾ ਹੈ, ਤੇ ਉੱਥੇ ਜਾਣਾ ਹੈ, ਤੇ ਇੰਨੇ ਵਜੇ ਤੋਂ ਪਹਿਲਾਂ ਘਰ ਵਾਪਸ ਆਉਣਾ ਹੈ, ਤੇ ਮਤਲਬ ਉਹ ਤੁਹਾਨੂੰ ਜ਼ਿਆਦਾ ਪਿਆਰ ਕਰਦਾ, ਉਹ ਜ਼ਿਆਦਾ ਪੋਜੈਸਿਵ ਹੈ। ਆਈ ਥਿੰਕ ਇਹਦੇ 'ਚ ਨਾ ਸਿਰਫ ਇੱਕ ਤਰੀਕਾ, ਮੈਨੂੰ ਲੱਗਦਾ ਤਰੀਕੇ ਦੀ ਨੀਡ ਹੈਗੀ ਹੈ। ਮੈਨੂੰ ਇੱਦਾਂ ਲੱਗਦਾ ਜੇ ਤੁਸੀਂ ਨਹੀਂ ਪੁੱਛ ਰਹੇ ਤਾਂ ਓਬਵੀਅਸਲੀ ਕੁੜੀ ਨੂੰ ਆਹੀ ਲੱਗੇਗਾ ਕਿ ਉਹਨੂੰ ਸ਼ਾਇਦ ਨਹੀਂ ਪਰਵਾਹ। ਜੇ ਤੁਸੀਂ ਬਹੁਤ ਹੀ ਜ਼ਿਆਦਾ ਕਿੱਥੇ ਚੱਲੀ ਹੈ, ਕੀ ਹੈ, ਉਹਨੂੰ ਲੱਗੇਗਾ ਕਿ ਸ਼ਾਇਦ ਟਰਸਟ ਨਹੀਂ ਹੈ, ਜਾਂ ਆ ਬਹੁਤ ਜ਼ਿਆਦਾ ਇੰਟਰਫੇਅਰ। ਮੈਨੂੰ ਇੱਦਾਂ ਲੱਗਦਾ ਕਿ ਜੇ ਤਰੀਕਾ ਸਹੀ ਹੋਏ ਨਾ, ਜਿੱਦਾਂ ਆਪਾਂ ਕਹਿੰਦੇ ਹਾਂ ਨਾ ਕਿ ਹੁਣ ਜੇ ਮੈਂ ਜੇ ਕਿਸੇ ਨਾਲ ਹੈਗੀ ਹਾਂ ਜਾਂ ਕੁਛ ਵੀ ਹਾਂ, ਮੈਨੂੰ ਉੱਦਾਂ ਪੁੱਛਾਂ ਕਿ ਕਿੱਥੇ ਚੱਲੀ ਹੈ ਤੂੰ, ਜਾਂ ਕਿੱਥੇ ਜਾ ਰਿਹਾ ਤੂੰ, ਹੈ ਨਾ, ਤਾਂ ਸ਼ਾਇਦ ਉਹਨੂੰ ਨਹੀਂ ਵਧੀਆ ਲੱਗੇਗਾ, ਹੈ ਨਾ। ਐਂਡ ਜੇ ਮੈਂ ਉਹਨੂੰ ਉੱਦਾਂ ਹੀ ਕਹਾਂ ਕਿ ਯਾਰ ਵੀ ਤੂੰ ਕਿੱਥੇ ਚੱਲੀ, ਪਹੁੰਚ ਕੇ ਮੈਨੂੰ ਦੱਸ ਦੇ, ਹੈ ਨਾ, ਜਾਂ ਮੇਰੇ ਨਾਲ ਲੋਕੇਸ਼ਨ ਸ਼ੇਅਰ ਕਰ, ਜਾਂ ਜੋ ਵੀ ਹੈ ਉਹ ਚੀਜ਼, ਹੈ ਨਾ, ਤਾਂ ਸ਼ਾਇਦ ਉਹਨੂੰ ਵਧੀਆ ਲੱਗੇਗਾ। ਫਿਰ ਉਹ 10 ਚੀਜ਼ਾਂ ਹੋਰ ਦੱਸੇਗਾ ਮੈਨੂੰ, ਹੈ ਨਾ, ਕਿ ਮੈਂ ਇੱਥੇ ਚੱਲੀ ਹਾਂ, ਆਹ ਕੰਮ ਹੈ, ਇਹਨਾਂ ਨੂੰ ਮਿਲਣਾ ਹੈ, ਉਹ ਚੀਜ਼ ਹੈ। ਸੇਮ ਜੇ ਪਾਣ ਦਾ ਹੈਗਾ ਕੁਛ, ਜੇ ਮੈਂ ਉਹਨੂੰ ਕਹਾਂ ਕਿ ਯਾਰ ਆ ਨਹੀਂ ਪਾਣਾ, ਤੂੰ ਸੂਟ ਨਹੀਂ ਪਾਣਾ, ਜਾਂ ਤੂੰ ਜੀਨਸ ਨਹੀਂ ਪਾਣੀ, ਬਿਲਕੁਲ ਵੀ ਤੂੰ ਨਹੀਂ ਪਾਣੀ ਆ ਚੀਜ਼, ਤਾਂ ਉਹਨੂੰ ਲੱਗੇਗਾ ਕਿ ਬਈ ਮੇਰੇ ਤੇ ਲਾਈਕ ਡੋਮੀਨੈਂਟ, ਹੀ ਇਜ਼ ਬੀਇੰਗ ਵੈਰੀ ਡੋਮੀਨੈਂਟ, ਕਿ ਮੈਂ ਤਾਂ ਜੋ ਪਾਣਾ ਚਾਹੁੰਦੀ ਹਾਂ ਉਹ ਮੇਰੀ ਚੱਲ ਹੀ ਨਹੀਂ ਰਹੀ ਹੈ। ਜੇ ਤੁਸੀਂ ਉਹੀ ਚੀਜ਼ ਉਹਨੂੰ, ਮੈਂ ਆ ਨਹੀਂ ਕਹਿ ਰਹੀ ਐਕਸਪਲੋਇਟ ਕਰੋ ਜਾਂ ਮੈਨੀਪੂਲੇਟ ਕਰੋ, ਕਿ ਤੁਸੀਂ ਚਾਹੁੰਦੇ ਤਾਂ ਹੋ ਕਿ ਉਹ ਨਾ ਪਾਏ ਜੀਨਸ ਜਾਂ ਸ਼ੋਰਟਸ, ਤੇ ਤੁਸੀਂ ਉਹਨੂੰ ਇਦਾਂ ਕਹਿ ਰਹੇ ਹੋ ਕਿ ਯਾਰ ਤੇਰੇ ਤੇ ਜੱਚਦਾ ਜ਼ਿਆਦਾ ਉਹ ਹੈ। ਇਦਾਂ ਨਹੀਂ ਕਹਿ ਰਹੀ ਮੈਂ ਕਹਿ ਰਹੀ ਹਾਂ ਕਿ ਤੁਸੀਂ ਆਪਣੇ ਪਾਰਟਨਰ ਨੂੰ ਫਰੀडम ਦਿਓ, ਉਹਦੇ ਤੇ ਟਰਸਟ ਰੱਖੋ। ਤੁਸੀਂ ਉਹਨੂੰ ਵਧੀਆ, ਤੁਸੀਂ ਐਡਵਾਈਸ ਦੇ ਸਕਦੇ ਹੋ, ਬਟ ਤੁਸੀਂ ਓਬਵੀਅਸਲੀ ਕੰਟਰੋਲ ਨਹੀਂ ਕਰ ਸਕਦੇ ਕਿਸੇ ਨੂੰ ਵੀ। ਜੇ ਤੁਸੀਂ ਉਹਨੂੰ ਪਸੰਦ ਹੀ ਉੱਦਾਂ ਕੀਤਾ ਜਿੱਦਾਂ ਦੀ ਉਹ ਹੈਗੀ ਹੈ ਜਾਂ ਹੈਗਾ ਹੈ, ਤਾਂ ਤੁਸੀਂ ਉਹਨੂੰ ਚੇਂਜ ਕਿਉਂ ਕਰਨਾ ਹੈ? ਜੇ ਮੈਂ ਅੱਜ ਇੱਦਾਂ ਦੀ ਹੈਗੀ ਹੈ ਤੇ ਮੈਨੂੰ ਕੋਈ ਕਹਿ ਦੇ ਕਿ ਨਹੀਂ ਯਾਰ ਤੂੰ ਇੱਦਾਂ ਹੀ ਰਹਿਣਾ ਹੈ, ਮੈਂ ਕਿਉਂ ਰਵਾਂ? ਜੇ ਤੂੰ ਮੈਨੂੰ ਪਸੰਦ ਹੀ ਇੱਦਾਂ ਕੀਤਾ ਤਾਂ ਇੱਦਾਂ ਹੀ ਐਕਸੈਪਟ ਕਰੋ। ਜਦੋਂ ਮੈਂ ਬਦਲ ਗਈ ਫਿਰ ਤੂੰ ਕਹਿਣਾ ਤੂੰ ਹੁਣ ਉਹੋ ਜੀ ਨਹੀਂ ਰਹੀ। ਐਗਜ਼ੈਕਟਲੀ, ਫਿਰ ਮੈਂ ਪਹਿਰਾਵਾ ਚੇਂਜ ਹੈ ਤਾਂ ਮੇਰਾ ਐਟੀਟਿਊਡ ਵੀ ਚੇਂਜ ਹੋਏਗਾ। ਸੋ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਚਾਹ ਮੰਗਾ ਲਈਏ? ਬਿਲਕੁਲ ਮੰਗਾਓ, ਕੋਈ ਸਰਵਿਸ, ਸਾਡੀ ਮੋਟਰ ਵਾਲੇ ਐਪੀਸੋਡ ਵਿੱਚ ਸਰਵਿਸ ਦੀ ਕਮੀ ਨਹੀਂ ਰਹਿਣੀ ਚਾਹੀਦੀ। ਚਾਹ ਛੇਤੀ ਤੁਸੀਂ ਲੈ ਆਓ। ਤੇ ਹੁਣ ਆਪਾਂ ਥੋੜੀ ਜੀ ਗੱਲ ਕਰਾਂਗੇ, ਪਿੱਛੇ ਇੱਕ ਬੜਾ ਹੀ ਦਰਦਨਾਕ ਹਾਦਸਾ ਹੋਇਆ ਬੰਗਾਲ ਦੇ ਵਿੱਚ। ਤੇ ਹੁਣ ਨਾ ਸਰਕਾਰ ਨੇ ਕੁਝ ਨਿਯਮ ਚੇਂਜ ਕੀਤੇ ਆ ਵੀ ਕੁੜੀਆਂ ਦੇ ਜਿਹੜੇ ਲੇਟ ਵਰਕਿੰਗ ਆਵਰਸ ਨੇ ਹੁਣ ਉਹ ਨਹੀਂ ਹੋਣਗੇ। ਉਹ ਕਰਤਾ ਮੈਨੂੰ ਪਤਾ ਕਿ ਹੁਣ ਉਹ ਲੇਟ ਵਰਕਿੰਗ ਆਵਰਸ ਨਹੀਂ ਹੋਣਗੇ, ਵੀ 6 ਵਜੇ ਤੱਕ ਹਸਪੀਟਲਸ ਜਾਂ ਜਿਹੜੇ ਵੀ ਸਰਕਾਰੀ ਇੰਸਟੀਟਿਊਸ਼ਨਸ ਨੇ ਵੀ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਸ਼ਿਫਟ ਚੇਂਜ ਕਰ ਦਿੱਤੀ। ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਬਦਲਾਵਾਂ ਨੂੰ? ਟ੍ਰਿਗਰ ਕਰਦੀ ਆ ਐਕਚੁਅਲੀ। ਮੈਂ ਕੋਈ ਫੈਮਿਨਿਸਟ ਨਹੀਂ ਹੈ ਜਾਂ ਮੈਂ ਇੱਦਾਂ ਨਹੀਂ ਕਹਿ ਰਹੀ, ਪਰ ਆਹ ਚੀਜ਼ ਨਾ ਬਹੁਤ, ਤੁਸੀਂ ਲਾ ਲਓ ਤੁਸੀਂ ਕਿਸੇ ਦੀ ਫਰੀडम ਨੂੰ ਲੈ ਰਹੇ ਹੋ, ਤੁਸੀਂ ਉਹ ਕਰ ਰਹੇ ਹੋ। ਮਤਲਬ ਮੇਰੇ ਅੰਦਰ ਬੜਾ ਰੇਜ ਆਉਂਦਾ ਆ ਚੀਜ਼ ਨੂੰ ਸੋਚ ਕੇ ਕਿ ਆ ਚੀਜ਼ ਬਹੁਤ ਜ਼ਿਆਦਾ ਉਹ ਲੱਗਦੀ ਹੈ ਕਿ ਯਾਰ ਵੀ ਅਗਰ ਆਪਾਂ ਆਹੀ ਸੇਮ ਚੀਜ਼ ਆਹ ਬੋਲਦੀ ਹੈ ਕਿ ਜਿਹੜੇ ਮੁੰਡੇ ਨੇ 6 ਵਜੇ ਤੋਂ ਬਾਹਰ ਨਹੀਂ ਨਿਕਲਣੇ ਚਾਹੀਦੇ, ਹੈ ਨਾ, ਤੇ ਉਹ ਚੀਜ਼ ਕਿੰਨੀ ਉਹ ਲੱਗੇਗੀ। ਤੁਸੀਂ ਆਹ ਸੇਮ ਚੀਜ਼ ਕਹਿ ਰਹੇ ਹੋ ਕਿ ਕੁੜੀਆਂ ਨਹੀਂ ਕਰ ਸਕਦੀਆਂ, ਐਂਡ ਤੁਸੀਂ ਆਹ ਦੇਖੋ ਇਹ ਵੀ ਨਹੀਂ ਕਹਿ ਰਹੇ, ਜਾਂ ਤਾਂ ਆਪਾਂ ਕਹੀਏ ਨਾ ਕਿ ਜਾਇਜ਼, ਜੇ ਮੈਂ ਕਹਿੰਦੀ ਕਿ ਮੈਕਸ ਟੂ ਮੈਕਸ ਅਗਰ ਜਾਇਜ਼ ਲੱਗਦੀ ਹੈ ਕਿ ਮੈਂ ਆਹ ਬੋਲਾਂ ਕਿ ਕੁੜੀਆਂ ਘਰ ਤੋਂ ਬਾਹਰ ਕਿ ਜਿੱਦਾਂ ਨੋਰਮਲ ਘੁੰਮਣ ਫਿਰਨ ਲਈ ਐਡਵਾਈਸਡ ਹੈ ਕਿ ਇੰਨੇ ਵਜੇ ਤੋਂ ਬਾਹਰ ਨਾ ਜਾਣ। ਮੈਂ ਫੇਰ ਵੀ, ਵੈਸੇ ਆਈ ਡੋਂਟ ਅਗਰੀ, ਬਟ ਮੈਂ ਫੇਰ ਵੀ ਕਹੂੰਗੀ ਚਲ
ਤੁਸੀਂ ਉਹਨਾਂ ਦੇ ਕੰਮ ਦੇ ਜਿੱਥੇ ਸ਼ੀ ਸਪੋਜ਼ਡ ਟੂ ਫੀਲ ਸੇਫ ਕਿ ਮੈਂ ਕੱਲ ਨੂੰ ਕੰਮ ਤੇ ਜਾ ਰਹੀ ਹਾਂ ਤੇ ਮੈਨੂੰ ਕੋਈ ਬੋਲੇ ਕਿ ਬਈ 6 ਵਜੇ ਤੋਂ ਬਾਅਦ ਨਹੀਂ ਕਰਨਾ ਕਿਉਂਕਿ ਸੇਫ ਨਹੀਂ ਹੈ, ਮੈਂ ਆਪਣੇ ਕੰਮ ਤੇ ਆ, ਜਾਂ ਤਾਂ ਮੈਂ ਆਪਣੀ ਰਿਸਪੌਂਸਿਬਿਲਿਟੀ ਤੇ ਕਿਤੇ ਗਈ ਆ ਨਾ ਤਾਂ ਮੈਂ ਫਿਰ ਵੀ ਮੰਨ ਸਕਦੀ ਆ, ਪਰ ਜਿੱਥੇ ਮੈਂ ਇੰਨੇ ਲੋਕਾਂ ਦੇ ਵਿੱਚ ਆ ਐਂਡ ਮੈਂ ਕਿਸੇ ਲਈ ਕੰਮ ਕਰ ਰਹੀ ਆ, ਮੈਂ ਕਿਸੇ ਦੀ ਸੇਵਾ ਕਰ ਰਹੀ ਹਾਂ, ਕਿਸੇ ਹੋਰ ਨੂੰ ਸੇਵ ਕਰ ਰਹੀ ਹਾਂ, ਉੱਥੇ ਮੈਂ ਹੀ ਸੇਫ ਨਹੀਂ ਹੈਗੀ। ਤਾਂ ਆ ਕਿੰਨੀ ਮਤਲਬ ਫੇਅਰ ਹੀ ਨਹੀਂ ਹੈਗੀ ਆ ਗੱਲ। ਦਿਸ ਇਜ਼ ਲਿਟਰਲੀ ਕਿ ਤੁਸੀਂ ਕਿਸੇ ਦੀ ਫਰੀडम ਉਹਨਾਂ ਤੋਂ ਲੈ ਐਂਡ ਜਦੋਂ ਵੀ ਕੋਈ ਇਦਾਂ ਦਾ ਹਾਦਸਾ ਹੁੰਦਾ ਹੈ ਤੇ ਉਦੋਂ ਬਾਅਦ ਜਿੰਨੇ ਵੀ ਨਿਯਮ ਜਾਂ ਜਿੰਨੇ ਵੀ ਰੂਲਸ ਨੇ ਚੇਂਜ ਹੁੰਦੇ ਉਹ ਕੁੜੀਆਂ ਲਈ ਹੁੰਦੇ ਆ, ਕੁੜੀਆਂ ਲਈ ਹੁੰਦੇ ਆ। ਤੇ ਆਹ ਜਿਹੜੀ ਚੀਜ਼ ਹੋਈ ਹੈ ਇਹਦੇ 'ਚ ਇੱਕ ਵੀ ਗੱਲ ਮੈਂ ਤੁਹਾਨੂੰ ਕਹਾਂ, ਇੱਕ ਵੀ ਗੱਲ ਕੋਈ ਇਦਾਂ ਦੀ ਨਹੀਂ ਬਾਹਰ ਆਈ ਕਿ ਜਿੱਥੇ ਆਪਾਂ ਬੋਲੀਏ ਕਿ ਯਾਰ ਆਹ ਚੀਜ਼ ਨਾ ਸਹੀ ਹੋ ਗਈ, ਪੇਰੈਂਟਸ ਲਈ ਸਹੀ ਹੈ। ਜਿੱਦਾਂ ਉਹਦੇ 'ਚ ਕਿਹਾ ਨਾ ਕਿ ਰੇਪ ਹੋਇਆ, ਮਰਡਰ ਹੋਇਆ, ਉਹਦੀ 3 ਘੰਟੇ ਬਾਅਦ ਬੋਡੀ ਦਿੱਤੀ, ਦੇਰ ਆਰ ਨੋ CCTV ਕੈਮਰਾਜ਼, ਉਹਦੇ ਸਾਹਮਣੇ ਜਾਣ ਕੇ ਰੈਨੋਵੇਸ਼ਨਸ ਸ਼ੁਰੂ ਕਰਤੀਆਂ ਤਾਂ ਕਿ ਸਾਰੇ ਐਵੀਡੈਂਸ ਮਿਟ ਜਾਣ। ਕਲੀਅਰਲੀ ਉਹ ਚੀਜ਼ ਸਾਰਿਆਂ ਨੂੰ ਮੈਨੂੰ ਸਮਝ ਨਹੀਂ ਆਉਂਦਾ ਜਦੋਂ ਪੂਰੀ ਜਨਤਾ ਐਂਡ ਅੰਦਰ ਦੇ ਬੰਦੇ ਵੀ ਆਹ ਚੀਜ਼ ਕਹਿ ਰਹੇ ਨੇ ਤਾਂ ਗਵਰਨਮੈਂਟ ਨੂੰ ਆਹ ਚੀਜ਼ ਕਿਉਂ ਨਹੀਂ ਦਿਖ ਰਹੀ? ਲਾਈਕ ਉੱਥੇ ਦੇ ਜਿਹੜੇ ਹੈਗੇ ਉਹਨਾਂ ਨੂੰ ਆਹ ਚੀਜ਼ ਕਿਉਂ ਨਹੀਂ ਦਿਖ ਰਹੀ? ਉਹ ਚੀਜ਼ ਨੂੰ ਬਚਾ ਕਿਉਂ ਰਹੇ ਨੇ? ਕਿਉਂਕਿ ਉਹਨਾਂ ਨੂੰ ਆਪਣੀ ਇਮੇਜ ਤਾਂ ਵੈਸੇ ਵੀ ਖਰਾਬ ਹੀ ਹੈ, ਅਗਰ ਤੁਸੀਂ ਨਹੀਂ ਕਰ ਰਹੇ ਤਾਂ ਖਰਾਬ ਹੀ ਹੈ। ਕਿ ਇਮੇਜ ਸਾਡੀ ਠੀਕ ਰਹੇ, ਪਰ ਕਿੰਨਾ ਦਰਦਨਾਕ ਸੀ ਉਹ ਹਾਦਸਾ ਤੇ ਉਹ ਸਾਰਾ ਕੁਝ ਇਹ ਲੋਕਾਂ ਤੱਕ ਨਾ ਪਹੁੰਚੇ। ਦਿਸ ਵਾਟ ਦੇ ਵਾਂਟ, ਕਿਉਂਕਿ ਉਹਦੇ ਨਾਲ ਇਮੇਜ ਨੂੰ ਜ਼ਿਆਦਾ ਧੱਕਾ ਲੱਗੇਗਾ। ਦਿਸ ਵਾਟ ਦੇ ਥਿੰਕ ਧੱਕਾ ਤਾਂ ਲੱਗਿਆ ਹੀ ਹੈ। ਜਿੱਥੇ ਉਹ ਚੀਜ਼ ਹੋਗੀ ਉਹ ਤਾਂ ਹੋਗੀ, ਉਹਦੀ ਰੈਪਿਊਟੇਸ਼ਨ ਇਜ਼ ਆਲਰੇਡੀ ਰੂਇਨਡ। ਤੁਸੀਂ ਬੋਲੋ ਕਿ ਤੁਸੀਂ ਜਿੱਥੇ ਜਿਹੜੇ ਵੀ ਬੰਦੇ ਇਨਵੋਲਵ ਸੀ ਉਹਨਾਂ ਦਾ ਪੋਲੀਟੀਕਲ ਪਿੱਛੋਂ ਦੀ ਬੈਕਗ੍ਰਾਉਂਡ ਸੀ ਜਾਂ ਜੋ ਵੀ ਪ੍ਰਿੰਸੀਪਲ ਦਾ ਇਹ ਜੋ ਵੀ ਫਲਾਣਾ ਟਮਕਾ ਸੀ, ਉਹਦੀ ਤਾਂ ਰੈਪਿਊਟੇਸ਼ਨ ਐਨੀਵੇਜ਼ ਖਰਾਬ ਹੀ ਹੈ ਨਾ। ਤੁਸੀਂ ਉਹ ਬੰਦੇ ਨੂੰ ਬਚਾਉਣ ਲਈ ਲੱਗੇ ਹੋਏ ਹੋ ਕਿ ਜਿਹਦੀ ਰੈਪਿਊਟੇਸ਼ਨ ਖਰਾਬ ਹੈ। ਜਿਹੜਾ ਬੰਦਾ ਨਹੀਂ ਰਿਹਾ, ਜਿਹਦੇ ਨਾਲ ਇੰਨੀ ਮਾੜੀ ਹੋਈ ਹੈ, ਉਹਦੇ ਲਈ ਕੁਛ ਨਹੀਂ ਕਰ ਰਹੇ ਤੁਸੀਂ। ਉਹ ਬੰਦਾ ਜਿਹਨੇ ਨਾ ਮਾੜਾ ਕੀਤਾ ਉਹਦੀ ਰੈਪਿਊਟੇਸ਼ਨ। ਐਂਡ ਕਿੰਨੀ ਕੰਟਰੀਜ਼ ਨੇ ਜਿਨ੍ਹਾਂ ਦੇ ਤੁਸੀਂ ਦੇਖੋਗੇ ਰੇਪ ਤੇ ਬਹੁਤ ਜ਼ਿਆਦਾ ਸਟ੍ਰਿਕਟ ਐਕਸ਼ਨਸ ਹੁੰਦੇ ਆ, ਔਨ ਦ ਸਪੌਟ ਹੁੰਦੇ ਆ ਨਾਲੇ। ਤੇ ਆਪਣੀ ਕੰਟਰੀ 'ਚ ਕਿੰਨਾ ਟਾਈਮ ਹੋ ਜਾਂਦਾ ਹੈ ਆ ਚੀਜ਼ ਤੇ ਕਦੇ ਵੀ। ਐਂਡ ਬਿਲਕੁਲ ਸਹੀ ਗੱਲ ਹੈ, ਮੈਂ ਆਹ ਖੁੱਲ੍ਹ ਕੇ ਪੋਸਟ ਵੀ ਕੀਤੀ ਹੈ ਸਭ ਕੁਛ ਕਿ ਦਿਸ ਇਜ਼ ਵਾਈ ਆਪਣੀ ਕੰਟਰੀ ਦੇ ਜਿਹੜੇ ਬੱਚੇ ਨੇ ਉਹ ਬਾਹਰ ਇਸੇ ਕਰਕੇ ਜਾਂਦੇ ਆ। ਐਂਡ ਆਮ ਨੋਟ ਸੇਇੰਗ ਕਿ ਬਾਹਰ ਚਲੋ ਹੋ ਤਾਂ ਕਿਤੇ ਵੀ ਸਕਦਾ, ਬਟ ਐਟਲੀਸਟ ਐਕਸ਼ਨ ਤਾਂ ਹੈ ਬਾਹਰ। ਤੇ ਨਾਲੇ ਇੰਨੀ ਜਿੰਨੀ ਆਪਣੀ ਇੱਥੇ ਮੈਂ ਦੇਖ ਰਹੀ ਹਾਂ ਇੱਕ ਰੇਪ ਕੇਸ ਆਇਆ, ਉਹਦੇ ਨਾਲ 10 ਹੋਰ ਕੇਸਿਸ ਬਾਹਰ ਆ ਗਏ। ਉਹ ਚੀਜ਼ ਤੁਸੀਂ ਆ ਦੇਖ ਲਓ ਫਿਰ ਕਿੰਨੀ ਜ਼ਿਆਦਾ ਵੱਧ ਰਹੀ ਹੈ ਇੱਥੇ। ਕਿਉਂਕਿ ਇੱਕ ਬਹੁਤ ਵੱਡਾ ਇਨਸੀਡੈਂਟ ਜਦੋਂ ਹੁੰਦਾ ਹੈ ਉਦੋਂ ਹੀ ਸਾਰਿਆਂ ਨੂੰ ਸਡਨਲੀ ਯਾਦ ਆਉਂਦਾ ਹੈ ਕਿ ਅੱਛਾ ਇਦਾਂ ਦੇ। ਪਰ ਜੇ ਆਪਾਂ ਪਿਛਲੇ 1 ਮਹੀਨੇ ਦੀਆਂ ਵੀ ਨਿਊਜ਼ ਦੇਖਾਂਗੇ ਤੇ ਕੋਈ ਨਾ ਕੋਈ ਇਦਾਂ ਦੀ ਆ ਜਾਏਗੀ, ਬਟ ਉਹ ਹੈਡਲਾਈਨ ਨਹੀਂ ਸੀ ਬਣ ਰਹੀ ਕਿਉਂਕਿ ਉਹ ਇੰਨਾ ਨਾਰਮਲ ਹੋ ਚੁੱਕਿਆ ਹੁਣ ਕਿ ਅਖਬਾਰਾਂ ਲਈ ਜਾਂ ਨਿਊਜ਼ ਚੈਨਲਸ ਲਈ ਵੀ ਉਹ ਹੁਣ ਖਬਰ ਓਡੀ ਵੱਡੀ ਨਹੀਂ ਰਹੀ। ਤੁਸੀਂ ਮੰਨੋਗੇ ਜਦੋਂ ਆ ਚੀਜ਼ ਹੋਈ ਹੈ ਨਾ, ਮੇਰੇ ਭਰਾ ਨੇ ਲਿਟਰਲੀ ਮੇਰੇ ਫੈਮਿਲੀ ਗਰੁੱਪ 'ਚ ਮੈਸੇਜ ਪਾਇਆ ਕਿ ਤੁਸੀਂ ਆਪਣਾ ਧਿਆਨ ਰੱਖਿਓ। ਤੇ ਜਿੱਦਾਂ ਅਸੀਂ ਕਈ ਵਾਰੀ ਜ਼ੋਮੈਟੋ ਕਹਿੰਦੇ ਕੁਝ ਵੀ ਆਰਡਰ ਆਉਂਦਾ, ਕੁਝ ਹੁੰਦਾ, ਉਹਨੂੰ ਕਹੋ ਬਾਹਰ ਦਰਵਾਜ਼ੇ 'ਚ ਰੱਖ ਕੇ ਚਲੇ ਜੇ। ਕਹਿੰਦੇ ਮੈਨੂੰ ਬਹੁਤ ਮਤਲਬ ਉੱਥੇ ਬੈਠਿਆ ਉਹਨੂੰ ਟੈਨਸ਼ਨ ਹੋ ਰਹੀ ਹੈ ਕਿ ਇੰਡੀਆ ਬਿਲਕੁਲ ਵੀ ਸੇਫ ਨਹੀਂ ਹੈ, ਕੁੜੀਆਂ ਲਈ ਨਹੀਂ ਸੇਫ ਹੈ। ਇੰਨਾ ਐਡਵਾਂਸ ਹੋ ਚੁੱਕਿਆ ਪਰ ਉਹੀ ਚੀਜ਼ਾਂ ਹੋ ਰਹੀਆਂ ਸੇਮ। ਕਿੰਨੇ ਪਿੱਛੇ ਹਲੇ ਵੀ ਉਹੀ ਚੀਜ਼ਾਂ, ਹਲੇ ਵੀ ਲੋਕਾਂ ਦੀ ਸੋਚ ਉੱਥੇ ਦੇ ਉੱਤੇ, ਇੰਨੇ ਪੜ੍ਹੇ ਲਿਖੇ ਇੰਨੇ ਉਹ ਬਣ ਗਏ ਪਰ ਉਹੀ ਚੀਜ਼ਾਂ ਤੇ ਅਟਕੀ ਹੋਈ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨ ਚੰਗੇ ਹੋਣਗੇ ਤੇ ਹਰ ਕਿਸੇ ਨੂੰ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦਾ ਬਰਾਬਰ ਮੌਕਾ ਮਿਲੇਗਾ। ਆਈ ਰੀਅਲੀ ਹੋਪ, ਪਰ ਮੈਨੂੰ ਜੇ ਇਦਾਂ ਦੇ ਹਾਲਾਤ ਹੈਗੇ ਆਈ ਡੋਂਟ ਥਿੰਕ ਸੋ ਕਿ ਇਦਾਂ ਦਾ ਕੁਝ ਵੀ ਹੋਣ ਲੱਗਿਆ। ਟੂ ਬੀ ਵੈਰੀ ਪ੍ਰੈਕਟੀਕਲ, ਮੈਂ ਕਦੇ ਇਦਾਂ ਨਹੀਂ ਬੋਲਦੀ ਕਿ ਹੋਏਗਾ ਇਹ ਹੋਏਗਾ, ਬਿਕਾਜ਼ ਦੇਰ ਹੈਵ ਬੀਨ ਸੋ ਮੈਨੀ ਕੇਸਿਸ ਕਦੇ ਵੀ ਕਿਸੇ ਚੀਜ਼ 'ਚ ਐਕਸ਼ਨ ਔਨ ਦ ਸਪੌਟ ਨਹੀਂ ਹੁੰਦਾ। ਸੋ ਆ ਬੋਲਣ ਦਾ ਕੋਈ ਫਾਇਦਾ ਹੈ ਨਹੀਂ honestly, and this triggers me ਬਹੁਤ ਜ਼ਿਆਦਾ। ਅਵੀਰਾ ਥੋੜੇ ਤੁਹਾਡੇ ਕੰਮ ਬਾਰੇ ਹੁਣ ਗੱਲ ਕਰਾਂਗੇ। ਆਪਾਂ ਤੁਹਾਡੇ ਗੀਤਾਂ ਦੇ ਵਿੱਚ ਦੇਖਿਆ ਵੀ ਬਹੁਤੇ ਪੰਜਾਬੀ ਗੀਤਾਂ ਵਿੱਚ ਲਾਈਕ 90% ਦਾ ਪੰਜਾਬੀ ਗੀਤ ਜਿਹੜੇ ਆਪਾਂ ਅਦਰਵਾਈਜ਼ ਦੇਖਦੇ ਆ ਦੇਖੋ ਸਿੰਕ ਵਾਲੀਆਂ ਵੀਡੀਓਜ਼ ਹੀ ਹੁੰਦੀਆਂ ਜਾਂ ਫਿਰ ਜੇ ਕੋਈ ਸਟੋਰੀ ਵੀ ਹੁੰਦੀ ਹੈ ਤੇ ਉਹ ਦੋਨਾਂ ਵਿੱਚੋਂ ਉਦਾਂ ਹੀ ਹੁੰਦਾ। ਪਰ ਤੁਹਾਡੇ ਗੀਤਾਂ ਵਿੱਚ ਆਪਾਂ ਦੇਖਿਆ ਕਿ ਹਰ ਵਾਰ ਕੋਈ ਨਵਾਂ ਕਨਸੈਪਟ ਹੁੰਦਾ ਹੈ, ਮਤਲਬ ਬਿਲਕੁਲ ਹੀ ਜਿਵੇਂ ਤੁਹਾਡਾ 21 ਵਾਲਾ ਜਿਹੜਾ ਗੀਤ ਆਇਆ ਸੀ ਉਹਦੇ ਵਿੱਚ ਮਤਲਬ ਤੁਸੀਂ ਪੂਰਾ ਰੰਗ ਰੂਪ ਸਭ ਬਦਲ ਜਾਂਦਾ ਹੈ। ਸੋ ਇਹ ਕੌਨਸ਼ੀਅਸ ਡਿਸੀਜਨ ਹੈ ਕਿ ਬਿਲਕੁਲ ਕੌਨਸ਼ੀਅਸ ਹੁੰਦਾ ਹੈ। ਐਂਡ ਇੱਦਾਂ ਵੀ ਹੁੰਦਾ ਹੈ ਕਿ ਮੈਂ ਚਾਹਨੀ ਵੀ ਹਾਂ ਕਿ ਮੈਂ ਕੁਝ ਡਿਫਰੈਂਟ ਕਰਾਂ, ਕਿਉਂਕਿ ਦੇਖੋ ਗਾਣੇ 'ਚ ਨਾ ਇੰਨੀ ਤੁਸੀਂ ਲਾ ਲਓ ਹਾਂ ਕੋਈ ਤੁਸੀਂ ਲਾ ਲਓ ਕਿ ਵਰਸਟੈਲਿਟੀ ਜਾਂ ਕੋਈ
ਡਿਫਰੈਂਟ ਕਨਸੈਪਟ ਰਿਸਕ ਬਹੁਤ ਘੱਟ ਲੈਂਦੇ ਆ ਹੈ ਨਾ। ਹਾਂ ਤੇ ਮੇਰਾ ਹਮੇਸ਼ਾ ਮੇਨ ਫੋਕਸ ਆਹੀ ਰਹਿੰਦਾ ਹੈ ਕਿ ਜੇ ਮੈਂ ਕੁਝ ਵੀ ਕਰਾਂ ਨਾ, ਅਗਰ ਮੈਂ ਗਾਣੇ ਵੀ ਕਰ ਰਹੀ ਹਾਂ ਤੇ ਮੈਂ ਕੁਝ ਅਲੱਗ ਕਰਨਾ ਹੈ, ਕੁਝ ਐਕਸਪੈਰੀਮੈਂਟਲ ਕਰਨਾ ਹੈ। ਜਿੱਦਾਂ ਮੇਰਾ ਇੱਕ ਗਾਣਾ ਆਇਆ ਸੀਗਾ ਜਾਦੂਗਰੀਆਂ, ਉਹਦੇ 'ਚ ਉਹ ਮੇਰਾ ਪਹਿਲਾ ਇੱਦਾਂ ਦਾ ਗਾਣਾ ਸੀਗਾ ਜਿਸ 'ਚ ਮੇਰੀ ਫਿਜ਼ੀਕਲ ਸਟਰੈਂਥ ਵੀ ਟੈਸਟ ਹੋ ਗਈ ਤੇ ਪੇਸ਼ੈਂਸ ਵੀ ਟੈਸਟ ਹੋ ਗਈ। ਤੇ ਤੁਸੀਂ ਕਹੋਗੇ ਕਿ ਜਿੱਦਾਂ ਅਪੀਅਰੈਂਸ ਬੰਦਾ ਇੱਕ ਕਹਿੰਦਾ ਨਾ ਕਿ ਆਪਣੇ ਕੰਫਰਟ ਜ਼ੋਨ ਤੋਂ ਅਲੱਗ ਬਾਹਰ ਆ ਕੇ ਉਹ ਚੀਜ਼ ਵੀ ਟੈਸਟ ਹੋਈ। ਐਂਡ ਮੈਂ ਕੌਨਸ਼ੀਅਸ ਹੀ ਸੀਗਾ ਓਬਵੀਅਸਲੀ, ਮੈਨੂੰ ਉਹਨਾਂ ਨੇ ਦੱਸਿਆ ਕਿ ਇਦਾਂ ਦਾ ਪੂਰਾ ਬੋਡੀ ਪੇਂਟ ਤੁਹਾਨੂੰ ਬੇਸਿਕਲੀ ਏਲੀਅਨ ਦਿਖਾਣਾ, ਤੁਸੀਂ ਕੋਈ ਹੋਰ ਪਲੈਨਟ ਤੋਂ ਆਏ ਹੋ। ਕਿੰਨਾ ਕੁ ਟਾਈਮ ਲੱਗਾ ਬਿਸਕਿਟ ਲਓ ਤੁਸੀਂ? ਹਾਂਜੀ, ਕਿੰਨਾ ਕੁ ਟਾਈਮ ਲੱਗਾ ਤੁਹਾਨੂੰ ਉਹਦੇ ਲਈ ਤਿਆਰ ਹੋਣ ਲਈ? ਮੈਨੂੰ ਤੁਸੀਂ ਲਾ ਲਓ ਕਿਉਂਕਿ ਬੋਡੀ ਪੇਂਟ ਸੀਗਾ, ਹੇਅਰ ਦੇ ਵਿੱਚ ਇੰਨਾ ਕੁਝ ਸੀਗਾ, ਤਾਂ ਮੈਨੂੰ 4 ਤੋਂ 5 ਘੰਟੇ ਸਿਰਫ ਇੱਦਾਂ ਬੈਠਣਾ ਸੀ ਮੈਂ, ਤਾਂ ਕਿ ਉਹ ਪੇਂਟ ਲਾਏ ਸੁੱਕੇ ਐਂਡ ਦੈਨ ਬੋਡੀ ਤੇ ਇੰਨੇ ਐਮਬੈਲਿਸ਼ਮੈਂਟਸ ਸੀਗੇ। ਤੇ ਪਹਿਲਾਂ ਸਾਰੇ ਉਹਨਾਂ ਨੇ ਕਵਰ ਵਗੈਰਾ ਕੀਤਾ? ਹਾਂ, ਲਾਈਕ ਜੇ ਤੁਸੀਂ ਦੇਖੋਗੇ ਉਸ 'ਚ ਸਾਰਾ ਨਹੀਂ, ਪੂਰਾ ਫੇਸ ਵੀ ਸੀਗਾ, ਬੋਡੀ ਵੀ ਸੀਗੀ। ਨਹੀਂ ਤੇ ਫੇਸ ਉਹਨਾਂ ਨੇ ਪਹਿਲਾਂ ਕਵਰ ਕੀਤਾ ਕਿਸੇ ਚੀਜ਼ ਨਾਲ? ਨਹੀਂ ਉਦਾਂ ਹੀ ਪੇਂਟ ਕਰਤਾ ਉੱਤੇ? ਹਾਂ ਨਹੀਂ, ਅੱਛਾ ਉਹਦਾ ਬੇਸ ਤਾਂ ਲੱਗਦਾ ਓਬਵੀਅਸਲੀ, ਲਾਈਕ ਉਹਨਾਂ ਦਾ ਪੂਰਾ ਪ੍ਰੋਸੈਸ ਹੁੰਦਾ, ਬਟ ਫਿਰ ਉਹਦੇ ਉੱਪਰ ਸਾਰਾ ਉਹ ਕੀਤਾ। ਦੈਨ ਜਿੱਦਾਂ ਇੱਕਾ ਵਾਲਾ ਸੀ, ਕੁਝ ਵੀ ਸੀ, ਉਹ 'ਚ ਵੀ ਲੁੱਕਸ ਬਹੁਤ ਅਲੱਗ, ਬਿਕਾਜ਼ ਉਹ 'ਚ ਡੈਵਲ ਦਿਖਾਇਆ ਸੀ। ਸੋ ਮੇਰਾ ਨਾ ਮੇਰਾ ਮੋਟਿਵ ਇਹ ਹੁੰਦਾ ਹੈ ਕਿ ਮੈਂ ਸਿਰਫ ਇਹਦੇ ਲਈ ਨਹੀਂ ਜਾਣੀ ਜਾਵਾਂ ਕਿ ਯਾਰ ਬਿਊਟੀ ਬਸ ਸੋਹਣੀ ਕੁੜੀ ਚਾਹੀਦੀ ਹੈ ਕੋਈ। ਮੈਨੂੰ ਹੁੰਦਾ ਕਿ ਯਾਰ ਲੋਕੀ ਮੈਨੂੰ ਕਹਿਣਗੇ ਯੂ ਨੋ ਕਿ ਆਪਾਂ ਕੋਈ ਡਿਫਰੈਂਟ ਕਰਨਾ ਹੈ, ਵੀ ਕੈਨ ਅਪਰੋਚ ਹਰ, ਕਿ ਆਪਾਂ ਇਹਨਾਂ ਨੂੰ ਬਿਕਾਜ਼ ਆ ਰਿਸਕ ਲੈ ਸਕਦੀ ਹੈ ਯੂ ਨੋ। ਮੈਨੂੰ ਯਾਦ ਹੈ ਆਪਾਂ ਹਾਰਨੈਸ ਤੇ ਉਹ ਕੀਤਾ, ਮਤਲਬ ਮੇਰੀ ਕੋਰ ਜਿਹੜੀ ਸੀਗੀ ਪੂਰੀ ਟੈਸਟ ਹੋ ਗਈ ਉਹਦੇ 'ਚ ਕਿ ਉਸੇ ਗਾਣੇ 'ਚ। ਹਾਂ, ਉਸੇ ਗਾਣੇ 'ਚ ਕੁਝ ਸ਼ਾਰਟ ਸੀਗੇ, ਠੀਕ ਹੈ। ਤੇ ਮੇਰੀ ਇੱਥੇ ਪਿੱਠ ਤੇ ਸਿਰਫ ਇੰਨਾ ਕਿ ਕੁਝ ਨੀਚੇ ਸਟੂਡ ਰੱਖਿਆ ਸੀ, ਮੇਰੀ ਪੂਰੀ ਬੋਡੀ 에ਅਰ ਦੇ ਵਿੱਚ ਸੀਗੀ, ਤਾਂ ਮੇਰੀ ਪੂਰੀ ਕੋਰ ਉਹ 'ਚ ਟੈਸਟ ਹੋਈ। ਲਾਈਕ ਉਹੀ ਦੱਸ ਰਹੀ ਨਾ ਕਿ ਬਹੁਤ ਜ਼ਿਆਦਾ ਉਹ ਗਾਣੇ 'ਚ ਮੇਰੀ ਜਾਨ ਲੱਗ ਗਈ। ਤੇ ਜਿੱਦਾਂ ਲੁੱਕਸ ਦੀ ਮੈਂ ਗੱਲ ਕਰਾਂ, ਫਿਰ ਅਗੇਨ ਉਹੀ ਚੀਜ਼ ਹੈ, ਕਿਸੇ ਨੂੰ ਨਹੀਂ ਵੀ ਪਸੰਦ ਆਏਗੀ, ਕਿਸੇ ਨੂੰ ਆਏਗੀ, ਬਟ ਮੇਰਾ ਮੋਟਿਵ ਹੁੰਦਾ ਕਿ ਪ੍ਰੋਜੈਕਟ ਵਧੀਆ ਲੱਗਣਾ ਚਾਹੀਦਾ। ਜੇ ਮੈਂ ਇੱਥੇ ਕਨਸੈਂਟਰੇਟ ਕਰਨ ਲੱਗੀ ਐਂਡ ਇਟ ਗੋਜ਼ ਇਨ, ਅਗਰ ਮੈਂ ਕੱਲ੍ਹ ਨੂੰ ਮੂਵੀ ਵੀ ਕਰ ਰਹੀ ਹਾਂ, ਜੇ ਮੈਂ ਇੱਥੇ ਕਨਸੈਂਟਰੇਟ ਕਰਨ ਲੱਗ ਗਈ ਨਾ ਕਿ ਯਾਰ ਮੈਂ ਨਾ ਬਸ ਸੋਹਣੀ ਦਿਖਣਾ ਹੈ, ਸੋਹਣੀ ਲੱਗਣੀ, ਮੇਰੀ ਆਹ ਨਹੀਂ ਆਹ ਪ੍ਰੋਫਾਈਲ ਹੀ ਆਉਣੀ ਚਾਹੀਦੀ ਹੈ, ਜਾਂ ਯਾਰ ਮੇਰੇ ਬਾਲ ਇੱਦਾਂ ਤਾਂ ਮੈਂ ਇੱਦਾਂ ਹੀ ਰੱਖਣੇ ਆ ਬਸ, ਮੈਂ ਉਹ 'ਚ ਨਹੀਂ ਬਿਲੀਵ ਕਰਦੀ। ਮੈਨੂੰ ਹੁੰਦਾ ਕਿ ਇੱਕ ਪ੍ਰੋਜੈਕਟ ਓਵਰਆਲ ਵਧੀਆ ਦਿਖਣਾ ਚਾਹੀਦਾ। ਮੈਂ ਆਪਣਾ 100% ਦੂੰਗੀ ਕਿ ਤਾਂ ਕਿ ਇਹ ਪ੍ਰੋਜੈਕਟ ਵੱਡਾ ਬਣੇ। ਉਹਦੇ 'ਚ ਮੈਂ ਆਹ ਨਹੀਂ ਆਪਣੀ ਗਰਾਰੀ ਫਸਾ ਕੇ ਬਹਿ ਗਈ ਕਿ ਨਹੀਂ ਯਾਰ ਇੱਦਾਂ ਨਹੀਂ, ਤਾਂ ਮੈਨੂੰ ਤਾਂ ਇੱਦਾਂ ਹੀ ਚਾਹੀਦਾ, ਤਾਂ ਉਹ ਨਿਕਲ ਕੇ ਹੀ ਨਹੀਂ ਆਏਗਾ, ਉਹ ਨਿਕਲ ਕੇ ਹੀ ਨਹੀਂ ਆਏਗਾ। ਸੋ ਗਾਣੇ 'ਚ ਜਿਹੜੇ ਕੱਪੜੇ ਹੁੰਦੇ ਆ ਤੁਸੀਂ ਆਪ ਡਿਸਾਈਡ ਕਰਦੇ ਹੋ, ਉਹ ਦਿੰਦੇ ਆ? ਆਈ ਮੀਨ ਤੁਸੀਂ ਮੰਨੋਗੇ ਮੈਂ ਅੱਜ ਤੱਕ, ਹੁਣ ਤਾਂ ਇੰਨੇ ਸਟਾਈਲਿਸਟ ਹੁੰਦੇ ਆ, ਸਭ ਕੁਝ ਹੁੰਦੇ ਆ, ਮੈਂ ਅੱਜ ਤੱਕ ਫਿਰ ਵੀ ਆਪਣੇ 2 ਟੈਚੀ ਲੈ ਕੇ ਹੀ ਜਾਂਦੀ ਹਾਂ ਹਮੇਸ਼ਾ, ਕਿਉਂਕਿ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇਦਾਂ ਹੁੰਦਾ ਹੈ ਕਿ ਉੱਥੇ ਜਾ ਕੇ ਕਿਹੜਾ ਮੈਂ ਆਲਵੇਸ ਪ੍ਰੀਪੇਅਰਡ ਰਹਿੰਦੀ ਹਾਂ। ਪਤਾ ਨਹੀਂ ਕਿਉਂ ਮੈਨੂੰ ਹੁੰਦਾ ਕਿ ਕਮੀ ਨਹੀਂ ਹੋਣੀ ਚਾਹੀਦੀ। ਐਂਡ ਕਈ ਵਾਰੀ ਕਿਉਂਕਿ ਆ ਚੀਜ਼ ਮੈਂ ਟੈਸਟ ਕੀਤੀ ਹੈ ਕਿ ਮੈਂ ਗਈ ਹਾਂ ਤੇ ਕੁਝ ਪ੍ਰੋਬਲਮ ਆ ਜਾਂਦੀ ਹੈ, ਦੈਨ ਆਈ ਐਮ ਹੇਅਰ ਟੂ ਰੈਸਕਿਊ ਕਿ ਠੀਕ ਹੈ। ਤੇ ਮੇਕਅਪ ਹੇਅਰ ਵਾਲੇ ਜਿਹੜੇ ਬੰਦੇ ਹੁੰਦੇ ਆ ਤੁਹਾਡੇ ਆਪਣੇ ਹੀ ਹੁੰਦੇ ਆ, ਉਹ ਬੁਲਾਉਂਦੇ ਆ? ਉਹ ਤਾਂ ਆਪਣੀ ਟੀਮ ਹੈ ਸ਼ੁਰੂ ਤੋਂ। ਉਦੋਂ ਤੁਹਾਨੂੰ ਇਹ ਕਹਿੰਦੇ ਆ ਲੋਕ ਵੀ ਤੁਸੀਂ ਥੋੜੇ AI ਜਨਰੇਟਡ ਲੱਗਦੇ ਹੋ? ਮੈਨੂੰ? ਹਾਂ, ਕਿਉਂਕਿ ਮੈਂ ਜਦੋਂ ਆਪਾਂ ਵੀਡੀਓ ਲਾਸਟ ਪਾਈ ਨਾ ਗੱਡੀ ਵਾਲੀ, ਜਿਹੜੇ ਰੀਲਸ ਵਗੈਰਾ ਪਾਈ, ਉਹਦੇ ਥੱਲੇ ਬਹੁਤ ਕਮੈਂਟ ਆ ਰਹੇ ਸਨ that she looks like AI generated. ਅੱਛਾ, is it a compliment or? Yeah, it's a compliment because those ਜਿਹੜੇ ਉਹ ਪਿਕਚਰਸ ਹੁੰਦੇ ਆ ਬਹੁਤ ਇਦਾਂ ਲੱਗ ਰਿਹਾ ਕਿ ਬਣਾਇਆ ਇਹਨੂੰ ਉਦਾਂ। ਉਹ ਵਾਹ, ਮੈਂ ਤਾਂ ਮੈਨੂੰ ਪਹਿਲੀ ਵਾਰੀ ਇਦਾਂ ਦਾ ਕੋਈ ਨਹੀਂ, ਬਟ ਇਹ ਬਹੁਤ ਲੋਕਾਂ ਦੇ ਇਦਾਂ ਕਮੈਂਟ ਆਏ ਸੀ। ਥੈਂਕ ਯੂ। ਸੋ ਨਿੱਕੇ ਹੁੰਦੇ ਹੋ, ਕਿੰਨੀ ਕੁ ਉਮਰ ਸੀ ਜਦੋਂ ਤੁਹਾਨੂੰ ਇਦਾਂ ਲੱਗਿਆ ਵੀ ਹਾਂ ਸ਼ਕਲ ਸੂਰਤ ਤਾਂ ਹੈਗੀ ਹੈ, ਗਾਣੇ ਗੁਣੇ ਕਰ ਲੈਣੇ ਚਾਹੀਦੇ ਆ? ਗਾਣੇ ਗੁਣੇ ਕਰਨ ਦਾ ਨਹੀਂ, ਬਸ ਆ ਪਤਾ ਸੀ ਨਿੱਕੇ ਹੁੰਦੇ ਦਾ ਪਤਾ ਲੱਗ ਗਿਆ। 4-5 ਸਾਲ ਮੰਮਾ ਵੀ ਬੜੇ ਮੇਰੇ ਪਿੱਛੇ ਲੱਗੀ ਰਹਿੰਦੀ ਸੀ ਨਾ, ਆਹ ਪਾਰਟ ਲੈਣਾ, ਇੱਥੇ ਪਾਰਟ ਲੈਣਾ ਹੈ, ਠੀਕ ਹੈ। ਜਦੋਂ ਦੀ ਮਤਲਬ ਪਤਾ ਲੱਗ ਗਿਆ, ਮੰਮਾ ਨੂੰ ਨਾਲ ਹੀ ਕਲਾਸਿਸ ਜੁਆਇਨ ਕਰਾਤੀਆਂ, ਸਭ ਕੁਝ, ਕੱਥਕ ਦੀ ਕਲਾਸਿਸ, ਦੂਜੀਆਂ ਕਲਾਸਿਸ। ਤੇ ਮੈਨੂੰ ਯਾਦ ਹੈ 4-5 ਸਾਲ ਦੀ ਸੀਗੀ, ਮੇਰੇ ਕੋਲ ਫੋਟੋਆਂ ਨੇ ਮੇਰੀਆਂ, ਤੇ ਮੈਂ ਪੂਰੀ ਹਰ ਕਿਤੇ ਪਾਰਟਿਸਿਪੇਟ ਕਰਨਾ, ਹਰ ਇੱਕ ਚੀਜ਼ ਕਰਨਾ, ਤਾਂ ਪਤਾ ਮੈਨੂੰ ਸ਼ੁਰੂ ਤੋਂ ਹੀ ਸੀਗਾ। ਕੋਈ ਵੀ ਮੈਂ ਇੱਦਾਂ ਦਾ ਇਵੈਂਟ ਨਹੀਂ ਛੱਡਿਆ, ਚਾਹੇ ਸਕੂਲ ਹੋਏ, ਕਾਲਜ ਹੋਏ, ਜਦੋਂ ਨਰਸਰੀ, ਫਸਟ, ਸੈਕੰਡ, ਹਰ ਕਿਤੇ ਮੈਂ ਪਾਰਟਿਸਿਪੇਟ ਕੀਤਾ।
ਐਂਡ ਨਿੱਕੇ ਹੁੰਦੇ ਉਹ ਚੀਜ਼ਾਂ ਪਨਿਸ਼ਮੈਂਟ ਲੱਗਦੀਆਂ ਪਰ ਬਾਅਦ ਚ ਫਿਰ ਹਾਂ ਨਹੀਂ ਬਟ ਮੈਨੂੰ ਮਜ਼ਾ ਆਉਂਦਾ ਸੀ ਮੇਰਾ ਬੈਸਟ ਪਾਰਟ ਹੁੰਦਾ ਸੀ ਆਹ ਜਿੱਦਾਂ ਮੈਂ ਕਿਹਾ ਨਾ ਸਕੂਲ ਤਾਂ ਚਲੋ ਮੈਂ ਜਾਂਦੀ ਸੀ ਪੜ੍ਹ ਲਿਆ ਲਿਖ ਲਿਆ ਫਿਰ ਉਸ ਤੋਂ ਬਾਅਦ ਮੈਨੂੰ ਆਹ ਆਈ ਯੂਜ਼ ਟੂ ਲੁੱਕ ਫਾਰਵਰਡ ਟੂ ਇਟ ਕਿ ਯਾਰ ਹੁਣ ਤਾਂ ਕਲਾਸਿਸ ਲਈ ਜਾਣਾ ਡਾਂਸ ਇਹ ਉਹ ਤਾਂ ਇਹ 'ਚ ਮੈਨੂੰ ਵਧੀਆ ਲੱਗਦਾ ਸੀ ਮਜ਼ਾ ਆਉਂਦਾ ਸੀ ਸੋ ਉਮੀਦ ਕਰਦੇ ਹਾਂ ਵੀ ਅੱਗੇ ਜਿਹੜਾ ਵੀ ਤੁਹਾਡਾ ਕੰਮ ਆਉਣ ਵਾਲਾ ਹੈ ਉਹਦੇ 'ਚ ਵੀ ਇਸੇ ਤਰ੍ਹਾਂ ਤੁਸੀਂ ਮਜ਼ੇ ਕਰਦੇ ਰਹੋ ਤੇ ਬਹੁਤ ਸੋਹਣੇ ਸੋਹਣੇ ਗੀਤ ਤੇ ਬਹੁਤ ਛੇਤੀ ਕੋਈ ਬਹੁਤ ਵੱਡੀ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੋ ਸੋ ਬਹੁਤ ਹੀ ਚੰਗਾ ਲੱਗਾ ਅੱਜ ਗੱਲਬਾਤ ਕਰਕੇ ਮੈਨੂੰ ਵੀ ਮੌਸਮ ਨੇ ਪੂਰਾ ਸਾਥ ਦਿੱਤਾ ਹੈ ਯੈਸ ਕਿਉਂਕਿ ਸਵੇਰੇ ਜਦੋਂ ਅਸੀਂ ਆਏ ਤਾਂ ਪੂਰੇ ਬੱਦਲ ਬਣੇ ਸੀ ਤੇ ਲੱਗ ਰਿਹਾ ਸੀ ਕਿ ਸ਼ਾਇਦ ਅੱਧਾ ਕੀ ਸ਼ੂਟ ਹੋਏਗਾ ਅੱਧਾ ਕਿ ਸਾਨੂੰ ਸਟੂਡੀਓ 'ਚ ਪਲਾਨ ਸਾਡਾ ਇਹ ਸੀ ਕਿ ਜੇ ਆਉਂਦੇ ਹੀ ਮੀਂਹ ਪੈ ਗਿਆ ਤੇ ਅਸੀਂ ਸਿਰਫ ਮੋਟਰ ਦੀਆਂ ਫੋਟੋ ਖਿੱਚਣੀ ਹੈ ਪਹਿਲਾਂ ਵੀ ਕਿੰਨੀ ਵਾਰੀ ਹੋਇਆ ਹਾਂ ਥੰਬਨੇਲ ਤੇ ਆਪਾਂ ਫੋਟੋ ਲਾ ਦੇਣੀ ਹੈ ਤੇ ਸਟੂਡੀਓ 'ਚ ਜਾ ਕੇ ਬੋਲ ਦੇਣਾ ਕਿ ਅਸੀਂ ਤਾਂ ਉੱਥੇ ਹੀ ਕਰਨ ਗਏ ਸੀ ਪਰ ਹੋਇਆ ਨਹੀਂ ਪਰ ਸ਼ਾਇਦ ਦਰਸ਼ਕਾਂ ਦੀ ਕਿਸਮਤ ਵਿੱਚ ਸੀ ਕਿ ਅਸੀਂ ਮੋਟਰ ਤੇ ਹੀ ਸ਼ੂਟ ਕਰੀਏ ਸੋ ਬਹੁਤ ਹੀ ਸੋਹਣਾ ਹੁਣ ਸਾਡੇ ਕੈਮਰੇ ਵਾਲੇ ਜਿਹੜੇ ਬੰਦੇ ਆ ਉਹ ਵੀ ਥੱਕ ਗਏ ਆ ਗਰਮੀ ਦੇ ਨਾਲ ਹਾਂ ਸੋ ਇਹ ਗੱਲਬਾਤ ਨੂੰ ਅਸੀਂ ਇੱਥੇ ਹੀ ਰੋਕਾਂਗੇ ਸੋ ਜਾਂਦੇ ਜਾਂਦੇ ਤੁਹਾਡਾ ਕਿਵੇਂ ਦਾ ਤਜਰਬਾ ਰਿਹਾ ਇਹ ਬਹੁਤ ਵਾਰ ਅਸੀਂ ਪੁੱਛ ਲਿਆ ਕਰਦੇ ਟਾਈਮ ਦਾ ਤਜਰਬਾ ਵਧੀਆ ਹੁੰਦਾ ਬਟ ਜਦੋਂ ਘਰੇ ਜਾਈਦਾ ਉਦੋਂ ਤਜਰਬਾ ਖਰਾਬ ਹੋ ਜਾਂਦਾ ਜਦੋਂ ਪਤਾ ਚੱਲਦਾ ਵੀ ਕੋਈ ਨਾ ਤਜਰਬਾ ਮੇਰਾ ਹਮੇਸ਼ਾ ਹੀ ਵਧੀਆ ਰਿਹਾ ਆਈ ਥਿੰਕ ਮੈਂ ਤੁਹਾਡੇ ਨਾਲ ਦੂਜੀ ਵਾਰੀ ਵੈਸੇ ਆਪਾਂ ਕਰ ਲਿਆ ਕਿੰਨੀ ਵਾਰੀ ਮਿਲੇ ਵੀ ਆ ਕੁਝ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਪੂਰਾ ਮੋਟਰ ਵਾਲਾ ਸ਼ੂਟ ਕਰ ਲਿਆ ਸੀ ਬਟ ਉਹਦੇ ਚ ਮਾਈਕ ਨਹੀਂ ਸਨ ਚੱਲੇ ਸੋ ਇਸ ਲਈ ਸਾਨੂੰ ਦੁਬਾਰਾ ਕਰਨਾ ਪੈ ਰਿਹਾ ਹੈ ਸੋ ਦੇਖ ਲਓ ਸਾਡੀ ਡੈਡੀਕੇਸ਼ਨ ਤਜਰਬਾ ਮੇਰਾ ਹਮੇਸ਼ਾ ਵਧੀਆ ਰਿਹਾ ਕਿਉਂਕਿ ਮੈਨੂੰ ਤਾਂ ਲੱਗਦਾ ਕਿ ਮੈਂ ਇੱਥੇ ਆ ਕੇ ਨਾ ਕੁਝ ਵੀ ਬੋਲ ਸਕਦੀ ਹਾਂ ਹੈ ਨਾ ਐਂਡ ਤੁਸੀਂ ਵੀ ਉਹਨੇ ਇੰਟਰਸਟ ਨਾਲ ਮੈਨੂੰ ਯੂ نو ਉਹ ਚੀਜ਼ਾਂ ਪੁੱਛਦੇ ਹੋ ਬਿਕਾਜ਼ ਕਈ ਇਦਾਂ ਦੀ ਚੀਜ਼ਾਂ ਹੈ ਜਿਹੜੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਪਤਾ ਐਂਡ ਆਈ ਫੀਲ ਲਾਈਕ ਕਿ ਉਹ ਮੈਂ ਇੱਥੇ ਆ ਕੇ ਅੱਜ ਹੈ ਨਾ ਉਹ ਗੱਲਾਂ ਬਾਤਾਂ ਦੇ ਵਿੱਚ ਸਾਰੀਆਂ ਦੱਸੀਆਂ ਸਾਰਿਆਂ ਅੱਗੇ ਰੱਖੀਆਂ ਸੋ ਆਈ ਆਲਵੇਜ਼ ਫੀਲ ਕਿ ਬੜਾ ਕੈਂਡਿਡ ਨੈਚੁਰਲ ਸਾਡੇ ਵਿੱਚ ਰਹਿੰਦਾ ਕੁਝ ਸਕ੍ਰਿਪਟਡ ਨਹੀਂ ਹੁੰਦਾ ਕੁਝ ਇਦਾਂ ਨਹੀਂ ਹੁੰਦਾ ਕਿ ਯਾਰ ਨਹੀਂ ਇਦਾਂ ਨਹੀਂ ਇਦਾਂ ਕਰਨਾ ਇਦਾਂ ਨਹੀਂ ਇਦਾਂ ਕਰਨਾ ਸੋ ਆਈ ਫੀਲ ਦੈਟਸ ਦ ਗੁੱਡ ਪਾਰਟ ਜਿਹੜਾ ਯੂ نو ਤੁਸੀਂ ਕਿਸੇ ਦਾ ਵੀ ਲੈਂਦੇ ਹੋ ਇੰਟਰਵਿਊ ਜਾਂ ਕੁਝ ਵੀ ਗੱਲਬਾਤ ਹੁੰਦੀ ਹੈ ਤਾਂ ਬੜੀ ਨੈਚੁਰਲ ਹੁੰਦੀ ਹੈ ਥੈਂਕ ਯੂ ਸੋ ਅੱਜ ਬਹੁਤ ਸਾਰੀਆਂ ਤੁਹਾਡੇ ਬਾਰੇ ਅਜਿਹੇ ਕਿੱਸੇ ਕਹਾਣੀਆਂ ਪਤਾ ਚੱਲੇ ਜੋ ਦਰਸ਼ਕਾਂ ਨੂੰ ਇਸ ਤੋਂ ਪਹਿਲਾਂ ਸ਼ਾਇਦ ਨਹੀਂ ਉਹਨਾਂ ਨੂੰ ਪਤਾ ਸੀ ਤੇ ਉਸ ਤੋਂ ਇਲਾਵਾ ਤੁਹਾਡੇ ਅੰਦਰ ਦੀ ਜਿਹੜੀ ਦੇਸੀ ਪੰਜਾਬੀ ਜੱਟੀ ਹੈ ਉਹ ਵੀ ਅਸੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਦਿੱਤੀ ਸੋ ਬਹੁਤ ਹੀ ਚੰਗਾ ਲੱਗਾ ਸੋ ਉਮੀਦ ਕਰਾਂਗੇ ਵੀ ਅੱਗੇ ਆਪਾਂ ਹੋਰ ਵਧੀਆ ਨਵੇਂ ਸੈਗਮੈਂਟਸ ਤੁਹਾਡੇ ਨਾਲ ਡਿਫੈਂਡਰ ਵਾਲਾ ਤਾਂ ਚਲੋ ਹੈ ਹੀ ਹੈ ਹੋਰ ਵੀ ਕੋਈ ਨਵੀਂ ਬਲਾ ਲੈ ਕੇ ਆਵਾਂਗੇ ਸੋ ਫਿਰ ਤੁਹਾਨੂੰ ਦੁਬਾਰਾ ਯਾਦ ਕਰਾਂਗੇ ਸੋ ਬਹੁਤ ਹੀ ਚੰਗਾ ਲੱਗਿਆ ਥੈਂਕ ਯੂ ਵੈਰੀ ਮਚ